ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਜੀ ਆਇਆਂ। ਇਹ ਸਾਡੀ ਜਿਹੜੇ ਕਿ ਪਿਛਲੇ ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਸਾਡਾ ਕ੍ਰੀਏਟਿਵ ਐਕਸਪ੍ਰੈਸ਼ਨ ਹੈ, ਕ੍ਰੀਏਟਿਵ ਐਕਸਪੀਰੀਅੰਸ ਹੈ, ਉਹਦੇ ਬਾਰੇ ਅਸੀਂ ਗੱਲਾਂ ਕਰਦੇ ਹਾਂ, ਇੱਕ ਦੂਜੇ ਦੇ ਬਾਰੇ ਚ ਜਾਣਦੇ ਹਾਂ। ਸਾਡੇ ਮਨਾਂ ਦੀ ਜੋ ਜਿਗਿਆਸਾ ਹੈ ਰੰਗਮੰਚ ਨੂੰ ਲੈ ਕੇ, ਸੰਗੀਤ ਨੂੰ ਲੈ ਕੇ, ਨ੍ਰਿਤ ਨੂੰ ਲੈ ਕੇ, ਉਹਦੇ ਬਾਰੇ ਅਸੀਂ ਗੱਲਾਂ ਕਰਦੇ ਹਾਂ। ਔਰ ਸਾਡਾ ਜਿਹੜਾ ਵੇ ਆਫ ਪ੍ਰੈਜੈਂਟੇਸ਼ਨ ਹੈ, ਸਾਡਾ ਐਕਟਿੰਗ ਦਾ ਸਟਾਈਲ ਹੈ, ਸਾਡੀ ਡਾਇਰੈਕਸ਼ਨ ਦਾ, ਸਾਡੇ ਰਾਈਟਿੰਗ ਦਾ, ਸੋ ਉਹਨਾਂ ਪੇਸ਼ਕਾਰੀਆਂ ਦੇ ਸਟਾਈਲ ਨੂੰ ਲੈ ਕੇ, ਔਰ ਖਾਸ ਤੌਰ ਤੇ ਉਸ ਸੰਘਰਸ਼ ਨੂੰ ਲੈ ਕੇ ਕਿ ਜਿਹੜਾ ਸੰਘਰਸ਼ ਕਰਦੇ ਹੋਏ ਅਸੀਂ ਕਿਸੇ ਮੁਕਾਮ ਤੇ ਪਹੁੰਚੇ ਹਾਂ। ਔਰ ਮੇਰੇ ਖਿਆਲ ਇਸ ਸੰਘਰਸ਼ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਸਾਡੀ ਨਵੀਂ ਜਨਰੇਸ਼ਨ ਨੂੰ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ। ਔਰ ਉਹਨਾਂ ਕੋਲ ਸਿੱਖਣ ਲਈ ਬਹੁਤ ਕੁਝ ਹੈ ਕਿ ਉਹਨਾਂ ਨੇ ਸਿੱਖਣਾ ਹੈ ਅਜਿਹੀਆਂ ਪਰਸਨੈਲਿਟੀਆਂ ਦੇ ਕੋਲੋਂ ਕਿ ਇਹ ਕਿਹੜੇ ਸੰਘਰਸ਼, ਕਈ ਵਾਰੀ ਲੱਗਦਾ ਹੁੰਦਾ ਕਿਸੇ ਵੱਲ ਵੇਖ ਕੇ ਕਿ ਲੋ ਜੀ ਇਹ ਤੇ ਬਹੁਤ ਅੱਜ ਉਹ ਹੈ ਨਾ, ਕਿ ਜਿਵੇਂ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਕਿ ਲੋ ਜੀ ਉਹ ਕੇਵਲ ਭਾਜੀ ਉਹਨਾਂ ਦੀ ਕੋਈ ਗੱਲ ਨਹੀਂ, ਉਹ ਤੇ ਬਹੁਤ ਹੁਣ ਹੈਗੇ ਆ, ਪਰ ਉਹ ਮੈਂ ਕਹਿੰਦਾ ਨਾ ਉਹ ਕਿਸ ਸੰਘਰਸ਼ ਚੋਂ ਕੋਈ ਨਿਕਲਿਆ ਉਹ ਨਹੀਂ ਕੋਈ ਦੇਖਦਾ। ਸੰਘਰਸ਼ ਕਦੇ ਮੁੱਕਦਾ ਨਹੀਂ ਹੈ। ਸੁਨੀਤਾ ਧੀਰ ਹੋਰੀ ਅੱਜ ਸਾਡੇ ਨਾਲ ਨੇ, ਡਾਕਟਰ ਸੁਨੀਤਾ ਧੀਰ, ਜਿਨ੍ਹਾਂ ਨੇ ਪੰਜਾਬੀ ਰੰਗਮੰਚ, ਪੰਜਾਬੀ ਸਿਨੇਮਾ, ਪੰਜਾਬੀ ਜਿਹੜਾ ਕਿ ਦੂਰਦਰਸ਼ਨ ਟੀਵੀ ਔਰ ਬਹੁਤ ਸਾਰੀਆਂ ਟੈਲੀ ਫਿਲਮਾਂ ਔਰ ਈਵਨ ਡਾਕੂਮੈਂਟਰੀਜ਼ ਇਹਨਾਂ ਨੇ ਆਪ ਵੀ ਬਣਾਈਆਂ। ਸੋ ਅਜਿਹੀਆਂ ਬਹੁਤ ਸਾਰੀ ਚੀਜ਼ਾਂ ਦੇ ਨਾਲ ਜੁੜੇ ਹੋਏ ਜਿਹੜਾ ਕ੍ਰੀਏਟਿਵ ਐਕਸਪੀਰੀਅੰਸ ਹੈ ਇਹਨਾਂ ਦਾ। ਔਰ ਇਹਨਾਂ ਨੇ ਹਮੇਸ਼ਾ ਮੈਂ ਦੇਖਿਆ ਹੈ, ਕਿਉਂਕਿ ਮੈਂ ਬਹੁਤ ਸਮਾਂ ਇਹਨਾਂ ਦੇ ਕੋਲ ਪਟਿਆਲੇ, ਅਸੀਂ ਬਹੁਤ ਚੰਗੇ ਦੋਸਤ ਹਾਂ, ਅਸੀਂ ਚੰਗੇ ਕੰਮ ਕੀਤੇ ਨੇ, ਨਾਟਕਾਂ ਤੇ ਅਸੀਂ ਫੋਰਨ ਕੀਤੇ ਇਕੱਠਿਆਂ। ਸੋ ਮੈਂ ਇਹਨਾਂ ਦੀ ਜਗਿਆਸਾ ਦੇਖੀ ਕਿ ਇਹ ਰੰਗਮੰਚ ਨੂੰ ਹਮੇਸ਼ਾ ਪਹਿਲ ਦਿੰਦੇ ਆ। ਉਹ ਮੈਨੂੰ ਗੱਲ ਹਮੇਸ਼ਾ ਬਹੁਤ ਚੰਗੀ ਲੱਗਦੀ ਹੈ ਕਿ ਇਹਨਾਂ ਨੇ ਕਈ ਸ਼ੂਟਿੰਗਾਂ ਛੱਡੀਆਂ ਵੀ ਹੋਣਗੀਆਂ ਰੰਗਮੰਚ ਵਾਸਤੇ, ਪਰ ਇਹ ਜਿਸ ਸੰਘਰਸ਼ ਚੋਂ ਨਿਕਲ ਕੇ ਆਏ, ਆਪਾਂ ਉਸ ਸੰਘਰਸ਼ ਦੀ ਗੱਲ ਕਰਾਂਗੇ, ਉਸ ਮੁਕਾਮ ਦੀ ਗੱਲ ਕਰਾਂਗੇ। ਇਹਨਾਂ ਦੇ ਜਿਹੜੇ ਵੱਖ-ਵੱਖ ਪਹਿਲੂ ਨੇ ਇਹਨਾਂ ਦੀ ਅਦਾਕਾਰੀ ਦੇ, ਡਾਇਰੈਕਸ਼ਨ ਦੇ, ਇਹਨਾਂ ਦੇ ਟੀਵੀ, ਫਿਲਮ, ਰੇਡੀਓ ਔਰ ਥੀਏਟਰ ਦੀ ਖਾਸ ਤੌਰ ਤੇ। ਸੋ ਇਹਨਾਂ ਚੀਜ਼ਾਂ, ਔਰ ਬਤੌਰ ਅਧਿਆਪਕ ਇਹਨਾਂ ਦੇ ਹੱਥਾਂ ਚੋਂ ਕਈ ਬਹੁਤ ਬਿਹਤਰੀਨ ਅਦਾਕਾਰ ਔਰ ਕੁੜੀਆਂ, ਮੁੰਡੇ ਜਿਨ੍ਹਾਂ ਨੇ ਬਾਅਦ ਚ ਵੱਡਾ ਮੁਕਾਮ ਹਾਸਲ ਕੀਤਾ ਪੰਜਾਬੀ ਫਿਲਮਾਂ ਦੇ ਵਿੱਚ, ਥੀਏਟਰ ਦੇ ਵਿੱਚ, ਉਹਨਾਂ ਬਾਰੇ ਵੀ, ਕਿਉਂਕਿ ਉਹ ਇਹਨਾਂ ਕੋਲੋਂ ਸਿੱਖ ਕੇ ਗਏ। ਔਰ ਇਹਨਾਂ ਨੇ ਜਿਹੜੀ ਇੱਕ ਮੇਰੀ ਪਸੰਦ ਦੀ ਕਿਤਾਬ ਹੈ, ਐਕਟਿੰਗ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਨਹੀਂ ਲਿਖੀਆਂ ਗਈਆਂ, ਔਰ ਇੱਕੋ ਇੱਕ ਕਿਤਾਬ ਹੈ ਜਿਹੜੀ ਸੁਨੀਤਾ ਧੀਰ ਹੋਰਾਂ ਨੇ ਇੱਥੋਂ ਪੰਜਾਬ ਤੋਂ ਅਗਰ ਕਿਸੇ ਨੇ ਲਿਖੀ ਹੈ, ਡਿਫਰੈਂਟ ਸਟਾਈਲਸ ਆਫ ਐਕਟਿੰਗ, ਜਿਹੜੇ ਕਿ ਸੁਨੀਤਾ ਧੀਰ ਹੋਰਾਂ ਦੀ ਕਿਤਾਬ ਹੈ। ਸੋ ਉਹ ਵੀ ਇਹਨਾਂ ਦੀ ਇੱਕ ਖੂਬੀ ਹੈ ਔਰ ਉਹ ਵੀ ਇਹਨਾਂ ਦੀ ਇੱਕ ਪ੍ਰਾਪਤੀ ਹੈ। ਸਾਡੇ ਨਾਲ ਇੱਥੋਂ ਪਟਿਆਲੇ ਤੋਂ ਡਾਕਟਰ ਜਸਵਿੰਦਰ ਸ਼ਰਮਾ ਜੀ ਔਰ ਦਵਿੰਦਰ ਕੁਮਾਰ ਜੀ ਨਵਾਂ ਸ਼ਹਿਰ ਤੋਂ ਵੀ, ਔਰ ਡਾਕਟਰ SP ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਦੋਸਤੋ ਤੁਹਾਨੂੰ ਸਾਰਿਆਂ ਨੂੰ ਵੀ ਜੀ ਆਇਆਂ। ਸੋ ਸੁਨੀਤਾ ਜੀ, ਤੁਹਾਡੇ ਸਫ਼ਰ ਦੀ ਪਹਿਲੇ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਕਿ ਉਹ ਕਿਹੜੇ ਪਲ ਸੀ ਕਿ ਜਦੋਂ ਤੁਹਾਨੂੰ ਲੱਗਾ ਕਿ ਹਾਂ ਮੈਂ ਤੇ ਸਿਰਫ ਥੀਏਟਰ ਹੀ ਕਰਨਾ ਵਾ, ਤੇ ਥੀਏਟਰ ਵਾਲੇ ਪਾਸੇ ਆ ਕੇ ਤੁਸੀਂ ਐਡਮਿਸ਼ਨ ਲੈ ਲਈ। ਮੇਰੇ ਖਿਆਲ ਤੁਸੀਂ ਬਲਵੰਤ ਗਾਰਗੀ ਦੇ ਟਾਈਮ ਸ਼ਾਇਦ ਥੀਏਟਰ ਡਿਪਾਰਟਮੈਂਟ ਚ ਆਏ ਸੀਗੇ। ਹਾਂਜੀ ਕੇਵਲ ਜੀ, ਥੈਂਕ ਯੂ ਵੈਰੀ ਮਚ ਕਿ ਮੈਨੂੰ ਤੁਸੀਂ ਇਸ ਪਲੇਟਫਾਰਮ ਤੇ ਇਨਵਾਈਟ ਕੀਤਾ। ਸੰਗੀਤ ਨਾਟਕ ਅਕੈਡਮੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਮੇਰੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਪਰਸਨਲੀ ਐਂਡ ਪ੍ਰੋਫੈਸ਼ਨਲੀ, ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਗੱਲ ਕਰਕੇ, ਬਿਕੋਜ਼ ਇਟਸ ਲੌਂਗ ਟਾਈਮ ਦੈਟ ਆਈ ਐਮ ਟਾਕਿੰਗ ਟੂ ਯੂ ਆਫਟਰ ਦੈਟ। ਸੋ ਜਿਹੜਾ ਮੇਰਾ ਰੰਗਮੰਚ ਦਾ ਸਫ਼ਰ ਹੈ, ਮੈਂ ਧੂਰੀ ਤੋਂ BA ਕੀਤੀ। ਮੈਂ ਧੂਰੀ ਸ਼ਹਿਰ ਦੀ ਰਹਿਣ ਵਾਲੀ ਹਾਂ। ਧੂਰੀ ਤੇ ਮਲੇਰਕੋਟਲੇ ਦੇ ਵਿੱਚ ਸਾਡਾ ਪਿੰਡ ਹੈ ਰੰਚਣਾ, ਮੈਂ ਉੱਥੋਂ ਦੀ ਹਾਂ। ਤੇ ਅਸੀਂ ਲੇਕਿਨ ਧੂਰੀ ਰਹਿੰਦੇ ਸੀ, ਤੇ ਮੈਂ BA ਉੱਥੋਂ ਪਾਸ ਕਰਕੇ ਮੈਨੂੰ ਇਹ ਸੀਗਾ ਕਿ ਮੈਂ ਕੁਛ ਇਹੋ ਜਿਹਾ ਕਰਾਂ ਜਿਸ ਦੇ ਵਿੱਚ ਮੈਨੂੰ ਇੰਟਰਸਟ ਹੋਵੇ, ਕਿਉਂਕਿ ਮੇਰੇ ਪਾਸ ਹਿਸਟਰੀ, ਪੋਲੀਟੀਕਲ ਸਾਇੰਸ, ਇੰਗਲਿਸ਼ ਇਹੋ ਜਿਹੇ ਸਬਜੈਕਟ ਸੀਗੇ। ਤੇ ਮੈਂ ਪਟਿਆਲੇ ਮਹਿੰਦਰਾ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਆਈ ਪੋਲੀਟੀਕਲ ਸਾਇੰਸ ਦੇ ਵਿੱਚ, ਤੇ ਮੈਂ BA ਕੀਤੀ ਸੀ ਪੰਜਾਬ ਯੂਨੀਵਰਸਿਟੀ ਤੋਂ। ਤੇ ਮੈਨੂੰ ਲੱਗਿਆ ਕਿ ਉਰੇ ਤਾਂ ਬਹੁਤ ਵੱਡੇ ਵੱਡੇ ਮੁੰਡੇ ਪਿੰਡਾਂ ਤੋਂ ਆਏ ਹੋਏ ਨੇ, ਮੈਂ ਤਾਂ ਨਹੀਂ ਰਹਿ ਸਕਦੀ, ਬਿਕੋਜ਼ ਗਰਲਸ ਕਾਲਜ ਦੇ ਵਿੱਚ ਪੜ੍ਹੀ ਸੀ ਮੈਂ। ਤੇ ਬਟ ਲੇਕਿਨ ਮੈਨੂੰ ਸ਼ੌਕ ਸੀਗਾ। 9th ਕਲਾਸ ਦੇ ਵਿੱਚ ਮੈਂ ਪਹਿਲੀ ਵਾਰੀ ਫੈਂਸੀ ਡਰੈਸ ਦੇ ਵਿੱਚ ਨਾਈਟ ਕੁਈਨ ਬਣੀ, ਤਾਂ ਮੈਨੂੰ ਪੰਜਾਬ ਪੱਧਰ ਤੇ ਪ੍ਰਾਈਜ਼ ਮਿਲਿਆ। ਫਰਸਟ ਜਾਂ ਸੈਕੰਡ ਸੀ, ਆਈ ਡੋਂਟ ਰਿਮੈਂਬਰ, ਮੇ ਬੀ ਸੈਕੰਡ ਹੋਏਗਾ ਜਾਂ ਫਰਸਟ ਹੋਏਗਾ।
ਤੇ ਉਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਤੇ ਮੰਮਾ ਨੇ ਮੈਨੂੰ ਸਪੈਸ਼ਲ ਸਾੜੀ ਬਣਾ ਕੇ ਦਿੱਤੀ ਜਿਹਦੇ ਤੇ ਗੋਟੇ ਦੇ ਸਟਾਰਸ ਬਣਾਏ, ਇਹਦੇ ਪਿੱਛੇ ਮੈਂ ਚੰਦਰਮਾ ਬਣਾਇਆ ਬਹੁਤ ਅੱਛਾ। ਤੇ ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਗਿੱਧਾ ਪਾਣਾ, ਕੁੜੀਆਂ ਹੋਰ ਕੀ ਕਰ ਸਕਦੀਆਂ ਸੀ, ਛੋਟੇ ਮੋਟੇ ਨਾਟਕ, ਜੇ ਕੋਈ ਸਕਿੱਟ ਕਰ ਲੈਣਾ, ਕੋਈ ਕੁਝ ਕਰ ਲੈਣਾ, ਸ਼ੌਕ ਸੀ। ਤੇ ਫਿਰ ਅਸੀਂ ਡਰਾਮੈਟਿਕ ਕਲੱਬ ਬਣਾਇਆ ਇੱਕ, ਉਸ ਦੀ ਮੈਂ ਪ੍ਰੈਜ਼ੀਡੈਂਟ ਬਣੀ ਕਾਲਜ ਦੇ ਵਿੱਚ। ਦੈਨ BA ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ MA ਹੀ ਕਰ ਸਕਦੀ ਹਾਂ, ਹੋਰ ਤਾਂ ਕੀ ਕਰ ਸਕਦੀ ਹਾਂ। ਮੈਂ ਆਪਣੇ ਫਾਦਰ ਨੂੰ ਲੈ ਕੇ ਗਈ ਤਾਂ ਮੇਰੇ ਫਾਦਰ ਕਹਿੰਦੇ ਮਹਿੰਦਰਾ ਕਾਲਜ 'ਚ ਮੈਂ ਪੜ੍ਹਿਆ ਹੋਇਆ, ਚਲੋ ਮੈਂ ਤੈਨੂੰ ਉੱਥੇ ਲੈ ਕੇ ਚੱਲਦਾ। ਜਦ ਮੈਂ ਉੱਥੇ ਗਈ ਤਾਂ ਬਿਲਕੁਲ ਵੱਡੇ ਵੱਡੇ ਮੁੰਡੇ ਸੀਗੇ ਤੇ ਮੈਨੂੰ ਲੱਗਿਆ ਮੈਂ ਤਾਂ ਨਹੀਂ ਇਹਨਾਂ ਵਿੱਚ ਰਹਿ ਸਕਦੀ। ਤੇ ਫਿਰ ਵੀ ਮੈਂ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਲਈ ਮੈਨੂੰ ਪੰਜਾਬ ਯੂਨੀਵਰਸਿਟੀ ਜਾਣਾ ਪਿਆ। ਉੱਥੇ ਸਾਨੂੰ ਕਿਸੇ ਨੇ ਸੁਜੈਸਟ ਕੀਤਾ ਵੀ ਤੁਸੀਂ ਗਾਰਗੀ ਸਾਹਿਬ ਨੂੰ ਮਿਲੋ ਇੱਕ ਵਾਰੀ। ਤਾਂ ਬਾਈ ਚਾਂਸ ਸਾਨੂੰ ਗਾਰਗੀ ਸਾਹਿਬ ਨਾਲ ਉਹਨਾਂ ਨੇ ਮੀਟਿੰਗ ਕਰਾਈ ਤਾਂ ਗਾਰਗੀ ਸਾਹਿਬ ਨੇ ਤਾਂ ਮੈਨੂੰ ਬਿਲਕੁਲ ਹੀ ਮੋਹ ਲਿਆ। ਉਹਨਾਂ ਨੇ ਕਿਹਾ ਵੀ ਤੂੰ ਥੀਏਟਰ ਡਿਪਾਰਟਮੈਂਟ ਲਈ ਬਣੀ ਹੈ। ਤੇ ਮੇਰੇ ਪਾਪਾ ਨੇ ਉਹਨਾਂ ਨੂੰ ਕਿਹਾ ਵੀ ਇਹਦੀ ਮਾਂ ਗੁੱਸੇ ਹੋ ਜਾਏਗੀ, ਇਹ ਥੀਏਟਰ ਦੇ ਵਿੱਚ ਨਹੀਂ ਭੇਜਣਾ ਚਾਹੁੰਦੀ, ਬਿਕੋਜ਼ ਵੀ ਮੇਰੀਆਂ 4 ਭੈਣਾਂ ਸੀਗੀਆਂ, ਮੈਂ ਸਭ ਤੋਂ ਵੱਡੀ ਸੀ, ਬ੍ਰਦਰ ਸਭ ਤੋਂ ਛੋਟਾ ਸੀ। ਤੇ ਉਹ ਕਹਿੰਦੇ ਜੇ ਪਹਿਲੀ ਕੁੜੀ ਨੂੰ ਡਰਾਮਿਆਂ 'ਚ ਪਾ ਦਾਂਗੇ ਤਾਂ ਬਾਕੀ ਕੀ ਕਰਨਗੀਆਂ। ਤੇ ਇਹ ਬੜਾ ਉਹ ਸੀਗਾ, ਖਸਕਾ ਸੀਗਾ। ਤੇ ਗਾਰਗੀ ਸਾਹਿਬ ਨੇ ਕਿਹਾ ਕਿ ਨਹੀਂ, ਕਹਿੰਦੇ ਉਸ ਦਾ ਵਿਆਹ ਹੀ ਕਰਨਾ, ਕਹਿੰਦੇ ਥੀਏਟਰ 'ਚ ਕਰੋਗੇ ਤਾਂ ਵਿਆਹ ਹੋ ਜਾਏਗਾ ਜਲਦੀ, ਵੀ ਥੀਏਟਰ ਤੋਂ ਬਾਅਦ ਤੁਸੀਂ ਵਿਆਹ ਕਰ ਦਿਓ। ਤੇ ਉਹ ਇਹੋ ਜਿਹਾ ਥੀਏਟਰ 'ਚ ਆਇਆ ਕਿ ਥੀਏਟਰ ਵਾਲਿਆਂ ਨਾਲ ਕੋਈ ਵਿਆਹ ਹੀ ਨਹੀਂ ਕਰਾਉਂਦਾ। ਉਸ ਪਹਿਲਾ ਉਹ ਫਿਰ ਮੈਂ ਕਿਹਾ ਡੈਡੀ ਮੈਂ ਨਹੀਂ ਉੱਥੇ ਮਹਿੰਦਰਾ ਕਾਲਜ ਜਾਣਾ, ਕਿ ਲੈਸ ਜੁਆਇਨ ਆਪਾਂ ਗਾਰਗੀ ਸਾਹਿਬ ਕੋਲ ਜੁਆਇਨ ਕਰਦੇ ਹਾਂ। ਸੋ ਗਾਰਗੀ ਸਾਹਿਬ ਕੋਲ ਮੈਂ ਥੀਏਟਰ ਜੁਆਇਨ ਕੀਤਾ, ਜਿੱਥੇ ਰਾਣੀ ਬਲਬੀਰ ਕੌਰ ਮੈਮ ਤੇ ਮਹਿੰਦਰ ਜੀ ਐਂਡ ਕੁਮਾਰ ਵਰਮਾ, ਦੇ all three they were my teachers. So I am proud of my teachers ਕਿ ਉਹਨਾਂ ਤੋਂ ਮੈਂ ਇੰਨਾ ਸਿੱਖਿਆ ਕਿ ਮੇਰਾ ਪਹਿਲਾ ਪਲੇ ਮਿਰਜ਼ਾ ਸਾਹਿਬਾ ਸੀ। ਕਿ ਮੈਨੂੰ ਪਹਿਲਾ ਪਲੇ, ਜਿਵੇਂ ਮੈਂ ਜੁਲਾਈ 'ਚ ਐਡਮਿਟ ਹੋਈ ਤਾਂ ਮੈਨੂੰ ਸੈਪਟੰਬਰ ਦੇ ਵਿੱਚ ਅਸੀਂ ਦਾ ਸ਼ੋਅ ਕੀਤਾ ਤੇ ਉਹ ਲੋਹਾਰਾ ਖੁੱਡਾ PGI ਦੇ ਪਿੱਛੇ ਇੱਕ ਪਿੰਡ ਹੈ, ਉੱਥੇ ਸਟੇਜ ਬਣਾ ਕੇ, ਕੱਚੀ ਸਟੇਜ ਨੂੰ ਲਿਪਟ ਕੇ ਅਸੀਂ ਉਹ ਕੀਤਾ ਔਰ ਮੈਨੂੰ ਸਾਹਿਬਾਂ ਦਾ ਰੋਲ ਮਿਲਿਆ। ਉਸ ਵਿੱਚ ਹੈਰੀ ਬਵੇਜਾ ਜਿਨ੍ਹਾਂ ਨੇ 4 ਸਾਹਿਬਜ਼ਾਦੇ ਫਿਲਮ ਬਣਾਈ ਹੈ, ਅਨੁਪਮ ਖੇਰ ਕਮੂ ਬਾਮਨ ਦਾ ਰੋਲ ਕਰ ਰਿਹਾ ਸੀ ਤੇ ਹੋਰ ਸਾਰੇ। ਤੇ ਉੱਥੇ ਫਿਰ ਕਲਾਸ ਦੇ ਵਿੱਚ ਇਹ ਸੀ, ਗਾਰਗੀ ਸਾਹਿਬ ਕਹਿੰਦੇ ਮੈਨੂੰ ਮਿਰਜ਼ਾ ਸਿੰਗਿੰਗ ਚਾਹੀਦਾ। ਸੋ ਉਹ ਕਰਦੇ ਕਰਦੇ ਦੈਨ ਮੇਰੇ ਮਮਾ 3 ਮਹੀਨੇ ਮੇਰੇ ਪਾਪਾ ਨਾਲ ਨਹੀਂ ਬੋਲੇ ਕਿ ਤੁਸੀਂ ਕੁੜੀ ਨੂੰ ਥੀਏਟਰ 'ਚ ਕਿਉਂ ਪਾਤਾ। ਪਰ ਮੈਂ ਗਾਰਗੀ ਸਾਹਿਬ ਕਹਿੰਦੇ ਆਈ ਵਿਲ ਇਨਵਾਈਟ ਯੂਰ ਮਦਰ। ਸੋ ਮੇਰੇ ਮਦਰ ਨੂੰ ਉਹਨਾਂ ਨੇ ਇਨਵਾਈਟ ਕੀਤਾ, ਮੇਰੇ ਮਦਰ ਪਲੇ ਦੇਖਣ ਆਏ। ਗਿਆਨੀ ਜੈਲ ਸਿੰਘ ਉਦੋਂ CM ਸੀ, ਉਹ ਵੀ ਪੁੰਜੇ ਬੈਠ ਕੇ ਪਲੇ ਦੇਖ ਕੇ ਗਏ। ਤੇ ਉਸ ਟਾਈਮ ਤੋਂ ਬਾਅਦ ਮੰਮਾ ਨੇ ਅੱਜ ਤੱਕ ਮੈਨੂੰ ਨਹੀਂ ਕਿਹਾ ਕਿ ਤੂੰ ਥੀਏਟਰ ਕਿਉਂ ਕਰਦੀ। ਸੋ ਦੈਟ ਵਾਸ ਮਾਈ ਸ਼ੁਰੂਆਤ। ਯਾਨੀ ਇਹੀ ਹੁੰਦਾ ਕਿ ਅਸੀਂ ਬੜੀ ਵਾਰੀ ਕਹਿੰਦੇ ਕਿ ਜਿਹੜਾ ਪਹਿਲਾ ਪ੍ਰਭਾਵ ਹੁੰਦਾ ਨਾ ਕੋਈ ਵੀ, ਸੋ ਤੁਹਾਡਾ ਪਹਿਲਾ ਪ੍ਰਭਾਵ ਹੀ ਨਾਟਕ ਦਾ ਮਾਂ-ਬਾਪ ਤੇ ਇੰਨਾ ਖੂਬਸੂਰਤ ਸੀ ਕਿ ਉਹਨਾਂ ਕਦੀ ਮਨਾ ਹੀ ਨਹੀਂ ਕੀਤਾ। ਔਰ ਮੇਰਾ ਖਿਆਲ ਜੇ ਮਨਾ ਕਰਦੇ ਤੇ ਅਸੀਂ ਇੱਕ ਬਿਹਤਰੀਨ ਅਦਾਕਾਰਾ ਕੋਲੋਂ ਵਾਂਝੇ ਰਹਿ ਜਾਣਾ ਸੀ ਪੰਜਾਬੀ ਦਾ। ਬਿਲਕੁਲ। ਔਰ ਉਸ ਡਰਾਮੇ ਦੇ ਵਿੱਚ ਇੰਨੇ ਵੱਡੇ ਵੱਡੇ ਸਟਾਰ ਸੀ ਕਿ ਕਿਰਨ ਖੇਰ, ਜਿਹਨੂੰ ਕਿਰਨ ਠਾਕੁਰ ਸਿੰਘ ਕਿਹਾ ਜਾਂਦਾ ਸੀ, ਉਹਨਾਂ ਨੇ ਸਾਰੇ ਕਾਸਟਿਊਮ ਡਿਜ਼ਾਈਨ ਕੀਤੇ, ਜੁਐਲਰੀ ਡਿਜ਼ਾਈਨ ਕੀਤੀ ਸਪੈਸ਼ਲ। ਮਤਲਬ ਥੀਏਟਰ ਦੇ ਵਿੱਚ ਉਦੋਂ ਇਹ ਨਹੀਂ ਸੀਗਾ ਕਿ ਮੈਂ ਇਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ, ਸਾਰੇ ਪਾਰਟਿਸਿਪੇਟ ਇੱਕ ਯੱਗ ਦੀ ਤਰ੍ਹਾਂ ਕਰਦੇ ਸੀ। ਇਹ ਜਿਹੜੇ ਤੁਸੀਂ ਜਿਸ ਤਰ੍ਹਾਂ ਸੁਨੀਤਾ ਜੀ, ਇੱਕ ਪੂਰਾ ਟੀਮ ਵਰਕ ਸੀ ਥੀਏਟਰ ਦੇ ਵਿੱਚ, ਹਾਲਾਂਕਿ ਹੁਣ ਦੇ ਸਮੇਂ ਵਿੱਚ ਬਹੁਤ ਘਟ ਗਿਆ ਵਾ, ਪਰ ਉੱਤੇ ਆਪਾਂ ਫੇਰ ਆਉਂਦੇ ਆ। ਮੈਨੂੰ ਇਹ ਦੱਸੋ, ਤੁਸੀਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਸਾਰਾ ਗਾਰਗੀ ਸਾਹਿਬ ਨਾਲ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਜਿਹੜੀ ਟੀਚਿੰਗ ਦਾ ਸਟਾਈਲ ਸੀ, ਅਸੀਂ ਥੋੜਾ ਜਿਹਾ ਕੁਝ ਗਾਰਗੀ ਸਾਹਿਬ ਬਾਰੇ ਸਾਡੇ ਨਾਲ ਸ਼ੇਅਰ ਕਰੋ। ਉਹ ਕਿਉਂਕਿ ਤੁਹਾਡੇ ਟੀਚਰ ਵੀ ਸੀ, ਤੁਹਾਡੇ ਡਾਇਰੈਕਟਰ ਵੀ ਸੀ, ਉਹ ਨਾਟਕਕਾਰ ਵੀ ਸੀ, ਜਿਨ੍ਹਾਂ ਨੂੰ ਬਹੁਤ ਤੁਸੀਂ ਨੇੜੇ ਤੋਂ ਦੇਖਿਆ ਜਾਣਿਆ। ਸੋ ਉਹਨਾਂ ਬਾਰੇ ਵੀ ਕੁਝ ਥੋੜਾ ਜਿਹਾ ਹੋਰ ਦੱਸੋ। ਗਾਰਗੀ ਸਾਹਿਬ ਨਾਲ ਵੈਰੀ ਗੁੱਡ ਟੀਚਰ। ਤਾਂ ਥੀਏਟਰ ਸਿਖਾਉਣ ਵਾਲੇ ਮੈਨੂੰ ਉਹੀ ਨੇ ਤੇ ਮੈਂ ਕਹਾਂਗੀ। ਤੇ ਇੱਕ ਦਿਨ ਮੈਨੂੰ ਇਹ ਸੀਗਾ ਕਿ ਮੈਂ ਵੀਕਐਂਡ ਤੇ ਹਰ ਹਫਤੇ ਧੂਰੀ ਨਹੀਂ ਜਾ ਸਕਦੀ ਸੀ, ਤਾਂ ਮੈਂ ਵੀਕਐਂਡ ਤੇ ਆਪਣੇ ਲੋਕਲ ਗਾਰਡੀਅਨ ਕੋਲ ਚਲੇ ਜਾਂਦੇ ਸੀ, ਮੇਰੇ ਭੂਆ ਜੀ ਰਹਿੰਦੇ ਸੀ ਤੇ ਉਹ ਸੈਟਰਡੇ ਸੰਡੇ ਮੈਂ ਉੱਥੇ ਚਲੀ ਜਾਂਦੀ ਸੀ। ਤਾਂ ਮੰਡੇ ਸਵੇਰੇ ਉਹ ਮੈਨੂੰ ਛੱਡਣ ਆਉਂਦੇ। ਅੰਕਲ ਦਾ ਆਫਿਸ, ਹੀ ਵਾਸ ਡਾਇਰੈਕਟਰ ਲੈਂਗੁਏਜ ਹਰਿਆਣਾ ਦੇ, ਤੇ ਉਹਨਾਂ ਨੇ ਕੀ ਕੀਤਾ, ਉਹ ਮੈਨੂੰ ਪਹਿਲਾਂ ਹੀ ਛੱਡ ਗਿਆ 8, ਸਵਾ 8 ਵਜੇ। ਗਾਰਗੀ ਸਾਹਿਬ ਵਾਸ ਯੂਜ਼ਡ ਟੂ ਕਮ ਐਟ 8 o'clock in the office। ਉਹਨਾਂ ਨੇ ਦੇਖ ਲਿਆ ਵੀ ਸੁਨੀਤਾ ਆਈ ਹੈ ਔਰ ਆ ਕੇ ਸਿੱਧੀ स्टूडियो चली गई। और मेरे पीछे पीछे आए हौली हौली, सुनीता कहाँ थे आप? मैं कहा सर मैं लोकल बुआ जी के पास गई थी, हॉस्टल में नहीं थी इसलिए जल्दी आ गए, चलो प्रैक्टिस करो। मैनू कहंदे रोल तो मैनू मिले ही होया सी। मैनू कहंदे मतलब मेरा हाल के 3rd 4th डे सीगा। मैनू कहंदे ओ जिहड़ा चंडीगढ़ वाला स्टूडियो थिएटर है, कहंदे एक खुंजे तो दूजे खुंजे तक जाके आवाज मार के उत्थे डिग जाओ, मिर्ज़ा कहंदा कह के।
ਮੈਂ ਮਤਲਬ I was so rugged and all this thing, ਮੈਂ ਮਿਟ ਜਾ ਕਹਿ ਕੇ ਗਈ, ਮੈਨੂੰ ਕਹਿੰਦੇ ਪਤਾ ਤੇਰੀ ਟੋਨ ਕੀ ਆ, ਕਹਿੰਦੀ ਹਰਾਮਜ਼ਾਦਿਆ। ਦਿਸ ਵਾਸ ਗਾਰਗੀ, ਮਤਲਬ ਦਿਸ ਵਾਸ ਗਾਰਗੀ। ਉਹਨਾਂ ਨੇ ਮੇਰੇ ਗੋਡੇ ਗੁੱਡੇ ਭੰਨ ਤੇ 20-25 ਵਾਰੀ ਮੈਨੂੰ ਗਿਰਾਇਆ ਉੱਥੇ। ਫਿਰ ਮੈਨੂੰ ਆਪ ਆਪਣੀ ਗੱਡੀ ਸਟੈਂਡਰਡ ਤੇ ਬਿਠਾ ਕੇ ਹੈਲਥ ਸੈਂਟਰ ਲੈ ਕੇ ਗਏ, ਥੋੜੀ ਦੂਰ ਤੇ ਹੈਲਥ ਸੈਂਟਰ ਹੈ, ਔਰ ਮੇਰੇ ਗੋਡੇ ਗੁੱਡੇ ਟੁੱਟੇ, ਮੇਰਾ ਹਫਤਾ ਲੱਗ ਗਿਆ ਠੀਕ ਹੋਣ ਨੂੰ। ਬਟ ਐਟਲੀਸਟ ਆਈ ਕੁਡ ਲਰਨ ਟੂ ਨਰੇਟ ਕਿ ਮਿਰਜ਼ਾ ਦੌੜ ਕੇ ਕਿਵੇਂ ਪੈਸ਼ਨਸ ਦੇ ਨਾਲ ਡਿੱਗ ਕੇ ਕਹਿਣਾ। ਸੋ ਇਹ ਚੀਜ਼ਾਂ ਜਿਹੜੀਆਂ ਸੀ ਇਹ ਗਾਰਗੀ ਇਸੇ ਸਟਾਈਲ ਨਾਲ ਸਿਖਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਇਕੱਲੇ ਐਕਟਰ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਫਿਰ ਉਹ ਕਹਿੰਦੇ ਸੀ ਪੈਸ਼ਨਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਦਿੰਦੇ ਸੀ। ਜੇ ਤੁਸੀਂ ਸਟੇਜ ਤੇ ਹੱਸ ਸਕਦੇ ਹੋ, ਰੋ ਸਕਦੇ ਹੋ, ਦੈਨ ਹੀ ਸੇਜ਼ ਯੂ ਆਰ ਐਨ ਐਕਟਰ। ਸੋ ਉਹਨਾਂ ਦੀ ਬਹੁਤ ਸਿੰਪਲ ਥਿਊਰੀ ਸੀ। ਸੋ ਉਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਸੀ ਗਾਰਗੀ ਦੇ ਵਿੱਚ। ਦੈਨ ਹੀ ਵਿਲ ਪ੍ਰੈਜ਼ੈਂਟ ਯੂ ਇਨ ਅ ਵੈਰੀ ਗਲੈਮਰਸ ਵੇ। ਜਿਵੇਂ ਪੁਰਾਣੇ ਡਾਇਰੈਕਟਰ ਤੁਸੀਂ ਦੇਖੋ ਜਿਹੜੇ ਸੀਗੇ, ਉਹੀ ਸਟਾਈਲ ਉਹਨਾਂ ਦਾ ਸੀਗਾ, ਤਾਂ ਕਿ ਬੇਸਿਕਲੀ ਉਹ ਬਹੁਤ ਜ਼ਿਆਦਾ ਡਾਇਰੈਕਟ ਨਹੀਂ ਸੀ ਕਰਦੇ। ਹੀ ਵਾਜ਼ ਅ ਰਾਈਟਰ ਮੇਨਲੀ, ਬਟ ਵਿਜ਼ਨ ਬਹੁਤ ਸੀ ਉਹਨਾਂ ਦੀ, ਇਮੈਜਿਨੇਸ਼ਨ ਬਹੁਤ ਅੱਛੀ ਸੀ। ਸੋ ਉਸ ਕਰਕੇ ਜਿਹੜੇ ਉਹ ਕਲਰਸ ਨੂੰ, ਪਿਕਚਰਸ ਆਪ ਕਲਿੱਕ ਕਰਦੇ ਸੀ ਪਲੇ ਦੀਆਂ, ਔਰ ਜੋ ਕਲੋਜ਼ਅਪ ਉਹ ਕਲਿੱਕ ਕਰਦੇ ਸੀ, ਮੇਰਾ ਨਹੀਂ ਖਿਆਲ ਕੋਈ ਹੋਰ ਕਰ ਸਕਦਾ। ਹਜੇ ਵੀ ਮੇਰੇ ਕੋਲ ਉਹਦੀਆਂ ਫੋਟੋਆਂ ਪਈਆਂ ਨੇ, ਮੈਂ ਤੁਹਾਨੂੰ ਬੁੱਕਲੀ ਭੇਜੀਆਂ ਸੀ ਮਿਰਜ਼ਾ ਸਾਹਿਬਾਂ ਦੀਆਂ। ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਗਾਰਗੀ ਸਾਹਿਬ ਹੀ ਸਿਖਾ ਸਕਦੇ ਆ। ਫਿਰ ਨਾਲ ਨਾਲ ਉਹ ਲਾਈਫ 'ਚ ਕਿਵੇਂ ਜਿਉਣਾ ਹੈ, ਕਿਵੇਂ ਮੈਨੂੰ ਸਾਨੂੰ ਸਿਖਾਉਂਦੇ ਹੁੰਦੇ ਸੀ। ਇੱਕ ਬੰਦੇ ਨੇ ਸਾਡੇ ਉੱਥੇ ਬਾਥਰੂਮ ਦੇ ਡੋਰ ਹੁੰਦੇ ਸੀ ਕਿ ਉਹ ਦੋਨੇ ਸਾਈਡ ਤੇ ਖੁੱਲਦੇ ਸੀ ਸਪਰਿੰਗ ਵਾਲੇ, ਤਾਂ ਮੁੰਡੇ ਆਉਂਦੇ ਸੀ, ਉਹ ਪੈਰ ਮਾਰ ਕੇ ਕਰਦੇ, ਅੱਗੇ ਗਾਰਗੀ ਸਾਹਿਬ ਹੁੰਦੇ ਸੀ, ਤੇ ਉਹਨਾਂ ਨੇ ਦੇਖ ਲੈਣਾ ਕਿ ਇਹ ਦਰਵਾਜ਼ੇ ਤੋੜਨ ਦੇ ਕੰਮ ਕਰਦੇ ਨੇ। ਫਿਰ ਉਹ ਹੌਲੀ ਹੌਲੀ ਬੱਚਿਆਂ ਨੂੰ ਸਿਖਾਉਂਦੇ ਸੀ ਕਿ ਇਫ ਯੂ ਵਾਂਟ ਟੂ ਗੋ ਟੂ ਐਨੀ ਪਲੇਸ, ਯੂ ਜਸਟ ਸਲਾਈਟਲੀ ਓਪਨ ਦਾ ਡੋਰ ਹੈ, ਫਿਰ ਉਹਦੇ ਅੰਦਰ ਜਾਓ, ਫਿਰ ਆਰਾਮ ਨਾਲ ਆਪਣਾ ਕੰਮ ਕਰਕੇ ਵਾਪਸ ਆਓ, ਦਰਵਾਜ਼ਾ ਬੰਦ ਕਰੋ। ਦਿਸ ਇਜ਼ ਕਰਟਸੀ। ਫਿਰ ਉਹ ਇੱਕ ਉਹਨਾਂ ਦੀ ਮੈਨੂੰ ਗੱਲ ਬਹੁਤ ਯਾਦ ਹੈ ਕਿ ਜੇ ਚਾਹ ਪੀਣੀ ਹੈ, ਉਹ ਕਹਿੰਦੇ ਬੈਸਟ ਕੱਪ ਹੋਣਾ ਚਾਹੀਦਾ, ਜਿਹੜੀ ਕਰੋਕਰੀ ਦਾ। ਮੈਂ ਕਿਹਾ ਸਰ ਕਿਉਂ ਹੋਣਾ ਚਾਹੀਦਾ? ਕਹਿੰਦੇ ਕਿਉਂਕਿ ਕੱਪ ਇਜ਼ ਲਾਈਕ ਅ ਬਿਲਵਡ, ਯੂ ਹੋਲਡ ਇਟ, ਸਿਪ ਇਟ, ਕਿਸ ਇਟ। ਸੋ ਦਿਸ ਵਾਸ ਦ ਸਟਾਈਲ ਆਫ ਗਾਰਗੀ। ਕਿਆ ਬਾਤ ਹੈ, ਬਹੁਤ ਵਧੀਆ। ਇਹੀ ਮੈਂ ਚਾਹੁੰਦਾ ਸੀ ਕਿ ਇਹ ਚੀਜ਼ਾਂ ਸ਼ੇਅਰ ਹੋਣ, ਕਿ ਜਦੋਂ ਤੁਸੀਂ ਕੋਈ ਪੈਸ਼ਨ ਦੇ ਨਾਲ, ਤੁਹਾਡੇ ਅੰਦਰ ਉਹ ਪੈਸ਼ਨ ਹੈ, ਤੇ ਥੀਏਟਰ ਤੁਸੀਂ ਹਰ ਇੱਕ ਚੀਜ਼ ਨੂੰ ਕਿਵੇਂ ਤੁਸੀਂ ਹੈਂਡਲ ਕਰਦੇ ਹੋ, ਕਿਵੇਂ ਟੱਚ ਕਰਦੇ ਹੋ ਉਸ ਚੀਜ਼ ਨੂੰ, ਕਿਵੇਂ ਟੱਚ ਕਰਦੇ ਹੋ, ਕਿਵੇਂ ਟੱਚ ਕਰਦੇ ਹੋ, ਬਹੁਤ ਜ਼ਰੂਰੀ, ਬੜਾ ਇੰਪੋਰਟੈਂਟ ਹੈ ਕਿ ਤੁਸੀਂ ਘਰ ਦੀਆਂ ਚੀਜ਼ਾਂ ਨੂੰ ਵੀ, ਕਿਸੇ ਕੱਪੜੇ ਨੂੰ ਵੀ, ਕਿਸੇ ਰੱਖੀ ਹੋਈ ਗੱਦੀ ਨੂੰ ਵੀ, ਰਜਾਈ ਨੂੰ ਵੀ ਕਿਵੇਂ ਟੱਚ ਕਰਦੇ। ਉਹ ਜਿਹੜਾ ਇੱਕ ਪੈਸ਼ਨ ਹੈ ਨਾ, ਉਹ ਤੁਹਾਨੂੰ ਥੀਏਟਰ ਦੇ ਵਿੱਚ ਐਸਥੈਟਿਕ ਵੀ ਸਿਖਾਉਂਦਾ ਹੈ। ਐਸਥੈਟਿਕਸ ਵੀ, ਬਿਲਕੁਲ। ਔਰ ਸਾਡੇ ਨਾਲ ਇਧਰੋਂ ਮੈਡਮ ਨਵਨਿੰਦਰਾ ਬਹਿਲ ਵੀ ਜੁੜੇ ਹੋਏ ਨੇ। ਬਹਿਲ ਮੈਮ ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਕੋਈ ਗੱਲ ਨਹੀਂ, ਪਰ ਸਤਿ ਸ਼੍ਰੀ ਅਕਾਲ। ਤੇ ਠੀਕ ਹੈ, ਹੁਣ ਆ ਰਹੀ ਹੈ? ਜੀ ਜੀ, आगे आगे। हेलो हेलो सुनीता, वेलकम वेलकम। जी ਕੀ ਹਾਲ ਹੈ ਤੁਹਾਡਾ? ठीक है, ਥੈਂਕ ਯੂ, ਨਾਈਸ ਟੂ ਸੀ ਯੂ। ਤੇ ਸੁਨੀਤਾ ਜੀ, ਆਪਾਂ ਹੁਣ ਅੱਗੇ ਤੁਰਦੇ ਹਾਂ ਕਿ ਤੁਹਾਡੇ ਕੋਲ ਇਸ ਤੋਂ ਅਗਲਾ ਪੜਾਅ ਹੁੰਦਾ ਹੈ ਕਿ ਅਸੀਂ ਤੁਹਾਨੂੰ ਬਹੁਤ, ਜਦੋਂ ਦੂਰਦਰਸ਼ਨ ਵਾਲਾ ਯੁੱਗ ਆਇਆ ਹੈ ਨਾ, ਤੇ ਉਸ ਯੁੱਗ ਦੇ ਵਿੱਚ ਵੀ ਦੂਰਦਰਸ਼ਨ ਦੇ ਉੱਤੇ ਬੜਾ ਡਿਫਰੈਂਟ ਤੁਸੀਂ, ਤੁਹਾਡਾ ਐਕਸਪੀਰੀਅੰਸ ਹੈ ਕਿ ਉਹਦੇ ਵਿੱਚ ਤੁਸੀਂ ਸ਼ਾਮਲ ਹੋਏ। ਫਿਰ ਉਹ ਥੀਏਟਰ ਵਾਲੀ ਦੁਨੀਆ ਚੋਂ ਉਧਰਲੇ ਪਾਸੇ ਨੂੰ ਸ਼ਿਫਟ ਹੋਣ ਲੱਗਿਆ, ਉਹ ਕਿਸ ਤਰ੍ਹਾਂ ਦਾ ਇੱਕ ਫੇਜ਼ ਸੀਗਾ, ਉਹਦੇ ਬਾਰੇ? ਐਕਚੁਅਲੀ ਇੰਡੀਅਨ ਥੀਏਟਰ ਪਾਸ ਕਰਨ ਤੋਂ ਬਾਅਦ ਮੈਂ 2.5 ਸਾਲ ਰੈਪਰਟਰੀ ਦੇ ਵਿੱਚ ਰਹੀ, ਜਿਹੜੀ ਪੰਜਾਬ ਡਰਾਮਾ ਰੈਪਰਟਰੀ ਸੀਗੀ। That was a very wonderful experience in my life. ਉੱਥੇ ਅਸੀਂ ਉਹ ਪਲੇਸ ਕੀਤੇ ਜੋ ਨੈਸ਼ਨਲ ਲੈਵਲ ਤੇ ਸੀਗਾ ਥੀਏਟਰ। ਆਲ ਡਾਇਰੈਕਟਰਸ ਫਰੋਮ NSD ਔਰ ਲੋਕਲ ਪੰਜਾਬੀ ਡਾਇਰੈਕਟਰਸ ਨੇ ਮਿਲ ਕੇ ਇੱਕ ਅੱਛਾ ਕੰਮ ਕੀਤਾ। ਉਸ ਤੋਂ ਸਭ ਤੋਂ ਪਹਿਲਾਂ ਅਸੀਂ ਪਲੇ ਕੀਤਾ ਸੀਗਾ ਕੋਕੇਸ਼ਨ ਚੌਕ ਸਰਕਲ, ਮਿੱਟੀ ਨਾ ਹੋਵੇ ਮਤਰੇਈ। ਤਾਂ ਉਸਦੀ ਜਿਹੜੀ ਸਕ੍ਰਿਪਟ ਹੈ ਅਮਿਤੋਜ ਤੇ ਅਮਰਜੀਤ ਸਿੰਘ ਚੰਦਨ ਹੁਣਾਂ ਨੇ ਲਿਖੀ, ਤੁਹਾਨੂੰ ਪਤਾ ਹੀ ਹੈ, ਤੇ MK ਰਾਣਾ ਨੇ ਡਾਇਰੈਕਟ ਕੀਤਾ। ਤੇ ਉਹ ਪਲੇ ਦੇ ਅਸੀਂ 79 ਸ਼ੋਜ਼, ਨਹੀਂ, ਉਸ ਪਲੇ ਦੇ ਮੇਰੇ ਖਿਆਲ ਅਸੀਂ 35 ਸ਼ੋਜ਼ ਕੀਤੇ। ਉਸ ਤੋਂ ਬਾਅਦ ਫਿਰ ਕੇਸਰੋ ਪਲੇ ਕੀਤਾ, ਕੇਸਰੋ ਦੇ ਅਸੀਂ 79 ਸ਼ੋਜ਼ ਕੀਤੇ ਆਲ ਓਵਰ ਪੰਜਾਬ। ਮਤਲਬ ਉਸ ਟਾਈਮ ਪੰਜਾਬ ਦੇ ਕੈਲੰਡਰ ਤੇ ਮੇਰੀ ਫੋਟੋ ਸੀ ਕੇਸਰੋ ਦੀ। ਮਤਲਬ ਇਟ ਵਾਸ ਸੋ ਪਪੂਲਰ, ਵੂਮਨ ਐਜੂਕੇਸ਼ਨ ਤੇ ਸੀਗਾ, ਐਡਲਟ ਵੂਮਨ ਫਰੈਂਚਾਈਜ਼ ਐਜੂਕੇਸ਼ਨ। ਸੋ ਉਹ ਬਹੁਤ ਹੀ ਅੱਛਾ ਪਲੇ ਸੀਗਾ ਕਿ ਲੋਕਾਂ ਨੂੰ ਲੱਗਦਾ ਸੀ ਇਹੋ ਜਿਹੇ ਨਾਟਕ ਵੀ ਹੋ ਸਕਦੇ ਨੇ। ਉਹੀ ਫੋਕ ਐਲੀਮੈਂਟਸ, ਕਲਰਫੁਲ, ਪਿੰਡ ਦੇ ਸਟਾਕ ਕੈਰੈਕਟਰਸ ਐਂਡ ਸਾਰੇ ਸਿੰਗਿੰਗ, ਪਾਰਟਿਸਿਪੇਸ਼ਨ, ਯੂ ਨੋ, ਪੈਸ਼ਨਸ ਕੇ ਇੱਕ ਔਰਤ ਦਾ ਘਰ ਵਾਲਾ ਛੱਡ ਕੇ ਚਲਾ ਗਿਆ, ਕਿਵੇਂ ਉਹ ਜੀਏਗੀ। ਤਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਬੜੀਆਂ ਅੱਛਾ ਲੱਗਦੀਆਂ। ਪਿੰਡ ਪਿੰਡ ਜਾ ਕੇ ਕੀਤਾ
ਐਂਡ ਉਸ ਦੇ ਵੀ ਮੇਰਾ ਬੜੀ ਇੱਕ ਯਾਦਾਸ਼ਤ ਮਤਲਬ ਗੱਲ ਹੈ ਕਿ ਉੱਥੇ ਸਾਡੇ ਬਹੁਤ ਅੱਛੇ ਐਕਟਰ ਸੀ ਨਾਲ। ਬਲਦੇਵ ਗਿੱਲ ਉੱਥੇ ਸੀ, ਚੰਨੀ ਉੱਥੇ ਸੀ, ਦੈਨ NSD ਤੋਂ ਐਕਟਰ ਸੀਗੇ, ਅਰਚਨਾ ਸਿੱਧੂਜ਼ ਐਂਡ ਦਿਸ ਮੋਹਨ ਬੱਗਨ ਐਂਡ ਹਿਸ ਵਾਈਫ, ਤੇ ਰਾਣਾ ਜੰਗ ਬਹਾਦਰ। ਅਸੀਂ ਸਾਰੇ ਉੱਥੇ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕੀਤਾ। ਟਿਵਾਣਾ ਸਾਹਿਬ ਆਏ, ਉੱਥੇ ਚਮਕੌਰ ਦੀ ਗੜੀ ਪਲੇ ਕੀਤਾ। ਉਸ ਤੋਂ ਬਾਅਦ ਕੇਸਰੋ ਉਸ ਤੋਂ ਪਹਿਲਾਂ ਕੀਤਾ। ਕੇਸਰੋ ਦੇ ਵਿੱਚ ਸਾਡਾ ਜਲੰਧਰ ਸ਼ੋਅ ਸੀਗਾ, ਤਾਂ ਸ਼ੋਅ ਸ਼ੁਰੂ ਹੋਣ ਵਾਲਾ ਸੀ, ਅੱਧਾ ਘੰਟਾ ਰਹਿੰਦਾ ਸੀ, ਤੇ ਮੈਂ ਕਿਹਾ ਮੇਰਾ ਆਈਬ੍ਰੋ ਠੀਕ ਨਹੀਂ ਲੱਗ ਰਿਹਾ। ਮੈਂ ਲੈ ਕੇ ਬਲੇਡ ਆਪਣਾ ਆਈਬ੍ਰੋ ਠੀਕ ਕਰਨ ਲੱਗ ਗਈ। ਉਹ ਬਲੇਡ ਨਾਲ ਕੀ ਸੀ, ਮੇਰਾ ਅੰਗੂਠਾ ਕੱਟ ਗਿਆ। ਐਂਡ ਸ਼ੋਅ ਤੋਂ ਪਹਿਲਾਂ ਅੱਧਾ ਘੰਟਾ ਰਹਿੰਦਾ ਸੀ। ਚੰਨੀ ਟੁਕ ਮੀ ਟੂ, ਉੱਥੇ ਲੋਕਲ ਨਰਸਿੰਗ ਹੋਮ ਹੈ ਕਈ ਦੂਰਦਰਸ਼ਨ ਦੇ ਸਾਹਮਣੇ, ਤੁਹਾਨੂੰ ਯਾਦ ਹੋਣਾ। ਹਾਂ, ਉਹ ਮੈਨੂੰ ਫਟਾਫਟ ਉੱਥੇ ਲੱਗਿਆ, ਮੇਰੇ 3 ਸਟਿਚਸ ਲੱਗੇ, ਉਹ ਪੂਰਾ ਕੱਪ ਪਾਣੀ ਉਹਦਾ ਬਲੱਡ ਦਾ ਭਰ ਗਿਆ, ਉਹ ਕੋਲ ਕੱਪ ਹੀ ਪਿਆ ਸੀ, ਮੈਂ ਉਹਦੇ 'ਚ ਹੀ। ਤੇ ਉਹ ਮੈਨੂੰ ਲੈ ਕੇ ਗਿਆ ਫਟਾਫਟ, ਉਹਨਾਂ ਨੇ ਮੈਨੂੰ 3 ਸਟਿਚਸ ਦਿੱਤੇ, ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਸਾ ਇੰਜੈਕਸ਼ਨ ਲਗਾਇਆ ਕਿ ਮੈਂ ਪੂਰੀ ਪਲੇ 'ਚ ਮੈਂ ਹੀ ਬੋਲਦੀ ਹਾਂ 2.5 ਘੰਟੇ ਉੱਥੇ ਕੇਸਰੋ ਦੇ ਵਿੱਚ। ਤੇ ਉਹ ਬੋਲ ਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਸੱਟ ਲੱਗੀ ਹੈ ਕਿ ਨਹੀਂ। ਐਂਡ ਦ ਮੋਮੈਂਟ ਸ਼ੋਅ ਖਤਮ ਹੋਇਆ, I was dead tired. So ਉਹ ਛੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਯਾਦ ਰਹਿੰਦੀਆਂ। ਉਸ ਰੈਪਰਟਰੀ ਦੇ ਜਿਹੜੇ ਬੰਦੇ ਮਤਲਬ ਐਕਟਰ ਸੀਗੇ, ਉਹ ਹਜੇ ਤੱਕ ਵੀ ਆਰ ਵੈਰੀ ਗੁੱਡ ਫਰੈਂਡ। ਕਮਲ ਤਿਵਾੜੀ, ਸਾਰੇ ਮਤਲਬ ਵੀ ਕ੍ਰੀਏਟਡ ਹਾਈਟਸ ਕਿ ਮਿਊਜ਼ਿਕ ਵਾਲੇ ਬੁਲਾ ਰਹੇ ਹੋ ਔਰ ਨਾਲ ਤੁਹਾਡੇ ਫੋਕ ਸਿੰਗਰਸ, ਔਰ ਉਹਨਾਂ ਨੂੰ ਤੁਸੀਂ ਲੈ ਕੇ ਮਤਲਬ ਕਰ ਰਹੇ ਹੋ। ਇੱਕ ਰਿਵਾਈਵਲ ਆਫ ਥੀਏਟਰ ਸੀਗਾ ਉਸ ਰੈਪਰਟਰੀ ਦੇ ਵਿੱਚ ਜਿਹੜਾ ਸੀਗਾ। ਮੇਰੇ ਖਿਆਲ ਤੋਂ ਬਜਾਜ ਸਾਹਿਬ ਨੇ ਵੀ ਸ਼ਾਇਦ, ਬਜਾਜ ਸਾਹਿਬ ਨੇ ਮੁਕਤਧਾਰਾ, ਬਲਰਾਜ ਪੰਡਿਤ ਨੇ ਪੌਣ ਤੜਾਗੀ, ਏਦਾਂ ਦੇ ਪਲੇ ਕੀਤੇ। ਮਤਲਬ ਜਿੰਨੇ ਵੀ ਟੌਪ ਡਾਇਰੈਕਟਰ ਸੀਗੇ, ਪਤਾ ਉਸ ਟਾਈਮ ਲੱਗਦਾ ਸੀ ਤੁਸੀਂ ਥੀਏਟਰ ਛੱਡ ਹੀ ਨਹੀਂ ਸਕਦੇ। ਫਿਰ ਬਜਾਜ ਸਾਹਿਬ ਪੰਜਾਬੀ ਯੂਨੀਵਰਸਿਟੀ ਆ ਗਏ, ਉਹ ਮੈਨੂੰ ਨਾਲ ਹੀ ਲਿਆਏ। मैं कहा सर मैं चंडीगढ़ छड़ के नहीं जाना। कहते नहीं मैं वहां पे हेड हूँ। वो सीगे आए सी डेपुटेशन दे, सानू पता नहीं सी इस गल दा, बच्चों नूं की पता हुंदा। तुसी इमोशनली पैशनेट हो सीगा, नहीं बजाज साहब बुला रहा, तो मैं चली जाती। मेरी NSD एडमिशन हो गई सी, अनुपम खेर ने लेट हो गई सी मैं, तो उन्होंने ही स्पोक टू अलकाजी साहब, तो कहते कोई प्रॉब्लम नहीं, मैं कर दूंगा। ते उस टाइम इन्ना कॉम्पटिशन नहीं ना हुंदा सीगा, ते लेकिन मैनू बज्जू भाई इधर लैके आ गए। सो आई वाज डिस्टाइन्ड टू कम पंजाबी यूनिवर्सिटी। There I met Balraj Pandit ji भी उत्थे आ गए, फिर मैडम Bahal was my teacher and Gambhir Sahab was my teacher, Krishan Dwivedi was my teacher, so Dr. Syal was my another mentor जिन्हां ने मैनू academics वाल पाया, PhD वाल पाया। I always say कि 2 gurus I have, one Balwant Gargi and one Dr. Syal. So but beside that I have teachers in my life. ਸੋ ਉਹ ਜਿਹੜਾ ਸੀਗਾ ਦੌਰ ਸੀਗਾ ਜਦ ਮੈਂ 79 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਜੁਆਇਨ ਕੀਤੀ, ਨਾਲ ਹੀ 79 ਦੇ ਵਿੱਚ ਅੰਮ੍ਰਿਤਸਰ ਜਲੰਧਰ ਦੂਰਦਰਸ਼ਨ ਸ਼ੁਰੂ ਹੋ ਗਿਆ ਸੀ। ਫਿਰ 80 ਦੇ ਵਿੱਚ ਉਹ ਸ਼ਿਫਟ ਹੋ ਗਿਆ। ਉੱਥੇ ਪਹਿਲਾ ਸੀਰੀਅਲ ਜਿਹੜਾ ਹਰਜੀਤ ਭਾਜੀ ਨੇ ਕੀਤਾ ਔਰ ਸੁਰਿੰਦਰ ਸਾਨੀ ਜੀ ਨੇ ਕੀਤਾ, ਸੁਪਨੇ ਤੇ ਪਰਛਾਵੇਂ ਸੀ, ਡੇਵਿਡ ਕਾਪਰਫੀਲਡ ਸੀਗਾ ਜਿਹੜਾ ਚਾਰਲਸ ਡਿਕਨ ਵਾਲਾ, ਉਹਦੇ 'ਚ ਮੈਂ ਡੋਰਾ ਦਾ ਰੋਲ ਕੀਤਾ। ਪ੍ਰਮੋਦ ਮਾਉਥੋ ਸੀ, ਬਹਿਲ ਸਾਹਿਬ ਸੀ ਉਹਦੇ 'ਚ। ਤੇ ਦੈਨ ਉਸ ਤੋਂ ਬਾਅਦ ਦੇ ਸਾਂਵਲੀ ਦੇ ਵਿੱਚ ਛੋਟਾ ਜਿਹਾ ਰੋਲ ਸੀਗਾ, ਕਿਉਂਕਿ ਆਈ ਵਾਸ ਡੂਇੰਗ ਦੈਟ, ਦੋ ਬੋਥ ਵਰ ਸਾਈਮਲਟੇਨੀਅਸਲੀ ਚੱਲ ਰਹੇ ਸੀ। ਫਿਰ ਉੱਥੇ ਕਈ ਪ੍ਰੋਗਰਾਮ, ਕੱਚ ਦੀਆਂ ਮੁੰਦਰਾਂ, ਸਭ ਰੰਗ, ਕਈ ਫਿਲਮਾਂ ਚੰਨੀ ਦੇ ਨਾਲ ਔਰ ਸਾਰੀਆਂ ਟੈਲੀ ਫਿਲਮਾਂ ਕੀਤੀਆਂ। ਦੈਨ ਉਸ ਤੋਂ ਬਾਅਦ ਲਾਟੇ ਦੇ ਨਾਲ ਉਹੀ ਟੈਲੀਵਿਜ਼ਨ ਦੇ ਦੌਰ ਤੇ ਤੇਰਾ ਘਰ ਸੋ ਮੇਰਾ ਘਰ, ਏਕਸ ਕੇ ਹੰਬਾਰੇ, ਆਲਣਾ ਦਲਜੀਤ ਭਾਜੀ ਨਾਲ ਆਲਣਾ ਦੀ ਸ਼ੂਟਿੰਗ ਕੀਤੀ। ਸੋ ਉਹ ਇੱਕ ਮੈਮਰੀ ਸੀ ਔਰ ਉਹ ਜਿਹਾ ਕੰਮ ਸੀ ਜਿਹੜਾ ਕਿ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਸ਼ਾਇਦ ਨਹੀਂ ਹੋਇਆ ਉਸ ਤੇ। ਹਾਂਜੀ, ਬਿਕੋਜ਼ ਉਸ ਟਾਈਮ ਡਾਇਰੈਕਟਰਸ ਜਿਹੜੇ ਇੰਨੇ ਡੈਡੀਕੇਟਡ ਸੀ। ਤੇ ਨਾਲ ਹੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਿਸਰਚ ਕਰਦੀ ਰਹੀ, ਨਾਲ ਹੀ ਮੈਂ ਜਲੰਧਰ ਦੂਰਦਰਸ਼ਨ ਤੇ ਕੰਮ ਕਰਦੀ ਸੀ। ਸੋ ਦੈਟ ਟਾਈਮ ਨਹੀਂ, ਇਹ ਬਹੁਤ ਬੜਾ ਜ਼ਬਰਦਸਤ ਕੰਮ ਹੈ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਫਿਰ ਡਰਾਮਾ ਰਿਪੈਟਰੀ ਦੇ ਵਿੱਚ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਅੰਸ ਲਿਆ, ਫਿਰ ਤੁਸੀਂ PhD ਕੀਤੀ ਔਰ ਨਾਲ ਤੁਸੀਂ ਦੂਰਦਰਸ਼ਨ ਦੇ ਉੱਤੇ ਕੰਮ ਕਰਦੇ ਰਹੇ, ਇਹ ਵਾਲਾ। ਤੇ ਫਿਰ ਇੱਕ ਉਸ ਤੋਂ ਬਾਅਦ ਦਾ ਫਿਰ ਸਿੱਧਾ ਯੁੱਗ ਆ ਜਾਂਦਾ ਚੰਨ ਪਰਦੇਸੀ ਵਾਲਾ। ਹਾਂ, ਚੰਨ ਪਰਦੇਸੀ ਜਦ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀ ਉਦੋਂ ਹੀ ਮੇਰੀ ਸ਼ੂਟਿੰਗ ਚੱਲ ਰਹੀ ਸੀ। when I joined this university I had already worked in ਚੰਨ ਪਰਦੇਸੀ, ਬਟ ਚੰਨ ਪਰਦੇਸੀ ਨੂੰ 2-3 ਸ਼ਡਿਊਲ ਚ ਬਣੀ ਸੀ, ਤਾਂ ਦੂਸਰਾ ਸ਼ਡਿਊਲ ਮੈਂ ਪਟਿਆਲੇ ਆ ਕੇ ਯੂਨੀਵਰਸਿਟੀ ਦੇ ਵਿੱਚ ਕੀਤਾ। ਬਾਏ ਦਾ ਟਾਈਮ ਚੰਨ ਪਰਦੇਸੀ ਰਿਲੀਜ਼ ਹੋਈ ਤਾਂ ਮੈਂ MA ਕਰ ਚੁੱਕੀ ਸੀ, ਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ। ਦੈਨ ਉਸ ਤੋਂ ਬਾਅਦ ਹੋਰ ਪਿਕਚਰਾਂ ਦੀ ਵੀ ਆਫਰ ਹੋਈ, ਲੇਕਿਨ ਮੈਂ ਜ਼ਿਆਦਾ ਕੰਮ ਨਹੀਂ ਕੀਤਾ। ਇਵਨ ਟਿਵਾਣਾ ਸਾਹਿਬ ਆਫਰਡ ਮੀ ਦਿਸ ਲੌਂਗ ਦਾ ਲਸ਼ਕਾਰਾ ਲਈ, ਲੇਕਿਨ ਮੈਂ ਜ਼ਿਆਦਾ ਕੰਮ ਨਹੀਂ ਕੀਤਾ ਬਿਕੋਜ਼ ਮੇਰੇ ਟੀਚਰਸ ਕਹਿੰਦੇ ਹੁਣ ਬਹੁਤ ਫਿਲਮਾਂ ਕਰ ਲਈਆਂ, ਬਹੁਤ ਡਰਾਮੇ ਕਰ ਲਏ, ਸੁਨੀਤਾ ਪੜ੍ਹ ਵੀ ਲੈ ਥੋੜਾ ਜਿਹਾ।
तो मैं फिर PhD एमफिल की। एमफिल मेरी स्टानिस्लावस्की और ब्रेख्त दी कंपैरेटिव स्टडी सी। देन उस तो बाद फिर मैं PhD शुरू कर दी ते नाल ही PhD की तां देन आई अप्लाइड यूनाइटेड स्टेट एजुकेशन फाउंडेशन इन इंडिया जेड़ा दिल्ली हैली रोड ते है, तो उन्हां तो मैं स्कॉलरशिप लिए अप्लाई किया। आई वांटेड फुल ब्राइट स्कॉलरशिप कि मैं 4 साल लिए उत्थे जावां PhD करा, बट मेरी कोई बैकग्राउंड साइंस मैथ दी नहीं सी क्योंकि उदों अर्थमैटिक हुंदा सीगा ते इस करके मैनू GRE दिता मैं, लेकिन ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਅਸੀਂ 1 ਸਾਲ ਦਾ ਐਕਸਚੇਂਜ ਪ੍ਰੋਗਰਾਮ ਦੇ ਸਕਦੇ ਹਾਂ। ਸੋ ਦੈਨ ਆਈ ਗॉट 1988 ਤੋਂ 89 ਤੱਕ ਮੈਨੂੰ ਉਹ ਮਿਲਿਆ ਹਵਾਈ ਦੇ ਵਿੱਚ ਹੋਨੋਲੁਲੂ ਮੈਂ ਕੀਤਾ, ਜਿੱਥੇ ਮੈਂ 3 ਕੋਰਸਿਸ ਆਡਿਟ ਕੀਤੇ। ਮਤਲਬ ਉੱਥੇ ਤੁਸੀਂ ਆਡਿਟ ਦਾ ਮਤਲਬ ਹੁੰਦਾ ਕਿ ਤੁਸੀਂ ਕਲਾਸ 'ਚ ਬੈਠ ਸਕਦੇ ਹੋ, ਲਰਨ ਕਰ ਸਕਦੇ ਹੋ, ਲੇਕਿਨ ਐਗਜ਼ਾਮ ਨਹੀਂ ਦੇ ਸਕਦੇ ਕਿਉਂਕਿ ਆਈ ਵਾਸ ਆਲਰੇਡੀ ਔਨ ਐਕਸਚੇਂਜ ਪ੍ਰੋਗਰਾਮ। ਸੋ ਉੱਥੇ ਫਿਰ ਇੰਟਰਨੈਸ਼ਨਲ ਫੇਅਰ ਸੀਗਾ ਜਿੱਥੇ 20 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਤੇ ਉੱਥੇ ਫਿਰ ਮੈਂ ਸਾਰੀਆਂ ਬੰਗਲਾਦੇਸ਼ੀ, ਪਾਕਿਸਤਾਨੀ, ਆਪਣੀਆਂ ਇੰਡੀਅਨ ਕੁੜੀਆਂ ਜਿੰਨੀਆਂ ਮੈਨੂੰ ਮਿਲੀਆਂ, ਦੁੱਲਾ ਇੱਕ ਅਮਰੀਕਨ ਬਣਾਤਾ, ਇੱਕ ਮੇਰੀ ਫਰੈਂਡ ਸੀ ਗ੍ਰੀਸ ਦੀ, ਉਹਨੂੰ ਮੈਂ ਦੁਲਹਨ ਬਣਾਇਆ ਤਾਂ ਅਸੀਂ ਮੈਂ ਪੰਜਾਬੀ ਵੈਡਿੰਗ ਸੀਨ ਕੀਤਾ ਕ੍ਰੀਏਟ ਜਿਹਦੇ ਚ ਗਿੱਧਾ ਕੀਤਾ ਔਰ ਮੇਰਾ ਡਾਂਸ 20 ਕੰਟਰੀ ਚੋਂ ਫਸਟ ਆਇਆ। ਕੈਨ ਯੂ ਇਮੇਜਿਨ ਦੈਟ? ਮੈਂ ਬੋਲੀਆਂ ਟਰਾਂਸਲੇਟ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਤੀਆਂ ਸਾਰੀਆਂ ਅੰਗਰੇਜ਼ੀ ਦੇ ਵਿੱਚ ਤੇ ਉਹ ਉਹਨਾਂ ਨੂੰ ਫਿਰ ਸਾਰੀ ਸਮਝ ਆ ਗਿਆ ਵੀ ਕੀ ਕਰ ਰਹੇ ਆ। ਦੈਨ ਉੱਥੇ ਪੂਰੇ ਇੰਟਰਨੈਸ਼ਨਲ ਫੇਅਰ ਦੇ ਵਿੱਚ ਜੈਪਨੀਜ਼, ਚਾਈਨੀਜ਼ ਸਾਰੇ ਸਟੂਡੈਂਟਸ ਹੁੰਦੇ ਸੀਗੇ ਤੇ ਸਾਰਿਆਂ ਨੇ ਆਪਣੇ ਆਪਣੇ ਕੰਟਰੀਜ਼ ਦਾ ਪ੍ਰੈਜ਼ੈਂਟ ਕੀਤਾ ਤੇ ਮੈਂ ਕਿਹਾ ਮੈਂ ਉਹੀ ਕਰੂੰਗੀ ਜੋ ਆਪਣੇ ਪੰਜਾਬ ਦਾ ਗਿੱਧਾ, ਪੰਜਾਬੀ ਵੈਡਿੰਗ ਸੀਨ ਫਰੋਮ ਇੰਡੀਆ। ਸੁਨੀਤਾ ਜੀ, ਜਦੋਂ ਤੁਸੀਂ ਇਹ ਇੱਕ ਚੇਂਜ ਆਈ ਸੀ ਪੰਜਾਬੀ ਫਿਲਮ ਦੇ ਵਿੱਚ ਸਾਰੀ ਜਦੋਂ ਚੰਨ ਪਰਦੇਸੀ ਆਈ ਹੈ ਨਾ, ਤੇ ਚੰਨ ਪਰਦੇਸੀ ਨੇ ਇੱਕਦਮ ਡਿਫਰੈਂਟ ਹਵਾ ਲੈਂਦੀ ਸੀ ਪੂਰੀ ਪੰਜਾਬੀ ਫਿਲਮ ਇੰਡਸਟਰੀ 'ਚ। ਵੱਡੇ ਵੱਡੇ ਨਾਮ ਸੀ ਉਸ ਫਿਲਮ ਦੇ ਵਿੱਚ ਔਰ ਤੁਸੀਂ ਉਹਦੇ ਵਿੱਚ ਲੀਡਿੰਗ ਐਕਟਰਸ ਦੇ ਤੌਰ ਤੇ ਤੁਸੀਂ ਵੀ ਸੀਗੇ ਉਹਦੇ ਵਿੱਚ। ਸੋ ਇੰਨੇ ਵੱਡੇ ਐਕਟਰਾਂ ਦੇ ਨਾਲ ਤੁਸੀਂ ਉਦੋਂ ਕਿੱਦਾਂ ਦਾ ਐਕਸਪੀਰੀਅੰਸ ਸੀ? ਇੱਕ ਨਵਾਂ ਬੜਾ ਕਮਾਲ ਦਾ ਮਿਊਜ਼ਿਕ ਸੀ ਉਹਦਾ, ਕਮਾਲ ਦੇ ਅਦਾਕਾਰ ਸੀ ਉਹਦੇ ਵਿੱਚ, ਤੇ ਕੰਮ ਕਰਦਿਆਂ ਕੋਈ ਐਕਸਪੀਰੀਅੰਸ ਜ਼ਰਾ ਸ਼ੇਅਰ ਕਰੋ ਤੇ ਫਿਰ ਉਸ ਤੋਂ ਬਾਅਦ ਉਸ ਫਿਲਮ ਦਾ ਐਕਸਪੀਰੀਅੰਸ ਮੈਂ ਵੀ ਸ਼ੇਅਰ ਕਰਾਂਗਾ। ਕੰਮ ਇਹ ਸੀਗਾ ਕਿ ਚੰਨ ਪਰਦੇਸੀ ਦੀ ਸ਼ੂਟਿੰਗ ਹੋਈ ਤਾਂ ਮੇਰੇ 3rd ਸਮੈਸਟਰ ਦੇ ਪੇਪਰ ਸੀ। 3rd ਸਮੈਸਟਰ ਦੇ ਪੇਪਰ ਸੀ ਤਾਂ ਮੈਂ ਜਦ ਸ਼ਾਰਟ ਹੁੰਦਾ ਸੀ ਜਾ ਕੇ ਦੇ ਆਉਂਦੀ ਸੀ, ਅਦਰਵਾਈਜ਼ ਪੜ੍ਹਦੀ ਰਹਿੰਦੀ ਸੀ। ਤਾਂ ਸਭ ਨੇ ਆ ਕੇ ਮੈਨੂੰ ਛੇੜਨਾ, ਸੁਨੀਤਾ ਪੜ੍ਹਾਈ ਕਿਉਂ ਕਰ ਰਹੀ ਹੈ, ਤਾਂ ਫਿਲਮ 'ਚ ਕੰਮ ਕਰ ਰਹੀ ਹੈ। ਮੈਂ ਕਿਹਾ ਨਹੀਂ ਮੈਂ ਐਮਏ ਤਾਂ ਪੂਰੀ ਕਰਨੀ ਹੈ। ਕਹਿੰਦੇ ਨਹੀਂ ਨਹੀਂ ਕੋਈ ਲੋੜ ਨਹੀਂ ਐਮਏ ਦੀ, ਕੋਈ ਐਕਟਰਸ ਐਮਏ ਨਹੀਂ ਹੁੰਦੀ। ਤਾਂ ਮੈਨੂੰ ਰਾਜ ਬੱਬਰ, ਰੋਮਪੁਰੀ ਸਾਰਿਆਂ ਨੇ ਆ ਕੇ ਛੇੜਨਾ। ਮੈਂ ਕਿਹਾ ਨਹੀਂ ਨਹੀਂ मैंने ਐਮਏ ਪੂਰੀ ਕਰਨੀ ਹੈ। ਕਹਿੰਦੇ ਪੜ੍ਹਨੇ ਦੋ ਯਾਰ, ਇਸਕੋ ਸ਼ਾਰਟ ਕੇ ਟਾਈਮ ਬੁਲਾएंगे। ਤਾਂ ਮੈਂ ਆਪਣੀਆਂ ਬੁੱਕਸ ਨਾਲ ਹੀ ਲੈ ਕੇ ਹੌਸਟਲ ਤੋਂ ਚਿਕਸ ਹੋਟਲ ਚਲੇ ਗਈ, ਚਿਕਸ ਹੋਟਲ ਤੋਂ ਸ਼ੂਟਿੰਗ ਤੇ ਚਲੇ ਜਾਂਦੇ ਸੀ, ਸ਼ੂਟਿੰਗ ਤੋਂ ਇੱਥੇ ਆ ਜਾਂਦੇ ਸੀ। ਤੇ ਈਵਨ ਅਮਰੀਸ਼ ਪੁਰੀ, ਵੀ ਵਰਕਡ ਲਾਈਕ ਅ ਫੈਮਿਲੀ। ਸੋ ਰਾਤ ਨੂੰ ਸਾਨੂੰ ਇਹ ਸੀ ਹੌਸਟਲ 'ਚ ਜਿਹੜਾ ਸਮਾਨ ਪਾਲਿਆ, ਸਵੇਰੇ ਰਾਜ ਬੱਬਰ ਦਿੱਲੀ ਤੋਂ ਆਉਂਦੇ ਹੋਏ ਮੈਨੂੰ ਪਿਕ ਕਰ ਰਹੇ ਨੇ ਹੌਸਟਲ 'ਚੋਂ 5 ਵਜੇ ਤੇ ਉਹ ਦਿੱਲੀ ਤੋਂ ਫਲਾਈਟ ਤੇ ਆਏ ਤੇ ਅਸੀਂ ਫਿਰ ਉੱਥੇ ਇਹ ਭਵਾਨੀਗੜ੍ਹ ਕੋਲ ਇੱਕ ਸ਼ਹਿਰ ਹੈ, ਪਿੰਡ ਹੈ ਜਿਹੜਾ ਹਰਦਿਤਪੁਰਾ, ਗੁਰਥਲੀ ਜਿਹਨੂੰ ਕਹਿੰਦੇ, ਉੱਥੇ ਸ਼ੂਟਿੰਗ ਹੋ ਰਹੀ ਸੀ। ਤੇ ਮੈਂ ਪੂਰੇ ਕੱਪੜੇ ਵੀ ਨਾ ਚੱਕ ਸਕੀ, ਠੰਡ ਬਹੁਤ ਸੀਗੀ। ਤੇ ਮੈਂ ਸ਼ਾਮ ਨੂੰ ਜਰਾਬਾਂ ਲੈਣ ਚਲੀ ਗਈ, ਮੇਰੇ ਨਾਲ ਪੇਪਟ ਔਰ ਰਾਮੇਸ਼ਵਰੀ ਦੇ ਹਸਬੈਂਡ ਸੀਗੇ ਦੀਪਕ ਸੇਠ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਂ ਸੌਕਸ ਲੈ ਕੇ ਆਣੇ, ਮੈਨੂੰ ਠੰਡ ਲੱਗ ਰਹੀ ਹੈ, ਚਲੋ ਚੱਲੀਏ। ਅਸੀਂ ਭਵਾਨੀਗੜ੍ਹ ਗਏ ਤੇ ਉੱਥੇ ਸਾਰੀ ਦੁਕਾਨ ਤੇ ਲੋਕ ਇਕੱਠੇ ਹੋ ਗਏ, ਕਹਿੰਦੇ ਇਹ ਸ਼ੂਟਿੰਗ ਵਾਲੇ ਨੇ, ਇਹ ਮੈਡਮ ਹੀਰੋਇਨ ਹੈ। ਤੇ ਉਹ ਮੈਨੂੰ ਕਹਿੰਦੇ ਸੁਨੀਤਾ ਯਾਦ ਰੱਖ ਤੇਰਾ ਸਟਾਰਡਮ ਭਵਾਨੀਗੜ੍ਹ ਤੋਂ ਸ਼ੁਰੂ ਹੋਇਆ। ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਰੀ ਉਮਰ ਯਾਦ ਰਹਿੰਦੀਆਂ ਨੇ। ਉਹਨਾਂ ਸਮਿਆਂ ਦੀ ਗੱਲ ਮੈਨੂੰ ਯਾਦ ਹੈ ਕਿ ਅਸੀਂ ਉਦੋਂ ਖਾਲਸਾ ਕਾਲਜ 'ਚ ਪੜ੍ਹਦੇ ਸੀਗੇ ਤੇ ਜਦੋਂ ਇਹ ਫਿਲਮ ਆਈ ਸੀਗੀ, ਸਾਹਿਬ ਸਿੰਘ ਹੁਣ ਸੁਣੀ ਜ਼ਰਾ ਧਿਆਨ ਨਾਲ, ਤੂੰ ਸ਼ੁਰੂ ਜਿਹੜੀ ਗੱਲ ਕਹੀ ਸੀ ਤੈਨੂੰ ਮੈਂ ਹੁਣ ਦੱਸਦਾ। ਅੱਛਾ ਐਨਕਾਂ ਲਾ ਲੈ, ਐਨਕਾਂ ਲਾ ਲੈ, ਐਨਕਾਂ ਲਾ ਕੇ ਸੁਨੀਤਾ ਔਰ ਕੋਈ ਸੁਣਾਈ ਵੀ ਇਹ ਗੱਲ ਸੁਨੀਤਾ ਜੀ ਕਿ ਉਦੋਂ ਅਸੀਂ ਕਾਲਜ 'ਚ ਪੜ੍ਹਦੇ ਸੀ ਜਦੋਂ ਫਿਲਮ ਆਈ ਤੇ ਅਸੀਂ, ਮੈਂ ਔਰ ਮੇਰਾ ਇੱਕ ਫਰੈਂਡ, ਅਸੀਂ ਬੜੇ ਯੂਜ਼ ਟੂ ਸੀ, ਜਿਹੜੀ ਫਿਲਮ ਲੱਗਦੀ ਸੀ ਪਹਿਲਾ ਸ਼ੋਅ ਦੇਖਦੇ ਸੀ ਅਸੀਂ, ਬਹੁਤ ਬੰਕ ਮਾਰ ਕੇ ਕਲਾਸਾਂ ਵਿੱਚੋਂ ਤੇ ਅਸੀਂ ਫਿਲਮਾਂ ਕਾਫੀ ਦੇਖਦੇ ਸੀਗੇ। ਤੇ ਜਦੋਂ ਇਹ ਫਿਲਮ ਦੇਖ ਕੇ ਆਏ, ਬਸ ਆ ਕੇ ਅਸੀਂ ਨਾ ਕਾਲਜ 'ਚ ਰੌਲਾ ਬੜਾ ਪਾਇਆ ਕਿ ਬਹੁਤ ਕਮਾਲ ਦੀ ਫਿਲਮ, ਬੜੀ ਵਧੀਆ ਫਿਲਮ ਆਈ ਹੈ ਤੇ ਸਾਰੀ ਫਿਲਮ ਬਹੁਤ ਵਧੀਆ, ਹਾਂ ਫਿਲਮ ਬਹੁਤ ਵਧੀਆ, ਪਰ ਉਹਦੇ ਵਿੱਚ ਇੱਕ ਕੁੜੀ ਬੜੀ ਸੋਹਣੀ ਜੇ। ਅਸੀਂ ਬੜੀ ਸੋਹਣੀ ਜੇ ਹੈ ਤੇ ਉਹ ਸੁਨੀਤਾ ਧੀਰ ਹੈ ਵੀ ਉਸ ਕੁੜੀ ਬੜੀ ਸੋਹਣੀ ਜੇ। ਅਸੀਂ ਉਸ ਫਿਲਮ ਦਾ ਮੈਨੂੰ ਕਿੱਸਾ ਯਾਦ ਆਇਆ ਕਿ ਪਹਿਲੇ ਦਿਨ ਜਦ ਮੈਂ ਸੀਨ ਕਰ ਰਹੀ ਸੀ ਤਾਂ ਮੇਰਾ ਫਰਸਟ ਡੇ ਹੀ ਉਹਨਾਂ ਨੇ ਕੁਲਭੂਸ਼ਣ ਖਰਮਾ ਦੇ ਨਾਲ ਸੀਨ ਰੱਖਿਆ ਜਿਹੜਾ ਗੋਲੀ ਕੱਢਣ ਵਾਲਾ ਹੁੰਦਾ।
ਹਾਂ ਔਰ ਮੈਨੂੰ ਇੰਨਾ ਡਰ ਲੱਗ ਰਿਹਾ ਸੀ ਮੈਂ ਗੋਲੀ ਕਿਵੇਂ ਕੱਢੂੰਗੀ ਤੇ ਮੈਨੂੰ ਚਾਕੂ ਦਿੱਤਾ ਉਹਨਾਂ ਨੇ ਉਹ ਕੀਤਾ ਸਾਈਕਲ ਤੇ ਆਣਾ ਮੈਂ ਕਿਹਾ ਹਾਂ ਸਾਈਕਲ ਮੈਨੂੰ ਚਲਾਉਣਾ ਆਉਂਦਾ ਸੋ ਉਹ ਜਿਵੇਂ ਆ ਰਹੀ ਹਾਂ ਕਾਲਜ ਤੋਂ ਸਾਈਕਲ ਜਾ ਰਹੀ ਹਾਂ ਉਹ ਕਰ ਰਹੀ ਹਾਂ ਮਤਲਬ ਪਹਿਲੇ ਦਿਨ ਹੀ ਮੇਰੇ ਨਾਲ ਟਫ ਸੀਨ ਸੀਗਾ ਲੇਕਿਨ ਐਵਰੀ ਐਕਟਰ ਵਾਸ ਸੋ ਗੁੱਡ ਐਂਡ ਕੁਲਜੀ ਇਜ਼ ਸੱਚ ਅ ਡਾਰਲਿੰਗ ਪਰਸਨ ਤੇ ਉਹਨਾਂ ਨੇ ਇੱਕ ਮਿੰਟ ਲਈ ਵੀ ਫੀਲ ਨਹੀਂ ਹੋਣ ਦਿੱਤਾ ਕਿ ਅਸੀਂ ਬੰਬੇ ਦੇ ਐਕਟਰ ਹਾਂ ਇਹ ਪੰਜਾਬੀ ਐਕਟਰਸ ਹੈ ਉਹਦੇ ਚ ਰਾਣਾ ਜੰਗ ਬਹਾਦਰ ਸਾਰੇ ਮੋਹਨ ਬੱਗਨ ਸਾਰੇ ਸੀ ਮਤਲਬ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ ਇਕੱਠੇ ਬੈਠ ਕੇ ਕੋਈ ਵੈਨਿਟੀਜ਼ ਨਹੀਂ ਹੁੰਦੀਆਂ ਸੀ ਕੁਝ ਨਹੀਂ ਸੀ ਟੈਂਟ ਲਾਏ ਹੋਏ ਸੀ ਹੁੰਦੇ ਸੀਗੇ ਤੇ ਉੱਥੇ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ ਤਾਂ ਹਜੇ ਵੀ ਕੁਲ ਔਰ ਰਾਜ ਬੱਬਰ ਇਹ ਹੈ ਕਿ ਕੋਈ ਵੀ ਦੀਵਾਲੀ ਦੁਸ਼ਹਿਰਾ ਉਹਨਾਂ ਦਾ ਮੈਸੇਜ ਜਾਂ ਫੋਨ ਆਣਾ ਹੀ ਆਣਾ ਵੀ ਹੈਡ ਦੈਟ ਮਚ ਅਫਿਨਿਟੀ ਬਿਲਕੁਲ ਗ੍ਰੇਟ ਇਹ ਹੀ ਖੂਬਸੂਰਤੀ ਹੈ ਮਤਲਬ ਕੇਵਲ ਧਾਲੀਵਾਲ ਦਾ ਤੁਸੀਂ ਕ੍ਰਸ਼ ਸੀਗੇ ਹਾਂਜੀ ਕ੍ਰਸ਼ ਕੇਵਲ ਧਾਲੀਵਾਲ I was too old for Keval Taliwal. ਕ੍ਰਸ਼ ਤਾਂ ਕ੍ਰਸ਼ ਹੈ Crush the crush. But still we are very good friends. ਬਿਲਕੁਲ ਹਾਂ ਤੇ ਸੁਨੀਤਾ ਜੀ ਤੁਸੀਂ ਇੰਨੇ ਸਾਰੇ ਡਿਫਰੈਂਟ ਤਰ੍ਹਾਂ ਦੇ ਕਿ ਸਮਿਆਂ ਵਿੱਚੋਂ ਗੁਜ਼ਰੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਦੂਰਦਰਸ਼ਨ ਦੇ ਫਿਲਮ ਦੇ ਫਿਰ ਬਤੌਰ ਅਧਿਆਪਕਾ ਤੁਸੀਂ ਜਦੋਂ ਇਧਰਲੇ ਪਾਸੇ ਆਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ ਹੁਣ ਅਗਲਾ ਉਹ ਬੜਾ ਐਕਸਪੀਰੀਅੰਸ ਕਿ ਜਦੋਂ ਬਤੌਰ ਟੀਚਰ ਤੁਸੀਂ ਆਏ ਤੁਸੀਂ ਉਹਦੇ ਵਿੱਚ ਮਹਿਸੂਸ ਕੀਤੀ ਆਪਣੇ ਆਪ ਚ ਕਿ ਇੱਕ ਡਿਫਰੈਂਟ ਤਰ੍ਹਾਂ ਦੀ ਜ਼ਿੰਮੇਵਾਰੀ ਉਹਦੇ ਵਿੱਚ ਕਿਵੇਂ ਤੁਸੀਂ ਫਿਰ ਜਿਹੜੇ ਆਪਣੀ ਐਕਟਿੰਗ ਕਲਾਸ ਸੀਗੀ ਉਸ ਨੂੰ ਤੁਸੀਂ ਕਿਵੇਂ ਯਾਨੀ ਕਿ ਇੰਨਾ ਗ੍ਰਿਪ ਦੇ ਵਿੱਚ ਲੈ ਕੇ ਤੁਸੀਂ ਉਹ ਪੜਾਉਂਦੇ ਸੀ ਸਾਰਾ ਕੁਝ ਜਿਹੜਾ ਸੀ ਸਟਾਈਲਸ ਹਾਂ ਕਿਉਂਕਿ ਮੈਂ ਫਿਲਮਸ ਚੰਪਰਦੇਸੀ ਕੀਤੀ ਉਸ ਤੋਂ ਬਾਅਦ ਮੈਂ ਗੈਪ ਦਿੱਤਾ ਮੈਨੂੰ ਹਾਲਾਂਕਿ ਸ਼ਸ਼ੀ ਕਪੂਰ ਆਫਰਡ ਮੀ ਵਿਜੇਤਾ ਔਰ ਕਲਯੁਗ ਫਿਲਮ ਯੂ نو ਮੇਰੀ ਜਗ੍ਹਾ ਕੋਈ ਵੀ ਹੁੰਦਾ ਤਾਂ ਭੱਜ ਕੇ ਛੱਡ ਕੇ ਪੜ੍ਹਾਈ ਚਲਾ ਜਾਂਦਾ ਬਟ ਆਈ ਸੈਡ ਕਿ ਇੱਕ ਮਿੰਟ ਮੈਂ ਕਹਿ ਦਾਂ hello yeah I'm in an online interview I'll call you after now okay bye ਤੇ ਉਸ ਟਾਈਮ ਲੇਕਿਨ ਮੇਰੇ ਪੇਪਰ ਸੀ 4th ਸਮੈਸਟਰ ਦੇ ਓਮਪੁਰੀ ਨੇ ਮੈਨੂੰ ਕਿਹਾ ਮੈਂ ਤੇਰੇ ਤੋਂ ਜ਼ਿਆਦਾ ਬੇਵਕੂਫ ਲੜਕੀ ਨਹੀਂ ਦੇਖੀ ਮੈਂ ਕਿਹਾ ਬਟ ਨਹੀਂ ਬਿਕੋਜ਼ ਮੇਰੇ ਪੇਰੈਂਟਸ ਨੇ ਮੈਨੂੰ ਇੱਕ ਪੜ੍ਹਨ ਲਈ ਪਾਇਆ ਮੈਂ ਉਹ ਪੜ੍ਹਾਈ ਛੱਡ ਕੇ ਫਿਲਮਾਂ ਨਹੀਂ ਕਰ ਸਕਦੀ ਫਿਲਮਾਂ ਕਰੂੰਗੀ ਤਾਂ ਬਾਅਦ ਚ ਕਰ ਲੂੰਗੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਬਾਅਦ ਚ ਕਦੇ ਰੋਲ ਮਿਲਦੇ ਹੁੰਦੇ ਨੇ ਮੈਂ ਨਹੀਂ ਮਿਲਦੇ ਤਾਂ ਨਾ ਸੀ ਸੋ ਜਦ ਮੈਂ ਐਜ਼ ਅ ਟੀਚਰ ਜੁਆਇਨ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਾਂ ਪੰਜਾਬੀ ਯੂਨੀਵਰਸਿਟੀ ਵਾਜ਼ ਲਾਈਕ ਏ homely to me very homely Punjab University ਚ ਇੱਕ formal atmosphere ਸੀ ਲੇਕਿਨ ਪੰਜਾਬੀ ਯੂਨੀਵਰਸਿਟੀ ਚ I knew ਬੱਜੂ ਭਾਈ I knew ਪੰਡਿਤ ਜੀ I knew ਯੋਗੇਸ਼ ਗੰਭੀਰ I knew ਨਵਰਿੰਦਰਾ ਬਹਿਲ and ਕਪਿਲਾ ਮੈਡਮ ਸੋ ਪੰਡਿਤ ਜੀ ਦੀ ਕਲਾਸ ਤਾਂ ਇਹ ਸੀਗੀ ਕਿ ਸਾਰੀ ਕਲਾਸ ਇੱਕ ਪਾਸੇ ਹੁੰਦੀ ਸੀ ਮੈਂ ਪੰਡਿਤ ਜੀ ਦੇ ਨਾਲ ਬੈਠੀ ਹੁੰਦੀ ਸੀ ਬਲਰਾਜ ਪੰਡਿਤ ਦੇ ਤੇ ਮੈਂ ਪੰਡਿਤ ਜੀ ਮੁਝੇ ਸਾਥ ਮਤ ਬਿਠਾਓ मुझे अच्छा नहीं लगता बाकी क्लास कहते ये तुम चंद परदेसी में काम करके आई हो ये इन्होंने चंद परदेसी अभी देखे भी नहीं मतलब उन्होंने स्टाइल सीगा जो I still remember him he was such a darling person so ਉਹ ਮਤਲਬ ਜਿਹੜੀ ਮੈਨੂੰ ਮਿਲੀ ਪਿਆਰ ਔਰ ਉਹਦੇ ਨਾਲ ਸੋ ਮੈਨੂੰ ਐਂਡ ਡਾਕਟਰ ਸਿਆਲ ਨੇ ਮੈਨੂੰ ਕਿਹਾ ਵੀ ਬਹੁਤ ਹੁਣ ਤੂੰ ਐਕਟਿੰਗ ਕਰ ਲਈ ਸੁਨੀਤਾ ਬਹੁਤ ਤੂੰ ਵਧੀਆ ਐਕਟਰਸ ਹੈ ਜੋ ਵੀ ਹੋਏਗੀ ਕਹਿੰਦੇ ਮੈਨੂੰ ਨਹੀਂ ਪਤਾ ਬਟ ਯੂ ਮਸਟ ਸਟੱਡੀ ਸੋ ਮੈਨੂੰ ਇਹ ਸੀਗਾ ਕਿ ਫਿਰ ਮੈਂ ਆਪਣੇ ਆਪ ਨੂੰ ਮੈਨੂੰ ਸੀ ਜੇ ਯੂਨੀਵਰਸਿਟੀ ਸਿਸਟਮ ਚ ਰਹਿਣਾ ਮੈਨੇ ਜੇ ਉਰੇ ਜੌਬ ਜੁਆਇਨ ਕਰ ਲਈ ਦੈਨ ਹੈਵ ਟੂ ਕੰਪਲੀਟ ਮਾਈ ਐਮਫਿਲ ਹੈਵ ਟੂ ਡੂ ਮਾਈ PhD ਸੋ ਮੈਂ ਨਿਰੰਤਰ ਉਸ ਪਾਸੇ ਲੱਗੀ ਰਹੀ ਫਿਰ ਮੈਂ ਫਿਲਮਾਂ ਛੱਡ ਦਿੱਤੀਆਂ ਫਿਰ ਮੈਂ PhD ਤੋਂ ਬਾਅਦ ਜਦ ਹਵਾਈ ਤੋਂ PhD ਕਰ ਲਈ ਯੂ نو 81 ਚ ਮੇਰੀ ਫਿਲਮ ਚੰਦ ਪਰਦੇਸੀ ਰਿਲੀਜ਼ ਹੋਈ ਸੀ 90 ਦੇ ਵਿੱਚ ਮੈਂ ਬਦਲਾ ਜੱਟੀ ਦਾ ਫਿਲਮ ਕੀਤੀ ਕੀ ਬਾਤ ਸੋ ਮੈਂ ਬਿਲਕੁਲ 8-9 ਸਾਲ I devoted to the academics ਮੈਂ ਕਿਹਾ ਮੈਂ ਬਿਲਕੁਲ ਨਹੀਂ ਇੱਧਰ ਉੱਧਰ ਦੇਖਣਾ ਐਂਡ ਨੋ ਮੈਨੂੰ ਕੋਈ ਪੈਸੇ ਦਾ ਕਿਸੇ ਚੀਜ਼ ਦਾ ਲਾਲਚ ਨਹੀਂ ਸੀ ਵੀ ਮੈਂ ਕੰਮ ਕਰਾਂ ਮੇਰਾ ਪ੍ਰਾਈਮ ਟਾਈਮ ਹੈ ਬਟ ਆਈ ਸੈਡ ਵਾਟ ਐਵਰ ਆਈ ਟੇਕ ਐਜ਼ ਅ ਰਿਸਪੌਂਸਿਬਿਲਿਟੀ ਆਈ ਡੂ ਇਟ ਫਰੋਮ ਦ ਕੋਰ ਆਫ ਮਾਈ ਹਾਰਟ ਸੋ ਦਿਸ ਵਾਜ਼ ਮਾਈ ਨੇਚਰ ਸ਼ੁਰੂ ਤੋਂ ਹੀ ਸੀਗੀ ਤੇ ਫਿਰ ਮੈਂ 91 ਦੇ ਵਿੱਚ ਜਦ 90 ਦੇ ਵਿੱਚ 4 ਫਿਲਮਾਂ ਕੀਤੀਆਂ ਬਦਲਾ ਜੱਟੀ ਦਾ ਕਹਿਰ ਵਿਸਾਖੀ ਹਰਜੀਤ ਭਾਜੀ ਨੇ ਬਣਾਈ ਸੀ ਜਿਹੜੀ ਤੇ ਇੱਕ ਲਲਕਾਰਾ ਜੱਟੀ ਦਾ ਸੋ ਇਹ 4 ਫਿਲਮਾਂ ਕੀਤੀਆਂ ਉਸ ਤੋਂ ਬਾਅਦ ਮੈਂ ਬਿਲਕੁਲ ਕੰਮ ਨਹੀਂ ਕੀਤਾ 12 ਸਾਲ ਮੈਂ ਕਿਹਾ ਹੁਣ ਮੈਂ ਕੋਈ ਕੰਮ ਨਹੀਂ ਕਰਨਾ ਫਿਰ ਡਿਪਾਰਟਮੈਂਟ ਦੇ ਵਿੱਚ ਪਲੇਸ ਕੀਤੇ ਡਿਫਰੈਂਟ ਉਹਦੇ ਤੇ ਯੋਨਰ ਦੇ ਨਾਲ ਜਿਵੇਂ ਹਾਰਡ ਦਾ ਇੱਕ ਦਿਨ ਪਹਿਲਾਂ ਕੀਤਾ ਪੰਜਾਬੀ ਦੇ ਵਿੱਚ ਦੈਨ ਉਸ ਤੋਂ ਬਾਅਦ ਕੰਜੂਸ ਕੀਤਾ ਦ ਮਾਈਜ਼ਰ
and then this Mother Courage ਕੀਤਾ ਦਵੇਦੀ ਸਾਹਿਬ ਦੇ ਨਾਲ, so then and ਗੰਭੀਰ ਸਾਹਿਬ ਦੇ ਨਾਲ ਜਸਟ ਮਾਡਰਨ, ਖਾਮੋਸ਼ ਅਦਾਲਤ ਜਾਰੀ ਹੈ, so ਐਦਾਂ ਦੇ ਜਿਹੜੇ ਸਾਰੇ ਪਲੇਜ਼ ਸੀਗੇ ਮਾਸਟਰਪੀਸਿਸ, ਉਹ ਮੈਂ ਇਸ ਕਣਕ ਦੀ ਬੱਲੀ ਕੀਤਾ ਗਾਰਗੀ ਸਾਹਿਬ ਦੇ ਨਾਲ, then ਇਸ ਦੇ ਵਿੱਚ ਨਾਲੇ ਨਾਲੇ ਆਪਣੀ PhD ਕਰਦੇ ਗਏ, ਨਾਲ ਨਾਲ ਪਲੇ ਕਰਦੇ ਗਏ, so ਮੇਰੀ ਪ੍ਰੈਕਟੀਕਲ ਐਂਡ ਥਿਊਰੀ ਵਾਸ ਕਨਸਟੈਂਟਲੀ ਵਾਕਿੰਗ ਵਿਦ ਮੀ, so this was the thing. great ਸੁਨੀਤਾ ਜੀ, ਮੈਂ ਤੁਸੀਂ ਇੰਨਾ ਸਾਰਾ ਕੁਝ ਜਦੋਂ ਦੱਸ ਰਹੇ ਸੀ ਤੇ ਮੈਨੂੰ ਇੱਕ ਗੱਲ ਅੰਦਰੋਂ ਆ ਰਹੀ ਸੀ ਕਿ ਉਹ ਕਿਹੜੀ ਚੀਜ਼ ਹੈ ਸਾਡੇ ਅੰਦਰ ਹੁੰਦੀ ਕਿ ਜਦੋਂ ਤੁਸੀਂ ਕਹਿ ਰਹੇ ਕਿ ਮੈਂ ਉਦੋਂ ਇਹ ਫਿਲਮ ਵੀ ਛੱਡਤੀ, ਇਹ ਵੀ ਛੱਡਤੀ, ਪੈਸੇ ਦਾ ਕੋਈ ਲਾਲਚ ਨਹੀਂ ਸੀ। ਇਹ ਬਹੁਤ ਘੱਟ ਲੋਕ ਨੇ, ਬਹੁਤ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਜਿਨ੍ਹਾਂ ਦੇ ਅੰਦਰ ਇਹ ਅੱਗ ਹੁੰਦੀ ਹੈ, ਇਹ ਪੈਸ਼ਨ ਹੁੰਦਾ ਹੈ ਕਿ ਨਹੀਂ ਸਾਡੀ ਪਹਿਲੀ ਤਰਜੀਹ ਉਹ ਹੈ, ਸਾਡਾ ਥੀਏਟਰ ਹੈ, ਜੋ ਅਸੀਂ ਕੰਮ ਕਰਦੇ ਪਏ ਪਹਿਲੀ ਤਰਜੀਹ ਉਹ ਹੈ, ਸਾਨੂੰ ਲਾਲਚ ਕੋਈ ਨਹੀਂ ਹੈ ਪੈਸੇ ਦਾ। ਸੋ ਮੈਂ ਉਹ ਜਾਣਨਾ ਚਾਹੁੰਦਾ ਕਿਉਂਕਿ ਉਹ ਬਹੁਤ ਅੱਜ ਵੀ ਉਹ ਬਹੁਤ ਲੋਕਾਂ ਦੇ ਵਿੱਚ ਨਹੀਂ ਹੈ ਇਮੀਡੀਏਟਲੀ, ਕਿਉਂਕਿ ਜਿਹੜਾ ਵੀ ਮੈਂ ਕੰਮ ਕੀਤਾ ਸੀ ਮੈਨੂੰ ਉਹਦੇ ਤੋਂ ਬੜੀ ਸੈਟੀਸਫੈਕਸ਼ਨ ਸੀ। ਮੈਂ ਤੁਹਾਨੂੰ ਹੋਰ ਦੱਸਣਾ ਭੁੱਲ ਗਈ, when I was in ਪੰਜਾਬ ਯੂਨੀਵਰਸਿਟੀ ਚ ਪਾਸ ਆਊਟ ਕਰਕੇ ਜਦ ਮੈਂ ਰੈਪਟਰੀ ਸੀ, ਉਦੋਂ ਮੈਂ ਐਵੇਂ ਇੱਕ ਐਡਵਰਟਾਈਜ਼ ਆਉਂਦੀ ਹੈ, ਯੂਨਾਈਟਿਡ ਪ੍ਰੋਡਿਊਸਰਸ ਟੈਲੈਂਟ ਕੰਟੈਸਟ, ਫਿਲਮ ਫੇਅਰ ਦਾ ਕੰਟੈਸਟ ਸੀਗਾ ਇਹ, ਟਾਈਮਸ ਆਫ ਇੰਡੀਆ ਵਾਲੇ ਹੋਲਡ ਕਰਦੇ ਸੀ ਇਸ ਨੂੰ, ਮੈਂ ਉਹ ਭਰ ਦਿੱਤਾ ਤੇ ਉਸ ਦੇ ਵਿੱਚ ਮੈਂ ਸਿਲੈਕਟ ਵੀ ਹੋ ਗਈ ਤੇ ਸਾਨੂੰ ਉਹਦੇ ਚੋਂ ਸਾਰੇ ਛਾਣ ਕੇ ਫਰਸਟ ਇੰਟਰਵਿਊ ਕੀਤੀ, ਫਿਰ ਸੈਕੰਡ ਕੀਤੀ, ਫਿਰ ਥਰਡ ਇੰਟਰਵਿਊ ਦੇ ਵਿੱਚ 8 ਲੜਕੇ 8 ਲੜਕੀਆਂ ਉਹਨਾਂ ਨੇ ਸਿਲੈਕਟ ਕਰ ਲਏ। ਬੰਬੇ ਗਏ ਅਸੀਂ, ਉਹਦੇ ਵਿੱਚ ਸਾਰੇ ਬੈਸਟ ਡਾਇਰੈਕਟਰਸ ਪ੍ਰੋਡਿਊਸਰ ਸੀਗੇ, ਯਸ਼ ਚੋਪੜਾ, BR ਚੋਪੜਾ, ਸੁਬੋਧ ਮੁਖਰਜੀ, OP ਰਲਨ, ਇਹ ਸਾਰੇ ਸੀ, ਕਿਉਂਕਿ ਸਾਡੇ ਤੋਂ 10 ਸਾਲ ਪਹਿਲਾਂ ਰਾਜੇਸ਼ ਖੰਨਾ ਉਹਦੇ ਚ ਆਏ ਸੀ, ਉਸ ਤੋਂ 20 ਸਾਲ ਮਤਲਬ 10 ਸਾਲ ਪਹਿਲਾਂ ਧਰਮਿੰਦਰ ਐਂਡ ਦਿਸ ਫਰੀਦਾ ਜਲਾਲ, ਰਾਜੇਸ਼ ਖੰਨਾ ਐਂਡ ਫਰੀਦਾ ਜਲਾਲ, ਧਰਮਿੰਦਰ ਵਾਸ ਦੇਅਰ through United Producers। ਅਸੀਂ ਉੱਥੇ ਵੀ ਸਿਲੈਕਟ ਹੋ ਗਏ ਸੀ, ਮੈਂ ਸਕਰੀਨ ਟੈਸਟ ਦਿੱਤਾ, ਬੰਬੇ ਰਹੀ, ਲੇਕਿਨ ਉਸ ਟਾਈਮ ਉਹਨਾਂ ਦੀ ਲੜਾਈ ਹੋ ਗਈ ਆਪਸ ਦੇ ਵਿੱਚ ਪ੍ਰੋਡਿਊਸਰਸ ਦੀ, 10 ਪ੍ਰੋਡਿਊਸਰ ਸੀ, ਉਹ ਜਿਹੜਾ ਵੀ ਉਹਨਾਂ ਨੂੰ ਐਕਟਰ ਹਾਇਰ ਕਰਨਾ ਹੁੰਦਾ ਸੀਗਾ ਉਹ ਐਕਟਰ ਨੂੰ 4-5 ਸਾਲ ਲਈ ਬੁੱਕ ਕਰ ਲੈਂਦੇ ਸੀ ਸਾਰਿਆਂ ਨੂੰ, ਤੇ ਉਹਨਾਂ ਨੂੰ ਕੋਈ 5000 10,000 ਉਸ ਵੇਲੇ ਉਹਦੀ ਬੜੀ ਵੈਲਿਊ ਹੁੰਦੀ ਸੀ, ਪਰ ਮੰਥ ਦਿੰਦੇ ਸੀ, ਦੈਨ ਤੁਸੀਂ 5 ਸਾਲ ਤੁਹਾਡਾ ਕੰਟਰੈਕਟ ਹੁੰਦਾ ਸੀ ਕਿ ਉਹਨਾਂ ਦੀਆਂ ਫਿਲਮਾਂ 'ਚ ਕੰਮ ਕਰਨਾ। So I got selected, I gave screen test, everything finalized ਹੋ ਗਈ। So ਕਿਰਨ ਖੇਰ ਵੀ ਸੀ ਮੇਰੇ ਨਾਲ, ਰਾਜ ਬੱਬਰ ਵੀ ਸੀ ਮੇਰੇ ਨਾਲ, ਨਮਿਤਾ ਚੰਦਰਾ ਜਿਹੜੀ ਸੀਗੀ ਇਹਦੀ ਪ੍ਰਵੇਸ਼ ਰਾਵਲ ਦੀ ਵਾਈਫ ਹੈ, ਸਵਰੂਪ ਸੰਪਤ, ਉਹ ਵੀ ਮੇਰੇ ਨਾਲ ਸੀਗੀ। ਸੋ ਇਸ ਤਰ੍ਹਾਂ ਜਿਹੜੇ ਸਾਰੇ ਅਸੀਂ ਸੀਗੇ ਉੱਥੇ, ਲੇਕਿਨ ਜਦੋਂ ਇਹ ਲੜਾਈ ਹੋ ਗਈ I was with my papa there and we stayed 20 days there। So ਡੈਡੀ ਨੇ ਮੈਨੂੰ ਇੱਕ ਪ੍ਰੋਡਕਸ਼ਨ ਹਾਊਸ ਲੈ ਕੇ ਗਏ ਮੈਨੂੰ ਆਪਣੇ ਨਾਲ, ਕਹਿੰਦੇ ਯੂ ਮਸਟ ਸੀ ਦਿਸ ਲਾਈਫ, ਕੱਲ ਨੂੰ ਰਿਗਰੈਟ ਨਹੀਂ ਕਰਨਾ ਵੀ ਮੈਂ ਇਹ ਨਹੀਂ ਕਰ ਸਕੀ, ਮੈਂ ਉਹ ਕਰ ਰਹੀ ਹਾਂ। ਮੈਂ ਉਦੋਂ ਪੰਜਾਬੀ ਯੂਨੀਵਰਸਿਟੀ ਨਹੀਂ ਆਈ ਸੀ, ਚੰਡੀਗੜ੍ਹ ਦੀ ਗੱਲ ਹੈ। ਸੋ ਲੇਕਿਨ ਜਦ ਮੈਂ 20 ਦਿਨ ਉੱਥੇ ਰਹੀ, ਸਾਰੇ ਘੁੰਮੀ ਫਿਰੀ, ਤਾਂ ਮੈਨੂੰ ਇੱਕ ਅੰਦਾਜ਼ਾ ਲੱਗਿਆ ਕਿ ਉੱਥੇ ਤੁਹਾਨੂੰ ਰੋਲ ਮੰਗਣ ਲਈ ਪ੍ਰੋਡਕਸ਼ਨ ਹਾਊਸ ਜਾਣਾ ਪੈਂਦਾ ਹੈ, ਡੋਰ ਟੂ ਡੋਰ ਜਾਣਾ ਪਏਗਾ ਕਿ ਆਪਣਾ ਬਾਇਓਡਾਟਾ ਦੇਤਾ, ਸਕਰੀਨ ਟੈਸਟ ਦੇਤਾ, ਉਹ ਸ਼ਾਇਦ ਅੱਜ ਵੀ ਲੋਕ ਕਰਦੇ ਨੇ, ਲੇਕਿਨ ਮੈਂ ਕਿਹਾ ਡੈਡੀ ਵੀ ਸਭ ਕੁਝ ਠੀਕ ਹੈ, ਮੈਂ ਇਹ ਨਹੀਂ ਕਰ ਸਕਦੀ। So I came back and then joined Punjab University। So this was my thing। So ਇਸ ਕਰਕੇ ਕਿਉਂਕਿ ਜੋ ਵੀ ਮੈਂ ਕੰਮ ਕੀਤਾ ਮੈਂ ਬਹੁਤ ਦਿਲੋਂ ਕੀਤਾ, ਔਰ ਉਹ ਟਾਈਮ ਮੇਰੇ ਲਈ ਉਹੀ ਹੁੰਦਾ, ਮੈਨੂੰ ਹੋਰ ਕੁਝ ਦਿਖਦਾ ਨਹੀਂ, ਮੈਨੂੰ ਘੋੜੇ ਦੀ ਤਰ੍ਹਾਂ ਨਾ ਇੱਧਰ ਮੈਂ ਬੰਨ ਲੈਂਦੀ ਹਾਂ ਆਪਣੇ ਵੀ ਅੱਗੇ ਕੁਝ ਨਹੀਂ ਪਿੱਛੇ ਦੇਖਣਾ, ਫਿਰ ਮੈਂ ਉਹੀ ਕੰਮ ਕਰੂੰਗੀ ਜਿਹਦੇ ਚ ਮੈਂ ਹਾਂ, ਚਾਹੇ ਇਟਸ ਰੋਂਗ ਔਰ ਰਾਈਟ, ਇਟਸ ਮਾਈ ਹੈਬਿਟ। ਤੁਸੀਂ ਦੇਖਿਆ ਹੀ ਆਪਾਂ ਡਿਪਾਰਟਮੈਂਟ ਇਕੱਠੇ ਕੰਮ ਕੀਤਾ। ਬਿਲਕੁਲ ਮੈਨੂੰ ਕਾਫੀ ਕੁਝ ਇਦਾਂ ਦਾ ਯਾਦ ਹੈ ਕਿ ਤੁਸੀਂ ਬਿਲਕੁਲ ਜਦੋਂ ਕਨਸੈਂਟਰੇਟ ਕਰਦੇ ਹੋ ਕਿਸੇ ਚੀਜ਼ ਦੇ ਉੱਤੇ ਤੇ ਬਿਲਕੁਲ ਉਹ ਫੋਕਸ ਵੀ ਮੈਂ ਇਹੀ ਹੈ ਤੇ ਇਹੀ ਹੈ ਇਸ ਵਕਤ। ਇਸੇ ਕਰਕੇ ਮੈਨੂੰ ਤੁਹਾਡੇ ਨਾਲ ਪ੍ਰੋਡਕਸ਼ਨਸ ਕਰਕੇ ਬਹੁਤ ਅੱਛਾ ਲੱਗਿਆ। ਵੀ ਡਿਡ ਸੋ ਮੈਨੀ ਪ੍ਰੋਡਕਸ਼ਨਸ ਟੁਗੇਦਰ, ਡਿਜ਼ਾਈਨਿੰਗ ਕੀਤੀ ਤੁਸੀਂ ਬਰੂਹੋਂ ਪਾਰ ਨਾ ਜਾਈ ਐਂਡ ਕਿੰਗ ਲੀਅਰ, ਸਟਿਲ ਆਈ ਰਿਮੈਂਬਰ ਐਵਰੀ ਸੀਨ ਆਫ ਇਟ। ਸੋ ਜਿਹੜੀ ਆਪਾਂ ਅਡੈਪਟੇਸ਼ਨਸ ਕੀਤੀਆਂ ਨਵਦੀਪ ਨਾਲ ਬੈਠ ਕੇ, ਹੋਰ ਸਾਰਾ ਕੰਮ ਕੀਤਾ, ਬਹੁਤ ਕਲਾਸ ਕੰਮ ਕੀਤਾ ਸੀ ਐਜ਼ ਏ ਹੈਡ। ਉਦੋਂ ਮੈਂ ਸੀ, ਤੁਸੀਂ ਮੇਰੇ ਨਾਲ ਸੀ। ਸੋ ਮੈਡਮ ਬਹਿਲ ਨਾਲ ਨੇ ਇੰਨੀਆਂ ਸੋਹਣੀਆਂ ਸਕ੍ਰਿਪਟ ਲਿਖੀਆਂ, ਬਰੂਹੋਂ ਪਾਰ ਨਾ ਜਾਏ। ਕੇਸਰੋ ਨਾਟਕ ਦਾ ਤੁਸੀਂ ਕੀਤਾ ਸੀ, ਫਿਰ ਮੈਂ ਉਦੋਂ ਸੈਟ ਕਾਸਟਿਊਮ ਜਦੋਂ ਕੇਸਰੋ ਮੈਂ ਗਾਰਗੀ ਸਾਹਿਬ ਨਾਲੋਂ ਟੋਟਲੀ ਡਿਫਰੈਂਟ ਕੀਤਾ, ਉਹਦੇ ਚ ਮਿਊਜ਼ਿਕ ਪਾ ਕੇ। ਹਾਂਜੀ ਬਿਲਕੁਲ, ਕਿਉਂਕਿ ਮੈਂ ਇੰਨਾ ਜ਼ਿਆਦਾ 79 ਸ਼ੋਜ਼ ਕੀਤੇ ਹੋਏ ਸੀ ਉਸ ਪਲੇ ਦੇ। ਬਹੁਤ ਅੱਛੀ ਪ੍ਰੋਡਕਸ਼ਨ ਸੀ। ਹਾਂ, ਮੈਂ ਉਸ ਚੋਂ ਅੱਕ ਚੁੱਕੀ ਸੀ, ਮੈਂ ਕਿਹਾ ਵੀ ਸ਼ੁਡ ਟ੍ਰੀਟ ਸਮਥਿੰਗ ਡਿਫਰੈਂਟਲੀ। ਸੋ ਉਹ ਮੇਰਾ ਆਈਡੀਆ ਸੀ ਵੀ ਇਹਨੂੰ ਟ੍ਰੀਟ ਕੀਤਾ ਜਾਵੇ ਡਿਫਰੈਂਟ। ਹਾਂ ਤੇ ਜਦੋਂ ਸੁਨੀਤਾ ਜੀ ਤੁਸੀਂ ਇੱਕ ਬੜਾ ਜਦੋਂ PhD ਦਾ ਕੰਮ ਕਰ ਰਹੇ ਸੀਗੇ ਤੇ ਤੁਸੀਂ ਸਟੈਨਿਸਲੋਵਸਕੀ ਔਰ ਦੂਜੇ ਪਾਸੇ ਬ੍ਰੈਖਟ,
ਇਹ ਦੋਨੋਂ ਡਿਫਰੈਂਟ ਤਰ੍ਹਾਂ ਦੀਆਂ ਧਾਰਾ ਸੀਗੀਆਂ ਕਿ ਬ੍ਰੈਖਟ ਟੋਟਲੀ ਡਿਫਰੈਂਟ ਉਹਦਾ ਪੁਆਇੰਟ ਆਫ ਵਿਊ, ਉਹਦੀ ਪ੍ਰੈਜੈਂਟੇਸ਼ਨ, ਉਹਦਾ ਸਟਾਈਲ, ਔਰ ਸਟੈਨੀਸਲੋਵਸਕੀ ਟੋਟਲੀ ਰੀਅਲਿਸਟਿਕ ਜਿਹੜਾ। ਤੇ ਇਹਨਾਂ ਦੀ ਜਦ ਤੁਸੀਂ ਕੰਪੈਰੀਟਿਵ ਸਟੱਡੀ ਕਰ ਰਹੇ ਸੀਗੇ, ਤੇ ਇਹ ਜਿਹੜੀ ਕੰਪੈਰੀਟਿਵ ਸਟੱਡੀ ਹੈ ਤੁਹਾਡੀ, ਇਹ ਫਿਰ ਬਾਅਦ ਵਿੱਚ ਤੁਸੀਂ ਕਦੇ ਕਿਸੇ ਪ੍ਰੋਡਕਸ਼ਨ ਵਿੱਚ ਕਦੀ ਉਸ ਨੂੰ ਉਸ ਤਰ੍ਹਾਂ ਯੂਜ਼ ਕੀਤਾ ਜਾਂ ਕੁਝ ਕਿਵੇਂ ਤੁਹਾਡੀ ਲਾਈਫ ਵਿੱਚ ਫਾਇਦਾ ਹੋਇਆ? ਹਾਂ ਬਿਲਕੁਲ ਕੀਤਾ। ਮੈਂ ਜਿਹੜਾ ਕਰਮਾਂ ਵਾਲੀ ਹੁਣੇ ਕੀਤਾ ਸੀ ਅਸੀਂ, ਉਹ ਵੀ ਉਸ ਦੇ ਵਿੱਚ ਮੈਂ ਬ੍ਰੈਕਟਨ ਟੈਕਨੀਕ ਨੂੰ ਯੂਜ਼ ਕੀਤਾ ਵਿਦ ਰੀਅਲਿਜ਼ਮ। ਸੋ ਬਿਕੋਜ਼ ਵੈਸੇ ਵੀ ਅਸੀਂ ਮੈਨੂੰ ਜੋ ਥੀਏਟਰ ਦੇ ਵਿੱਚ ਲੱਗਦਾ ਹੈ ਕਿ ਕੰਟੀਨਿਊਮ ਹੈ, ਇੱਕ ਧਾਗੇ ਦੀ ਤਰ੍ਹਾਂ ਹੈਗਾ, ਇੱਧਰ ਰੀਅਲਿਸਟਿਕ ਹੈ, ਇੱਧਰ ਨਾਨ ਰੀਅਲਿਸਟਿਕ ਹੈ। ਹਰ ਪ੍ਰੋਡਕਸ਼ਨ ਦੇ ਵਿੱਚ 20% ਨਾਨ ਰੀਅਲਿਜ਼ਮ ਤਾਂ ਆਏਗਾ ਹੀ ਆਏਗਾ, ਕਿਉਂਕਿ ਅਸੀਂ ਨਾਟਕ ਕਰ ਰਹੇ ਹਾਂ, ਅਸੀਂ ਡਰਾਮਾ ਕਰ ਰਹੇ ਹਾਂ। ਲੇਕਿਨ ਜੇ ਉਹਦਾ 80% ਟ੍ਰੀਟਮੈਂਟ ਰੀਅਲਿਸਟਿਕ ਹੈ, ਦੈਨ ਇਟਸ ਅ ਰੀਅਲਿਸਟਿਕ ਪਲੇ। ਜੇ ਉਹਦਾ 60-40 ਹੈ, 60 ਰੀਅਲਿਸਟਿਕ ਹੈ, ਫਿਰ ਵੀ ਉਹਨੂੰ ਰੀਅਲਿਸਟਿਕ ਹੀ ਮੰਨਾਂਗੇ। ਲੇਕਿਨ ਜੇ 60 ਅਸੀਂ ਨਾਨ ਰੀਅਲਿਸਟਿਕ ਪਾਉਂਦੇ ਹਾਂ ਬ੍ਰੈਕਟ ਦੀ ਤਰ੍ਹਾਂ, 40 ਉਹਦਾ ਰੀਅਲਿਜ਼ਮ ਹੈ ਉਹਦੇ ਚ, ਫਿਰ ਅਸੀਂ ਉਸਨੂੰ ਬ੍ਰੈਕਟੀਅਨ ਜਾਂ ਅਸੀਂ ਮਾਰਹੋਲਡੀਅਨ ਜਾਂ ਅਸੀਂ ਆਰਤੋਦੀਅਨ ਜਾਂ ਅਸੀਂ ਗ੍ਰੋਟਵਸਕੀਅਨ, ਇਹ ਅਸੀਂ ਨਾਮ ਦੇਵਾਂਗੇ। ਬਿਕੋਜ਼ ਇਹ ਸਾਰੇ ਜਿਹੜੇ ਸਟਾਈਲਸ ਹੈ ਇਹਨਾਂ ਦੇ, ਮੈਂ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਪੜ੍ਹਿਆ ਹੈ, ਇਹਨਾਂ ਚ ਆਈ ਵੈਂਟ ਡੀਪ ਇਨਟੂ ਇਟ। ਔਰ ਮੈਂ ਇੱਕ ਪ੍ਰੋਡਕਸ਼ਨ ਦੇਖੀ ਸੀ, ਗ੍ਰੀਕ ਪ੍ਰੋਡਕਸ਼ਨ ਹਵਾਈ ਦੇ ਵਿੱਚ, ਜਿਹੜੀ ਕਿ ਗ੍ਰੋਟਵਸਕੀਅਨ ਸਟਾਈਲ ਦੇ ਵਿੱਚ ਕੀਤੀ ਹੋਈ ਸੀ। ਸੋ ਏਦਾਂ ਦੇ ਜਿਹੜੇ ਕੰਬੀਨੇਸ਼ਨਸ ਹੈ, ਜਿਵੇਂ ਆਪਾਂ ਹੁਣ ਹਰ ਪਲੇ ਦੇ ਵਿੱਚ, ਕਿਸੇ ਵੀ ਮਾਡਰਨ ਪਲੇ ਦੇ ਵਿੱਚ ਆਪਾਂ ਰੀਅਲਿਜ਼ਮ ਉਹਨੂੰ ਫੋਕ ਨੂੰ ਪਾ ਲਈਏ ਵਿੱਚ। ਜਿਵੇਂ ਅਲਕਾਜੀ ਸਾਹਿਬ ਨੇ ਇੱਕ ਪ੍ਰੋਡਕਸ਼ਨ ਕੀਤੀ ਸੀ ਅੰਧਾ ਯੁੱਗ, ਉਹਨਾਂ ਨੇ ਉਹ NST ਦੇ ਵਿੱਚ ਨਹੀਂ ਕੀਤੀ, ਪੁਰਾਣੇ ਕਿਲੇ ਦੇ ਵਿੱਚ ਜਾ ਕੇ ਕੀਤੀ। ਹਾਂਜੀ, ਕਿਉਂਕਿ ਸਪੇਸ ਚੇਂਜ ਕਰਨ ਨਾਲ ਉਹਦਾ ਸਾਰਾ ਐਟਮੋਸਫੇਅਰ ਚੇਂਜ ਹੋ ਜਾਂਦਾ ਹੈ। ਕਿੱਥੇ ਤਾਂ ਆਪਾਂ ਉੱਥੇ ਮਹਿਲ ਦਿਖਾਣੇ ਸੀ ਜਾਂ ਉਹਦਾ ਕਿਲਾ ਦਿਖਾਣਾ ਸੀ, ਲੇਕਿਨ ਅਸੀਂ ਉਹਨੂੰ ਸਾਰੇ ਕਿਲੇ ਦੀ ਬੈਕਗਰਾਉਂਡ ਅੰਡਰ ਕਰ ਰਹੇ ਹਾਂ, ਤੁਹਾਡੇ ਕਾਸਟਿਊਮ ਉੱਭਰ ਕੇ ਆ ਰਹੇ ਨੇ, ਉਹ ਸਾਰਾ ਜਿਹੜਾ ਫੋਕ ਐਲੀਮੈਂਟ ਥੋੜਾ ਜਿਹਾ ਵੀ ਅਸੀਂ ਪਾ ਦਿੰਦੇ ਹਾਂ ਤਾਂ ਉਹਨੂੰ ਤੜਕਾ ਲੱਗ ਜਾਂਦਾ ਫੋਕ ਦਾ। ਬਿਲਕੁਲ। ਜਦੋਂ ਅੰਧਾ ਯੁੱਗ ਮੈਂ ਪੰਜਾਬੀ ਵਿੱਚ ਕੀਤਾ ਤਾਂ ਮੈਂ ਉਹਦੇ ਵਿੱਚ ਜਿਹੜੀ ਸਿੰਗਿੰਗ ਸੀ ਉਹ ਸਾਰੀ ਮੈਂ ਢਾਡੀਆਂ ਵਾਲੀ ਕੀਤੀ। ਉਹਦੇ ਢਾਡੀ ਆ, ਉਹ ਇੱਕ ਗੱਡੇ ਤੇ ਉੱਤੇ ਬੈਠ ਕੇ ਸਟੇਜ ਦੇ ਉੱਤੇ ਮੂਵ ਕਰਦੇ ਆ, ਔਰ ਉਹ ਵਾਰ ਨੂੰ, ਕਿਉਂਕਿ ਉਹ ਆਲਰੇਡੀ ਪਲੇ ਜਿਹੜਾ ਵਾਰ ਦੇ ਬਾਰੇ ਐਂਟੀ ਵਾਰ ਪਲੇ ਹੈ, ਤੇ ਉਹ ਵਾਰਾਂ ਜਿਹੜੀਆਂ ਢਾਡੀ ਰੰਗ ਦੇ ਵਿੱਚ ਉਹ ਗਾਉਂਦੇ ਆ, ਉਹਦੇ ਵਿੱਚ ਉਹ ਵਾਰ ਰਸ ਦੇ ਵਿੱਚ, ਹਾਂ, ਉਹ ਜਿਹੜੀ ਵੱਡ ਕੱਟ ਹੋਈ ਉਹਦੇ ਵਿੱਚੋਂ ਦੀ ਉਹ ਮੂਵ ਕਰਦੇ ਆ। ਤਾਂ ਮੈਂ ਉਹਨਾਂ ਨੂੰ ਇੱਕ ਮੂਵਮੈਂਟ ਦਿੱਤੀ ਸੀ ਉਹ ਮੈਂ। ਸੋ ਉਹ ਵਾਲਾ ਪੰਜਾਬ ਦਾ ਫੋਕ ਉਸ ਐਂਟੀ ਵਾਰ ਪਲੇ ਦੇ ਵਿੱਚ, ਉਸ ਰੂਪ ਦੇ ਵਿੱਚ ਮੈਂ ਵੀ ਯੂਜ਼ ਕੀਤਾ ਸੀ। ਸੋ ਇੱਕ ਸੁਨੀਤਾ ਜੀ, ਤੁਸੀਂ ਜਿਹੜੀ ਪੁਸਤਕ ਵੀ ਲਿਖੀ ਅਦਾਕਾਰੀ ਦੇ ਬਾਰੇ ਚ, ਡਿਫਰੈਂਟ ਸਟਾਈਲਸ ਆਫ ਐਕਟਿੰਗ ਜਿਹੜੀ ਹੈ, ਤੇ ਕੁਝ ਉਹਦੇ ਬਾਰੇ ਸਾਡੇ ਨਾਲ ਸਾਂਝਾ ਕਰੋਗੇ ਕਿ ਉਹ ਕੀ ਲੋੜ ਪੈ ਗਈ ਸੀ ਲਿਖਣ ਦੀ ਤੁਹਾਨੂੰ? ਤੁਸੀਂ ਜਦੋਂ ਐਕਚੁਅਲੀ ਉਹ ਮੇਰਾ PhD ਦਾ ਟੌਪਿਕ ਸੀ, ਜਿਵੇਂ ਐਮਫਿਲ ਮੈਂ ਕੀਤੀ ਹੈ ਸਟਾਨਿਸਲਵਸਕੀ ਤੇ ਬ੍ਰੈਕਟ ਤੇ ਮੈਂ ਉਸੇ ਨੂੰ ਅੱਗੇ ਕੰਟੀਨਿਊ ਕੀਤਾ, ਉਹਦੇ ਚ 6 ਸਟਾਈਲ ਹੋਰ ਐਡ ਕਰ ਦਿੱਤੇ। ਤੇ ਉਸ ਦੇ ਵਿੱਚ ਫਿਰ ਮੈਲੋਡਰਾਮੈਟਿਕ ਐਕਟਿੰਗ ਤੋਂ ਲੈ ਕੇ ਫਿਰ ਸਟਾਨਿਸਲਵਸਕੀਅਨ ਐਕਟਿੰਗ ਆਉਂਦੀ ਹੈ, ਫਿਰ ਬ੍ਰੈਕਟੀਅਨ ਆਉਂਦੀ ਹੈ, ਫਿਰ ਮਾਇਰਹੋਲਡ ਆਉਂਦਾ ਹੈ, ਸਟਾਨਿਸਲਵਸਕੀ ਤੋਂ ਬਾਅਦ ਮਾਇਰਹੋਲਡ ਆਉਂਦਾ ਹੈ, ਫਿਰ ਬ੍ਰੈਕਟੀਅਨ ਆਉਂਦੀ ਹੈ, ਫਿਰ ਆਰਤੋਦੀਅਨ ਆਉਂਦੀ ਹੈ, ਫਿਰ ਅਬਸਰਡ ਥੀਏਟਰ ਆਉਂਦਾ ਹੈ, ਫਿਰ ਉਸ ਦੇ ਵਿੱਚ ਇਹ ਜਿਹੜਾ ਗ੍ਰੋਟਵਸਕੀਅਨ ਪਾ ਕੇ ਤੇ ਉਹਨੂੰ ਐਂਡ ਦੇ ਵਿੱਚ ਟੋਟਲ ਥੀਏਟਰ ਦੇ ਨਾਲ ਅਡੈਪਟ ਕੀਤਾ ਹੈ। ਕਿ ਇਹ ਸਾਰੇ ਸਟਾਈਲ ਆਏ, ਥੋੜੀ ਦੇਰ ਰਹੇ, ਉਸਦਾ ਇੰਪੈਕਟ ਰਿਹਾ। ਜਿਵੇਂ ਆਪਣੀ ਵਰਲਡ ਹਿਸਟਰੀ ਦੇ ਵਿੱਚ ਵੀ ਹੈਵ ਗ੍ਰੀਕ ਥੀਏਟਰ ਦੀ ਸ਼ੁਰੂਆਤ ਹੋਈ, ਗ੍ਰੀਕ ਤੋਂ ਬਾਅਦ ਰੋਮਨਸ ਆਏ, ਲੇਕਿਨ ਰੋਮਨਸ ਤੋਂ ਬਾਅਦ ਜਿਹੜਾ 90 ਤੋਂ 100 ਸਾਲ ਦਾ ਪੀਰੀਅਡ ਹੈ, ਉਹ ਇੱਕ ਡਾਰਕ ਏਜਸ ਆਫ ਥੀਏਟਰ ਕਿਹਾ ਜਾਂਦਾ, ਜਿਸ ਦੇ ਵਿੱਚ ਕੋਈ ਵੱਡਾ ਥੀਏਟਰ ਨਹੀਂ ਹੋਇਆ, ਛੋਟ-ਪੁੱਟ ਥੀਏਟਰ ਹੁੰਦਾ ਰਿਹਾ। ਲੇਕਿਨ ਉਸ ਤੋਂ ਬਾਅਦ ਜਿਹੜਾ ਥੀਏਟਰ ਆਇਆ, ਕਿਉਂਕਿ ਉਹ ਜਿਹੜਾ ਰੋਮਨ ਥੀਏਟਰ ਹੈ ਮਹਿਲਾਂ 'ਚ ਹੁੰਦਾ ਸੀਗਾ, ਰਾਇਲ ਪੈਲੇਸਿਸ 'ਚ ਹੁੰਦਾ ਸੀ, ਤਾਂ ਉਹ ਨਿਕਲ ਕੇ ਸਿੱਧਾ ਕਾਮੇਡੀਆ ਦਲ ਆਰਟ ਤੇ ਬਣਿਆ। ਸੋ ਕਾਮੇਡੀਆ ਦਲ ਆਰਟ ਦੇ ਨਾਲ ਜਿਹੜੀ ਐਕਟਰ ਨੂੰ ਇੰਪੋਰਟੈਂਸ ਮਿਲੀ, ਉਹ ਐਕਟਿੰਗ ਓਰੀਐਂਟਡ ਥੀਏਟਰ ਸੀ ਜਿਹੜਾ ਸਾਰਾ, ਉਹ ਮੇਰੀ ਬੈਕਗ੍ਰਾਉਂਡ ਉਹ ਸੀਗੀ। ਲੇਕਿਨ ਆਈ ਵੈਂਟ ਟੂ ਦਾ ਮਾਡਰਨ ਸਟਾਈਲਸ ਕਿ ਕੀ ਨੇ ਵੈਸਟ ਦੇ ਵਿੱਚ। ਹਜੇ ਵੀ ਇਹ ਸਟਾਨਿਸਲਵਸਕੀ ਜਿਹੜਾ ਹੈਗਾ ਬੇਸ ਹੈ ਐਕਟਿੰਗ ਸਿੱਖਣ ਲਈ, ਕਿ ਐਕਟਿੰਗ ਕਿੱਦਾਂ ਐਕਟਰ ਗੈਟ ਇਨਟੂ ਦਾ ਕੈਰੈਕਟਰ। ਲੇਕਿਨ ਇਹ ਹੈ ਕਿ ਅੱਗੇ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਕਿੰਨਾ ਕੁਝ ਹੋਰ ਯੂਜ਼ ਕਰ ਸਕਦੇ ਹੋ ਰੀਅਲਿਜ਼ਮ ਤੋਂ ਇਲਾਵਾ। ਜਿਵੇਂ ਥੀਏਟਰ ਇਜ਼ ਬੇਸ, ਕਿ ਉਸ ਤੋਂ ਬਾਅਦ ਤੁਸੀਂ ਫਿਲਮਾਂ 'ਚ, ਟੈਲੀਵਿਜ਼ਨ 'ਚ ਕਰ ਲਓ, ਫਿਲਮਾਂ ਚਲੇ ਜਾਓ, ਸਟਾਨਿਸਲਵਸਕੀ ਇਜ਼ ਦਾ ਬੇਸ। ਦੈਨ ਉਸ ਤੋਂ ਬਾਅਦ ਤੁਸੀਂ ਬ੍ਰੈਕਟ ਚਲੇ ਜਾਓ, ਮਾਇਰਹੋਲਡ ਚਲੇ ਜਾਓ, ਆਰਤੋ ਚਲੇ ਜਾਓ, ਕਿਤੇ ਵੀ ਚਲੇ ਜਾਓ। ਸੋ ਇਹ ਮੇਰੀ ਬੁੱਕ ਦਾ ਨਿਚੋੜ ਸੀ।
क्या बात है, बहुत ਵਧੀਆ। ਮੈਂ ਕਿਉਂਕਿ ਦੇਖੀ ਹੈ, ਤੁਸੀਂ ਮੈਨੂੰ ਦਿੱਤੀ ਸੀ ਕਿਤਾਬ। ਮੈਂ ਹੁਣ ਉਹਦੀ ਰਿਟਾਇਰ ਹੋ ਕੇ ਪੰਜਾਬੀ ਕਰੂੰਗੀ ਤੇ ਫਿਰ ਤੁਹਾਡੇ ਨਾਲ ਬੈਠ ਕੇ ਕਰੂੰਗੀ, ਠੀਕ ਹੈ? ਬਿਲਕੁਲ ਨਹੀਂ, ਹੋਣੀ ਚਾਹੀਦੀ ਪੰਜਾਬੀ ਵਿੱਚ, ਕਿਉਂਕਿ ਬਹੁਤ ਹਾਂਜੀ। ਖੂਬਸੂਰਤ ਕਿਤਾਬ ਹੈ ਤੁਹਾਡੀ। ਤੇ ਉਹਨੂੰ ਮੈਂ ਇੰਗਲਿਸ਼ ਚ ਵੀ ਦੁਬਾਰਾ ਪਬਲਿਸ਼ ਕਰਾ ਰਹੀ ਹਾਂ, ਸਟਾਈਲਸ ਆਫ ਥੀਏਟਰ ਐਕਟਿੰਗ ਦੇ ਨਾਮ ਤੇ। ਬਹੁਤ ਅੱਛੀ ਕਿਤਾਬ ਹੈ ਉਹ। ਤੇ ਮੈਨੂੰ ਲੱਗਦਾ ਕਿ ਮੈਂ ਇਸੇ ਲਈ ਉਹ ਗੱਲ ਤੁਹਾਡੇ ਕੋਲੋਂ ਸੁਣਨਾ ਚਾਹ ਰਿਹਾ, ਤਾਂ ਕਿ ਦੂਜੇ ਲੋਕ ਵੀ ਸੁਣਨ ਤੇ ਉਸ ਕਿਤਾਬ ਨੂੰ ਤੁਸੀਂ, ਬਾਕੀ ਦੋਸਤ ਵੀ ਜ਼ਰੂਰ ਪੜ੍ਹਿਓ ਔਰ ਦੇਖਿਓ ਉਸ ਕਿਤਾਬ ਨੂੰ, ਔਰ ਦੂਜਿਆਂ ਤੱਕ ਵੀ ਤੁਸੀਂ ਜ਼ਰੂਰ ਉਹਨੂੰ ਸੁਜੈਸਟ ਕਰੋ ਕਿ ਇਦਾਂ ਦੀ ਕਿਤਾਬ ਹੈ ਕੋਈ। ਤੇ ਮੈਂ ਹੁਣ ਚਾਹਾਂਗਾ, ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਸਾਡੇ ਨਾਲ। ਸੁਦੇਸ਼ ਸ਼ਰਮਾ ਹੋਰੀ ਵੀ ਚੰਡੀਗੜ੍ਹ ਤੋਂ ਜੁੜੇ ਹੋਏ ਨੇ। ਔਰ ਸੁਦੇਸ਼ ਜੀ ਆਇਆਂ ਨੂੰ ਤੁਹਾਨੂੰ ਵੀ। ਕੋਈ ਸਵਾਲ ਕਰਨਾ ਚਾਹੁੰਦਾ ਹੋਵੇ ਕੋਈ? ਹਾਂਜੀ ਸੁਨੀਤਾ ਜੀ ਪੁੱਛਣਾ ਚਾਹ ਰਿਹਾ ਕੁਝ? ਹਾਂਜੀ ਸੁਨੀਤਾ ਜੀ, ਤੁਸੀਂ ਕਿਉਂਕਿ ਬਹੁਤ ਸਾਰੇ ਟੀਚਰ ਰਹੇ ਹੋ ਪੰਜਾਬੀ ਯੂਨੀਵਰਸਿਟੀ ਵਿੱਚ, ਥੀਏਟਰ ਡਿਪਾਰਟਮੈਂਟ ਦੇ ਵਿੱਚ, ਤੁਹਾਨੂੰ ਤਰ੍ਹਾਂ ਦੇ ਸਟੂਡੈਂਟਸ ਮਿਲੇ, ਅਲੱਗ-ਅਲੱਗ ਤਰ੍ਹਾਂ ਦੇ। ਤੁਸੀਂ ਕੀ ਸਮਝਦੇ ਹੋ ਕਿ ਮਤਲਬ ਸਟੂਡੈਂਟਸ ਇਸ ਚੀਜ਼ ਦੀ ਇੰਪੋਰਟੈਂਸ ਨੂੰ ਕਿੰਨਾ ਕੁ ਰਿਅਲਾਈਜ਼ ਕਰਦੇ ਆ ਕਿ ਇੱਕ ਪਾਸੇ ਐਕੈਡੈਮਿਕਸ ਹੈ, ਇੱਕ ਪਾਸੇ ਪ੍ਰੈਕਟੀਕਲ ਟ੍ਰੇਨਿੰਗ ਹੈ ਥੀਏਟਰ ਦੀ? ਇਹਨਾਂ ਦੋਨਾਂ ਦਾ ਕਿੰਨਾ ਕੁ ਬਲੈਂਡ ਜਿਹੜਾ ਐਕਟਰ ਲਈ ਜ਼ਰੂਰੀ ਹੈ? ਡਾਇਰੈਕਟਰ ਲਈ ਤਾਂ ਜ਼ਰੂਰੀ ਹੈ ਹੀ ਕਿ ਡਾਇਰੈਕਟਰ ਨੂੰ ਅਲੱਗ-ਅਲੱਗ ਟੈਕਨੀਕਸ ਦਾ ਪਤਾ ਹੋਣਾ ਚਾਹੀਦਾ। ਐਜ਼ ਐਨ ਐਕਟਰ ਉਹ ਕਿੰਨਾ ਕੁ ਐਕੈਡੈਮਿਕਸ ਦੇ ਨਾਲ ਵੀ ਜੁੜੇ, ਕਿੰਨਾ ਕੁ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ ਵੀ ਜੁੜੇ, ਉਹਦੇ ਨਾਲ ਕਿੰਨਾ ਕੁ ਸਾਊਂਡ ਹੁੰਦਾ, ਕਿ ਜੁੜਦੇ ਕਿ ਨਹੀਂ ਜੁੜਦੇ? ਜਿਹੜੇ ਐਕਚੁਅਲੀ ਸਾਡੇ ਕੋਲ ਸਟੂਡੈਂਟ ਆਉਂਦੇ ਨੇ, ਉਹ ਮਾਲਵੇ ਤੋਂ ਆਉਂਦੇ ਨੇ, ਬਿਲਕੁਲ ਰॉ ਹੁੰਦੇ ਨੇ। ਪਹਿਲੀ ਗੱਲ ਤਾਂ ਉਹਨਾਂ ਦਾ ਕੋਈ ਐਕਸਪੋਜ਼ਰ ਨਹੀਂ ਹੁੰਦਾ। ਦੇ ਡਿਡਨਟ ਨੋ ਹਾਊ ਟੂ ਸਿਟ ਔਨ ਦ ਸਟੇਜ, ਸਟੈਂਡ ਔਨ ਦ ਸਟੇਜ, ਹਾਊ ਟੂ ਯੂਜ਼ ਦ ਹੈਂਡਸ, ਹਾਊ ਟੂ ਯੂਜ਼ ਫੀਟ। ਸੋ ਕੁਛ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ, ਗਰਦਨ ਨੂੰ ਕਿਵੇਂ ਘੁਮਾਉਣਾ, ਇਹ ਕਰਨਾ। ਤਾਂ ਉਹਨਾਂ ਨੂੰ ਸਾਨੂੰ ਬੇਸਿਕ ਸਕ੍ਰੈਚ ਤੋਂ ਦੱਸਣਾ ਪੈਂਦਾ ਹੈ ਕਿ ਇਹ ਹੈ। ਪੜ੍ਹਨਾ ਵੀ ਨਹੀਂ ਆਉਂਦਾ ਹੁੰਦਾ। ਸ਼ ਨੂੰ ਛ ਬੋਲਦੇ ਨੇ, ਸੋ ਜ ਨੂੰ ਜ਼ ਬੋਲਦੇ ਨੇ, ਮਤਲਬ ਜ਼ ਨੂੰ ਜ ਬੋਲਣਗੇ। ਤੇ ਉਹ ਇਹ ਜਿਹੜੀਆਂ ਸਾਰੀਆਂ ਛਤਰੀ, ਸੜਕ, ਸੋ ਇਹ ਜਿਹੜੀ ਮੈਡਮ ਬਹਿਲ ਨੂੰ ਤਾਂ ਪਤਾ ਹੈ, ਕੇਵਲ ਜੀ ਨੂੰ ਵੀ ਪਤਾ ਹੈ, ਬਿਕੋਜ਼ ਇਹਨਾਂ ਨੇ ਬਹੁਤ ਸਟੂਡੈਂਟਸ ਨਾਲ ਕੰਮ ਕੀਤਾ ਹੈ। ਸੋ ਸਕ੍ਰੈਚ ਤੋਂ ਕਰਨਾ ਪੈਂਦਾ ਸਾਨੂੰ ਸਾਰਾ। ਲੇਕਿਨ ਅਸੀਂ ਉੱਥੋਂ ਉਹਨਾਂ ਨੂੰ 2 ਮਹੀਨੇ ਚ ਕੱਢ ਲੈਂਦੇ ਹਾਂ ਤੇ ਫਿਰ ਅਸੀਂ ਉਹਨਾਂ ਨੂੰ ਬੇਸਿਕਸ ਦੱਸਦੇ ਹਾਂ, ਕਿਉਂਕਿ ਜਿਹੜੀ ਥਿਊਰੀ ਹੈ ਉਹ ਸਾਡੇ ਪ੍ਰੈਕਟੀਕਲ ਨੂੰ ਕਲੈਰੀਫਾਈ ਕਰਦੀ। ਮੇਨ ਚੀਜ਼ ਇਹ ਹੈ, ਜੇ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਹੋਏਗਾ ਸਟਾਨਿਸਲਾਵਸਕੀ ਦੇ ਸਾਈਕੋ ਟੈਕਨੀਕਸ ਕੀ ਹੈ, how he get into the concentration and how he can be relaxed, he cannot get into the character. So ਉਹ ਜਿਹੜੀ ਟੈਕਨੀਕ ਹੈ ਉਹ ਤੁਹਾਨੂੰ ਆਏਗੀ ਥਰੂ ਯੋਗਾ, ਬੋਡੀ ਐਕਸਰਸਾਈਜ਼ਸ, ਥੀਏਟਰ ਗੇਮਸ ਐਂਡ ਦੈਨ ਵੌਇਸ ਐਕਸਰਸਾਈਜ਼ਸ। ਸੋ ਉਹ ਜਦ ਬੱਚਿਆਂ ਦਾ ਇੰਟਰਸਟ ਕ੍ਰੀਏਟ ਕਰਨਾ ਹੁੰਦਾ ਹੈ। ਲੇਕਿਨ ਅਸੀਂ, ਸਾਡੇ ਡਿਪਾਰਟਮੈਂਟ ਦੀ ਕੀ ਰੇਸ਼ੋ ਹੈ, ਅਸੀਂ 60% ਬੱਚਿਆਂ ਦਾ ਤਾਂ ਕਰ ਪਾਉਂਦੇ ਹਾਂ, ਲੇਕਿਨ 40% ਬੱਚੇ ਇਹੋ ਜਿਹੀ ਬੈਕਗ੍ਰਾਉਂਡ ਤੋਂ ਆਉਂਦੇ ਆ ਕਿ ਉਹ ਸਿਰਫ 10% ਸਿੱਖਦੇ ਨੇ। ਤੇ ਜਿਹੜੇ ਅੱਛੇ ਬੱਚੇ ਆ ਉਹ ਐਕੈਡੈਮਿਕਸ ਵਿੱਚ ਵੀ ਬਹੁਤ ਅੱਛੇ ਨੇ ਔਰ ਪ੍ਰੈਕਟੀਕਲ ਚ ਵੀ ਅੱਛੇ, ਦੋਨੋਂ ਚੀਜ਼ਾਂ ਚ ਅੱਛੇ ਨੇ। ਔਰ ਹਰ ਸੈਸ਼ਨ ਦੇ ਵਿੱਚ ਸਾਡੇ ਕੋਲ 10-12 ਸਟੂਡੈਂਟਸ ਬਹੁਤ ਅੱਛੇ ਨਿਕਲਦੇ ਨੇ। ਉਹ ਸਾਰੇ ਤੁਸੀਂ ਦੇਖੋਗੇ ਪੰਜਾਬੀ ਥੀਏਟਰ ਔਰ ਪੰਜਾਬੀ ਫਿਲਮਾਂ ਚ ਛਾਏ ਹੋਏ ਨੇ ਅੱਜ ਕੱਲ੍ਹ, ਚਾਹੇ ਭਾਵੇਂ ਉਹ ਰਾਈਟਰ ਹੈ, ਭਾਵੇਂ ਉਹ ਡਾਇਰੈਕਟਰਸ ਹੈ, ਭਾਵੇਂ ਉਹ ਐਕਟਰਸ ਹੈ। ਸੋ ਲੇਕਿਨ ਜਿਹੜੇ 40% ਹੈ ਉਹਨਾਂ ਨੂੰ ਅਸੀਂ 10-20% ਤੇ ਹੀ ਲੈ ਕੇ ਆਉਂਦੇ ਹਾਂ। ਕਈ ਵਾਰ ਉਹ ਫੀਲਡ 'ਚ ਧੱਕੇ ਧੁੱਕੇ ਖਾ ਕੇ ਬਹੁਤ ਜ਼ਿਆਦਾ ਸਿੱਖ ਜਾਂਦੇ। ਸੋ ਮਤਲਬ ਮੇਰਾ ਕਹਿਣਾ ਸੀ, ਦਿਸ ਇਜ਼ ਨਾਟ ਲਿਮਿਟਡ ਟੂ ਡਿਪਾਰਟਮੈਂਟ ਸਟੂਡੈਂਟਸ ਜਿਹੜੇ ਅਸੀਂ ਐਕਟਰ ਆ ਬਾਹਰ। ਮਤਲਬ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਜਿੰਨੇ ਡਾਇਰੈਕਟਰ ਮਿਲੇ, ਗੁਰਸ਼ਰਨ ਭਾਜੀ ਮਿਲੇ, ਡਾਕਟਰ ਆਤਮ ਜੀ ਦਾ, ਕੇਵਲ ਧਾਲੀਵਾਲ, ਸਾਰਿਆਂ ਨੇ ਕਿਹਾ ਕਿ ਐਜ਼ ਐਨ ਐਕਟਰ ਤੁਹਾਨੂੰ ਬਹੁਤ ਪੜ੍ਹਨ ਦੀ ਲੋੜ ਵੀ ਹੈ, ਇਕੱਲੇ ਡਾਇਲੌਗਸ ਨੂੰ ਰਟਣ ਜਾਇਦਾ ਕਰਨ ਦੀ। ਸੋ ਮੈਂ ਪੜ੍ਹਨ ਵੱਲ ਤੁਰਿਆ, ਮੈਨੂੰ ਬਹੁਤ ਅੱਛਾ ਲੱਗਾ ਕਿ ਮੈਂ ਪੜ੍ਹਿਆ, ਡਿਪਾਰਟਮੈਂਟ ਤੋਂ ਵੀ ਕਲਾਸਾਂ, ਉੱਥੋਂ ਕਿਤਾਬਾਂ ਲਈਆਂ, ਪੜ੍ਹੀਆਂ। ਸੋ ਮਤਲਬ ਜਿਹੜਾ ਬਾਹਰ ਸਟੂਡੈਂਟ ਹੈ, ਜਿਹੜਾ ਬਾਹਰ ਐਕਟਰ ਹੈ, ਜਿਹੜਾ ਡਿਪਾਰਟਮੈਂਟ ਦੀ ਟ੍ਰੇਨਿੰਗ ਸਮਹਾਉ ਨਹੀਂ ਲੈ ਸਕਿਆ, ਉਹਨੂੰ ਕੀ ਸਿੱਖਣਾ ਚਾਹੀਦਾ ਬੇਸਿਕ? ਉਹ ਕਿਵੇਂ ਸਿੱਖੇ? ਉਹਨੂੰ ਜੇ ਥੀਏਟਰ ਕਰਨਾ ਉਹਨੇ ਤਾਂ ਮੈਕਸਿਮਮ ਪਲੇਜ਼ ਪੜ੍ਹਨੇ ਚਾਹੀਦੇ ਨੇ। ਬਿਕੋਜ਼ ਜੇ ਤੁਹਾਨੂੰ ਪਲੇ ਦਾ ਫਾਰਮੈਟ ਹੀ ਨਹੀਂ ਪਤਾ ਕਿ ਕੀ ਹੈ, ਤੁਸੀਂ ਕੈਰੈਕਟਰਾਈਜੇਸ਼ਨ ਨਹੀਂ ਸਮਝ ਸਕਦੇ, ਔਰ ਇੱਕ ਵਾਰ ਪੜ੍ਹ ਕੇ ਤੁਸੀਂ ਪਲੇ ਨੂੰ ਨਹੀਂ ਸਮਝ ਸਕਦੇ। ਸੋ ਤੁਹਾਨੂੰ ਪਾਰਟਸ ਦੇ ਵਿੱਚ ਉਸ ਪਲੇ ਨੂੰ ਪੜ੍ਹਨਾ ਪਏਗਾ, ਜਿਉਣਾ ਪਏਗਾ ਔਰ ਉਸਨੂੰ ਜਜ਼ਬ ਕਰਨਾ ਪਏਗਾ ਆਪਣੇ ਅੰਦਰ। ਸੋ ਦੈਨ ਯੂ ਕੈਨ ਗੋ ਫॉर ਐਕਟਿੰਗ। ਸਾਡੇ ਕੀ, ਅਸੀਂ ਪੜ੍ਹਦੇ ਹੈ ਨਹੀਂ, ਅਸੀਂ ਸਿਰਫ ਪੂਰੀ ਸਕ੍ਰਿਪਟ ਵੀ ਨਹੀਂ ਪੜ੍ਹਦੇ। ਕਈ ਐਕਟਰ ਸਿਰਫ ਆਪਣਾ ਰੋਲ ਪੜ੍ਹ ਕੇ, ਰੱਟਾ ਲਗਾ ਕੇ, ਕ੍ਰੈਮਿੰਗ ਕਰਕੇ ਜਾਂ ਇੱਕ ਦੂਜੇ ਤੋਂ ਨਕਲ ਕਰਕੇ ਉਹ ਬੋਲ ਦਿੰਦੇ ਨੇ। ਤੋ ਇਸ ਕਰਕੇ ਜਿਹੜੀ ਆ ਉਹ ਚੀਜ਼ਾਂ ਨੇ, ਫਿਰ ਉਹ ਡੀਪ ਨਹੀਂ ਜਾਂਦੀਆਂ ਬੰਦੇ ਦੇ। ਡੀਪ ਜਾਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਐਕਟਰ ਦਾ ਸਕਿਨ ਡੀਪ ਹੋਣਾ ਨਹੀਂ ਜ਼ਰੂਰੀ, ਐਕਟਰ ਹੈਜ਼ ਟੂ ਟੱਚ ਦ ਸੋਲ। ਹਾਂ, ਸਾਡੇ ਇੱਥੇ ਇੱਕ ਰੋਂਗ ਕਨਸੈਪਸ਼ਨ ਬਣੀ ਹੋਈ ਹੈ ਨਾ
ਕਿ ਡਾਇਰੈਕਟਰ ਨੂੰ ਹੀ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਹੈ? ਨਹੀਂ ਬਿਲਕੁਲ ਨਹੀਂ। ਵੀ ਐਕਟਰ ਤੁਸੀਂ ਮੈਂ ਡਾਇਲੌਗ ਲਰਨ ਕਰ ਇਹੀ ਸਾਡੇ ਵੈਸਟ ਔਰ ਇੰਡੀਅਨ ਐਕਟਰਾਂ 'ਚ ਫਰਕ ਹੈ। ਵੈਸਟ ਦੇ ਐਕਟਰ ਬਹੁਤ ਜ਼ਿਆਦਾ ਡੀਪ ਸਟੱਡੀ ਕਰਦੇ ਨੇ, ਉਹ ਸਕੂਲ ਤੋਂ ਹੀ ਥੀਏਟਰ ਹੈ ਉਹਨਾਂ ਦੇ। ਸੋ ਸਾਡੇ ਸਕੂਲ ਕਾਲਜਸ ਦੇ ਵਿੱਚ ਥੀਏਟਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਜਿਹੜੇ ਕਿ ਨਹੀਂ ਸਾਇੰਸ ਮਾਥ ਪੜ੍ਹਨਾ ਚਾਹੁੰਦੇ, ਦੇ ਕੈਨ ਬੀ ਵੈਰੀ ਗੁੱਡ ਐਕਟਰਸ। ਸੋ ਅਸੀਂ ਉਹਨਾਂ ਨੂੰ ਪਹਿਲੇ ਹੀ ਐਕਟਿੰਗ ਦੇ ਬੇਸਿਕਸ ਸਿਖਾ ਦਈਏ ਅਸੀਂ, ਤਾਂ ਅਸੀਂ ਅੱਗੇ ਜਾ ਕੇ ਉਹਨਾਂ ਤੋਂ ਬਹੁਤ ਕੰਮ ਕਰਵਾ ਸਕਦੇ ਹਾਂ। ਬਿਕੋਜ਼ ਇੱਕ ਬੇਸਿਕ ਸਿੱਖਣਾ ਨੂੰ ਮੈਨੂੰ ਲੱਗਦਾ ਹੈ ਜਿਹੜੀ ਥੀਏਟਰ ਦੀ ਟ੍ਰੇਨਿੰਗ ਹੈ, ਆਈ ਐਮ ਵੈਰੀ ਮਚ ਅਲਾਈਨਸ ਵਿਦ ਗ੍ਰੋਟੋਵਸਕੀ। ਗ੍ਰੋਟੋਵਸਕੀ ਕਹਿੰਦਾ ਵੀ ਇੱਕ ਐਕਟਰ ਦੀ ਟ੍ਰੇਨਿੰਗ ਹੈ ਜਿਹੜੀ 7 ਤੋਂ 10 ਸਾਲ ਹੋਣੀ ਚਾਹੀਦੀ ਹੈ। ਮੈਂ ਉਹਦੇ ਨਾਲ ਬਿਲਕੁਲ 100% ਐਗਰੀ ਕਰਦੀ ਹਾਂ ਕਿ 7 ਤੋਂ 10 ਸਾਲ ਜਦ ਤੱਕ ਤੁਸੀਂ ਤਪੱਸਿਆ ਨਹੀਂ ਕਰ ਸਕਦੇ, ਤੁਸੀਂ ਐਕਟਰ ਨਹੀਂ ਬਣ ਸਕਦੇ। ਤੁਸੀਂ ਪੰਸਾਰੀ ਦੀ ਦੁਕਾਨ ਖੋਲ ਲਓ, ਐਕਟਰ ਨਾ ਬਣੋ, ਉਹ ਬੈਟਰ ਹੈ। ਸੋ ਪੜ੍ਹਨਾ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ ਹੈ, ਬਿਲਕੁਲ। ਇਹ ਸਾਹਿਬ ਸਿੰਘ, ਇਹ ਸਾਹਿਬ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇਹ ਜਿਹੜੇ ਟੈਕਨੀਕਸ ਸਿਰਫ ਡਾਇਰੈਕਟਰ ਲਈ ਬਿਲਕੁਲ ਜ਼ਰੂਰੀ ਨਹੀਂ। ਇਹ ਮੈਂ ਕਿਉਂਕਿ ਜਿਹੜੀ ਨੈਸ਼ਨਲ ਸਕੂਲ ਆਫ ਡਰਾਮਾ ਜਦੋਂ ਅਸੀਂ ਪੜ੍ਹਦੇ ਸੀ, ਹੁਣ ਵੀ ਉੱਥੇ ਹੈ, ਇਹ ਪਹਿਲਾ ਸਾਲ ਸਾਰੇ ਐਕਟਰ ਡਾਇਰੈਕਟਰ ਕਾਮਨ ਸਬਜੈਕਟ ਹੁੰਦੇ ਆ। ਸਾਰਿਆਂ ਲਈ ਲਾਈਟਿੰਗ ਸਿੱਖਣੀ ਜ਼ਰੂਰੀ ਹੈ, ਉਹਦੀ ਸਟੇਜ ਸੈਟਿੰਗ ਸਿੱਖਣੀ ਜ਼ਰੂਰੀ, ਕਾਰਪੈਂਟਰੀ ਕਰਨੀ ਬਹੁਤ ਜ਼ਰੂਰੀ ਹੈ। ਯਾਨੀ ਕਿ ਉਹ ਸਾਰੀਆਂ ਟੈਕਨੀਕਸ ਜਿਹੜੀਆਂ ਉਹ ਐਕਟਰਸ ਨੂੰ ਵੀ ਸਿੱਖਣੀਆਂ ਪੈਂਦੀਆਂ। ਦੈਨ ਸੈਕੰਡ ਈਅਰ ਤੋਂ ਸਪੈਸ਼ਲਾਈਜੇਸ਼ਨ ਕਰਦੇ ਆ। ਸੋ ਮੈਂ ਸਮਝਦਾ ਕਿ ਮੈਂ ਖੁਦ ਬਹੁਤ ਗੁੱਸੇ ਹੁੰਦਾ ਆਪਣੇ ਕਲਾਕਾਰਾਂ ਦੇ ਨਾਲ, ਐਕਟਰਾਂ ਨਾਲ, ਕਿ ਜਿਹੜੇ ਨਹੀਂ ਪੜ੍ਹਦੇ, ਜਿਹੜੇ ਪੜ੍ਹਦੇ ਤੇ ਉਹ ਮੇਰੇ ਕੋਲ ਬਹੁਤ ਝਿੜਕਾਂ ਖਾਂਦੇ ਆ, ਤੇ ਮੈਂ ਉਹਨਾਂ ਅੱਗੇ ਕਿਤਾਬਾਂ ਸੁੱਟਦਾ ਰਹਿਣਾ ਵੀ ਪੜ੍ਹੋ ਪੜ੍ਹੋ, ਵੀ ਇਹ ਪੜ੍ਹਨਾ ਬਹੁਤ ਜ਼ਰੂਰੀ ਹੈ। ਐਕਟਰ ਬਿਲਕੁਲ ਨਲਾਇਕ ਨਹੀਂ ਹੋਣਾ ਚਾਹੀਦਾ ਕਦੀ। ਮੈਂ ਕਹਿੰਦਾ ਪੜ੍ਹੇ ਲਿਖੇ, ਅੱਜ ਦਾ ਯੁੱਗ ਜਿਹੜਾ ਟ੍ਰੇਨਡ ਐਕਟਰ, ਪੜ੍ਹਿਆ ਲਿਖਿਆ ਔਰ ਮੋਰ ਓਵਰ ਇੰਟੈਲੀਜੈਂਟ ਹੋਣਾ ਬਹੁਤ ਲਾਜ਼ਮੀ ਹੈ। ਕੇਵਲ ਜੀ ਮੈਂ ਇੱਕ ਗੱਲ ਹੋਰ ਕਵਾਂਗੀ, ਬਿਕੋਜ਼ ਜਿਹੜਾ ਆਮ ਆਦਮੀ ਹੈ ਉਹ ਇੱਕ ਸਬਜੈਕਟ ਪੜ੍ਹਦਾ ਹੈ, ਇਕਨੋਮਿਕਸ, ਪੋਲੀਟੀਕਲ ਸਾਇੰਸ, ਹਿਸਟਰੀ, ਲੇਕਿਨ ਐਕਟਰ ਨੂੰ 20 ਸਬਜੈਕਟ ਇਕੱਠੇ ਪੜ੍ਹਨੇ ਪੈਂਦੇ ਆ। ਬਿਕੋਜ਼ ਉਹਨੇ ਕਦੇ ਐਕਟਰ ਦਾ ਰੋਲ ਕਰਨਾ ਹੈ, ਕਦੇ ਵਕੀਲ ਦਾ ਰੋਲ ਕਰਨਾ ਹੈ, ਕਦੇ ਡਾਕਟਰ ਦਾ ਰੋਲ ਕਰਨਾ ਹੈ। ਸੋ ਉਹਦੇ ਲਈ ਬਹੁਤ ਜ਼ਰੂਰੀ ਹੈ। ਔਰ ਇਸੇ ਕਰਕੇ ਜਦ ਤੁਸੀਂ ਇੱਕ ਐਕਟਰ ਇੱਕ ਰੋਲ ਕਰਦਾ ਹੈ, ਉਸ ਤੋਂ ਬਾਅਦ ਰਿਫਾਈਨਡ ਹੁੰਦਾ, ਫਿਰ ਦੂਸਰਾ ਕਰਦਾ ਹੈ। ਜਿਹੜਾ ਐਕਟਰ ਹੀ ਹੈ ਜਿਹੜਾ 100 ਜ਼ਿੰਦਗੀਆਂ ਜੀ ਸਕਦਾ ਹੈ, ਆਮ ਆਦਮੀ ਤਾਂ ਇੱਕੋ ਹੀ ਜ਼ਿੰਦਗੀ ਜਿੰਦਾ ਹੈ। That's why he's a star. ਐਗਜ਼ੈਕਟਲੀ। ਮੈਂ ਆਪ ਹਮੇਸ਼ਾ ਕਹਿੰਦਾ ਕਿ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਸਮਾਜ ਦੀ ਵੀ ਸਮਝ ਹੋਣੀ ਚਾਹੀਦੀ ਹੈ ਕਿ ਤੁਹਾਡੇ ਆਲੇ ਦੁਆਲੇ ਸਮਾਜਿਕ ਤੌਰ ਤੇ ਕੀ ਹੋ ਰਿਹਾ, ਪੋਲੀਟੀਕਲ ਤੌਰ ਤੇ ਕੀ ਹੋ ਰਿਹਾ, ਇਹ ਐਕਟਰ ਨੂੰ ਪਤਾ ਹੋਣਾ ਚਾਹੀਦਾ ਹੈ। ਬਹੁਤ ਵਾਰੀ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਪੋਲਿਟਿਕਸ ਤੋਂ ਕੀ ਲੈਣਾ ਦੇਣਾ, ਪਰ ਲੈਣਾ ਦੇਣਾ ਹਰ ਇੱਕ ਦਾ ਹੈਗਾ। ਸਾਡੇ ਭਾਵੇਂ ਅਸੀਂ ਘਰਾਂ 'ਚ ਬੈਠੇ ਹਾਂ, ਚਾਹੇ ਅਸੀਂ ਕਿਸੇ ਵੀ ਸਮਾਜ ਦੇ ਹਿੱਸੇ ਵਿੱਚ ਆ, ਤੇ ਮੈਂ ਕਹਿੰਦਾ ਨਾ ਪੋਲਿਟਿਕਸ ਤੋਂ ਲੈਣਾ ਦੇਣਾ ਸਾਡਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ, ਸਾਡੇ ਘਰ ਬਣਾਉਣ ਤੱਕ ਹਰ ਚੀਜ਼ ਪੋਲੀਟੀਕਲ ਉਹਦੇ ਨਾਲ ਜੁੜੀ ਹੋਈ ਹੈ। ਜਿਹੜੇ ਪੋਲੀਟੀਕਲ ਲੋਕ ਫੈਸਲੇ ਲੈਂਦੇ ਉਹਨਾਂ ਨਾਲ ਜੁੜੀ ਹੋਈ ਹੈ। ਇਸ ਲਈ ਸਾਨੂੰ ਪੋਲਿਟਿਕਸ ਵੀ ਐਕਟਰ ਨੂੰ, ਡਾਇਰੈਕਟਰ ਨੂੰ, ਥੀਏਟਰ ਵਾਲਿਆਂ ਨੂੰ, ਆਰਟਿਸਟਾਂ ਨੂੰ ਉਹ ਸਮਝ ਹੋਣੀ ਚਾਹੀਦੀ ਹੈ, ਉਹਨਾਂ ਨੂੰ ਉਹਦੇ ਵਿੱਚ ਜਾਣਾ ਚਾਹੀਦਾ। ਸੋ ਮੈਂ ਦੂਸਰੇ ਦੋਸਤਾਂ ਨੂੰ ਇੱਕ ਸਵਾਲ ਹੈ ਸੁਨੀਤਾ ਜੀ ਨੂੰ, ਇੱਕ ਸਵਾਲ ਸੁਨੀਤਾ ਜੀ, ਵੈਸੇ ਤਾਂ ਤੁਹਾਨੂੰ ਰਿਟਾਇਰਡ ਕਹਿਣਾ ਆਪਣੇ ਆਪ 'ਚ ਝਿਜਕ ਜਿਹੀ ਮਹਿਸੂਸ ਹੁੰਦੀ ਹੈ, ਪਰ ਕਿਉਂਕਿ ਤੁਸੀਂ ਹੁਣ ਰਿਟਾਇਰਡ ਹੋ ਗਏ ਹੋ ਸੱਚੀ ਮੁੱਚੀ, ਕੀ ਨਹੀਂ ਹੋਣਾ, ਮੈਂ ਦਸੰਬਰ 'ਚ ਹੋਣਾ, ਦਸੰਬਰ 'ਚ ਹੋਣਾ। ਆ ਗਿਆ ਦਸੰਬਰ ਤੱਕ ਕੁਝ ਨਹੀਂ ਹੋਣਾ ਇੱਥੇ ਹੁਣ 2020 'ਚ ਹੋ ਗਏ ਤੁਸੀਂ ਰਿਟਾਇਰ? ਹਜੇ ਹੈਗੇ 4 ਮਹੀਨੇ, ਆਨਲਾਈਨ ਕਲਾਸਾਂ ਲੈਣੀਆਂ ਨੇ। ਮੇਰਾ ਸਵਾਲ ਸੀਗਾ ਕਿ ਤੁਹਾਡੇ ਕੋਲ ਇੰਨਾ ਵਸੀਹ ਤਜਰਬਾ ਹੈ ਨਾ ਐਕਟਿੰਗ ਬਾਰੇ, ਥੀਏਟਰ ਬਾਰੇ, ਥੀਏਟਰ ਦੀ ਐਕੈਡੈਮਿਕਸ ਬਾਰੇ, ਜਿਹੜਾ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਇੰਟੀਰੀਅਰ 'ਚ ਬੈਠਾ ਐਕਟਰ, ਜਿਹੜਾ ਬਿਲਕੁਲ ਹੀ ਸਧਾਰਨ ਪੱਧਰ ਦੇ ਉੱਤੇ ਵਿਚਰ ਰਿਹਾ, ਕਿ ਤੁਹਾਡੇ ਮਾਈਂਡ ਦੇ ਵਿੱਚ ਕੋਈ ਉਹਨਾਂ ਵਾਸਤੇ ਕੋਈ ਇਹੋ ਜਿਹੀ ਥਾਟ ਹੈ ਕਿ ਆਈ ਸ਼ੁੱਡ ਗੋ ਟੂ them, ਕਿ ਮੇਰਾ ਜਿਹੜਾ ਜ਼ਿੰਦਗੀ ਦਾ ਇੰਨਾ ਤਜਰਬਾ ਹੈ, ਮੈਂ ਕਿਤੇ ਉਹ ਚੀਜ਼ ਲੈਸਨ ਜ਼ਰੀਏ ਜਾਂ ਬੁੱਕਸ ਜ਼ਰੀਏ ਜਾਂ ਕਿਸੇ ਵੀ ਤਰ੍ਹਾਂ ਮੈਂ ਉਹਨਾਂ ਤੱਕ ਪਹੁੰਚਾ ਸਕਾਂ? ਤੁਹਾਡਾ ਜ਼ਿੰਦਗੀ ਦਾ ਇੰਨਾ ਬਿਲਕੁਲ ਪਹੁੰਚਾਉਣ ਦੀ ਪਲਾਨ ਹੈ? ਬਾਕੀ ਤਾਂ ਦੱਸਦਾ, ਲੇਕਿਨ ਆਈ ਹੈਵ ਪਲਾਨਸ ਕਿ ਜ਼ਰੂਰ ਕੁਛ ਨਾ ਕੁਛ ਕਰਾਂਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ, ਲੇਕਿਨ ਪ੍ਰੋਵਾਈਡਡ ਐਕਟਰ ਸ਼ੁੱਡ ਬੀ ਸੀਰੀਅਸ। ਦੇ ਵਿਲ ਬੀ ਸੀਰੀਅਸ, ਬੜਾ ਐਨਰਿਚਿੰਗ ਹੋਏਗਾ ਉਹਨਾਂ ਲਈ। ਹਾਂ ਬਿਲਕੁਲ I have all my time for them, so no problem, anytime they can, even now students ਸਾਨੂੰ online ਹੈ, ਕਾਲ ਕਰਦੇ ਨੇ, ਜੇ ਕੁਝ ਨਹੀਂ ਸਮਝ ਆਉਂਦਾ ਤਾਂ ਅਲੱਗ ਤੋਂ ਮੈਂ ਫੋਨ ਤੇ ਉਹਨਾਂ ਨਾਲ ਵੌਇਸ ਕਰਕੇ ਰਿਕਾਰਡ ਕਰਕੇ ਉਹਨਾਂ ਨੂੰ ਭੇਜ ਰਹੀ ਹਾਂ। ਬਿਕੋਜ਼ ਹੁਣ ਤਾਂ ਐਗਜ਼ਾਮ ਹੋਣੇ ਨਹੀਂ, ਪਹਿਲਾਂ they were worried ਕਿ ਅਸੀਂ ਐਗਜ਼ਾਮ ਦੇਣੇ ਨੇ, ਸੋ ਉਹ ਕੋਈ ਨਹੀਂ, all my time will be there. So thank you ਸਰੀਨ ਸਾਹਿਬ ਕੁਝ ਪੁੱਛਣਾ ਚਾਹ ਰਹੇ ਸੀ। ਹਾਂਜੀ ਨਮਸਤੇ ਜੀ। ਨਮਸਤੇ ਸਰ। ਨਮਸਤੇ ਜੀ। ਹਾਂ ਸੁਨੀਤਾ ਜੀ, ਪਹਿਲੀ ਗੱਲ ਤਾਂ ਹੈ ਕਿ ਚੰਨ ਪਰਦੇਸੀ ਦੀ ਯਾਦ ਕਰਾ ਕੇ ਤਾਂ ਬਹੁਤ ਕੁਝ ਯਾਦ ਆ ਗਿਆ।
हाँ जी ਕਿਉਂਕਿ बिल्कुल ਮੈਂ ਤਾਂ ਉਹਦਾ ਪਾਰਟ ਐਂਡ हाँ ਪਾਰਸਲ ਰਿਹਾ ਹੀ ਆ। हाँ ਦੂਸਰੀ ਗੱਲ बिल्कुल ਇਹ ਕਿ ਤੁਸੀਂ ਮਤਲਬ ਥੀਏਟਰ ਵੀ ਕੀਤਾ ਤੇ ਫਿਲਮਾਂ 'ਚ ਵੀ ਗਏ, ਬਹੁਤ ਵਾਈਡ ਐਕਸਪੀਰੀਅੰਸ ਹੈ ਤੁਹਾਡਾ। ਤੁਸੀਂ ਕੋਈ ਆਪਣਾ ਥੀਏਟਰ ਗਰੁੱਪ ਵੀ ਬਣਾਇਆ ਸੀ ਜਾਂ ਕੋਈ ਬਾਹਰ ਵੀ ਕਿਸੇ ਗਰੁੱਪ ਦੇ ਨਾਲ ਪਲੇ ਡਾਇਰੈਕਟ ਕੀਤਾ ਕਿ ਸਿਰਫ ਯੂਨੀਵਰਸਿਟੀ ਦੇ ਜਾਂ ਕਿਸੇ ਕਾਲਜ 'ਚ ਕੀਤਾ? ਮੈਂ ਨਾਰਵੇ ਅਸੀਂ ਗਏ ਸੀ, ਕੇਵਲ ਜੀ ਵੀ ਗਏ ਸੀ ਤੇ ਅਸੀਂ ਉਹਨਾਂ ਨਾਲ ਸਾਡਾ 3 ਸਾਲ ਦਾ ਸੀਗਾ ਕਿ 2 ਸਾਲ ਅਸੀਂ ਗਏ ਸੀ, ਅਸੀਂ ਲੂਣਾ ਲੈ ਕੇ ਗਏ ਸੀ ਤੇ ਅਸੀਂ ਐਕਟ ਵੀ ਕੀਤਾ ਸੀ, ਡਾਇਰੈਕਟ ਵੀ ਕੀਤਾ ਸੀ, ਕਿ ਡਿਜ਼ਾਈਨ ਵੀ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਲੇ ਸੀ, ਅਸੀਂ 5 ਐਕਟਰ ਇੱਥੋਂ ਗਏ ਸੀਗੇ ਤੇ ਉਹਨਾਂ ਨੇ ਨਾਰਵੇਜੀਅਨ ਡਾਇਰੈਕਟਰ ਨੇ ਅੱਧਾ ਪੰਜਾਬੀ ਔਰ ਅੱਧਾ ਨਾਰਵੇਜੀਅਨ ਚ ਕੀਤਾ ਸੀ ਤੇ ਲੇਕਿਨ ਉਹ 3 ਸਾਲ ਦਾ ਕੰਟਰੈਕਟ ਸੀ, ਉਹ ਕੀਤਾ ਸੀ ਤੇ ਅਮਰੀਕਾ ਦੇ ਵਿੱਚ ਵੀ ਮੈਂ ਇੱਕ ਵਰਕਸ਼ਾਪ ਲਗਾਈ ਸੀ, ਉਸ ਦੇ ਵਿੱਚ ਕੀਤਾ ਸੀ ਪਲੇ, ਲੇਕਿਨ ਜ਼ਿਆਦਾ ਨਹੀਂ ਮੈਂ ਕਰ ਰਹੀ ਕਿਉਂਕਿ ਜੇ ਕੋਈ ਤੁਹਾਡੇ ਕੋਲ ਹਜੇ ਮੇਰੇ ਕੋਲ ਟਾਈਮ ਨਹੀਂ ਸੀ ਉਹਨਾਂ ਯੂਨੀਵਰਸਿਟੀ ਦੇ ਵਿੱਚੋਂ ਜ਼ਿਆਦਾ ਜਾ ਨਹੀਂ ਸਕਦੀ ਸੀ ਐਂਡ ਦੈਨ ਫਿਲਮਾਂ ਆ ਜਾਂਦੀਆਂ ਇਹੀ ਨੇ। ਮੇਰਾ ਸਵਾਲ ਹੈ ਵੀ ਹੁਣ ਆਪਾਂ ਹਾਂਜੀ ਸਾਰੇ ਤੇ ਰਿਟਾਇਰਡ ਆ। ਹੁਣ ਮੈਂ 100% ਰਿਟਾਇਰ ਹੋ ਕੇ ਮੇਬੀ ਆਈ ਵਿਲ ਡੂ ਦੈਟ, ਸੋ ਕੁਛ ਨਾ ਕੁਛ ਤਾਂ ਕਰਾਂਗੇ, ਜੋ ਸਾਹਮਣੇ ਆਏਗਾ ਵਿਲ ਸਟਾਰਟ ਫਰਮ ਦੈਟ। ਸੋ ਤੁਸੀਂ ਮੈਂ ਉਹ ਕੋਈ ਸਕ੍ਰਿਪਟ ਯਾਦ ਕਰ ਲਓ ਜਿਹੜੀ ਆਪਾਂ ਕੀਤੀ ਹੋਈ ਹੈ ਹੁਣ। ਹਾਂਜੀ ਉਹ ਸਭ ਤੋਂ ਪਹਿਲਾਂ ਉਹੀ ਸ਼ੁਰੂ ਕਰਨੀ ਹੈ, ਕਰੋਨੇ 'ਚ ਕਰ ਲੈਂਦੇ ਆ ਬਿਲਕੁਲ ਬਿਲਕੁਲ ਬਿਲਕੁਲ। ਬਿਲਕੁਲ ਇਟਸ ਗ੍ਰੇਟ। ਨਹੀਂ ਬਹੁਤ ਡਿਫਰੈਂਟ ਤਰ੍ਹਾਂ ਦਾ ਸੁਨੀਤਾ ਜੀ ਤੁਹਾਡਾ ਐਕਸਪੀਰੀਅੰਸ ਹੈ। ਮੈਂ ਸਮਝਦਾ ਕਿ ਇਹ ਜਿਹੜੇ ਐਕਸਪੀਰੀਅੰਸ ਹੈ ਇਹ ਐਕਟਰਸ ਵਾਸਤੇ, ਜਿਹੜੇ ਯੰਗ ਲੋਕ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਇੰਨੇ ਐਕਸਪੀਰੀਅੰਸ ਵਿੱਚੋਂ ਲੰਘਦਿਆਂ ਹੋਇਆ ਤੁਸੀਂ ਫੇਰ ਕੁਝ ਬਣਦੇ ਹੋ ਔਰ ਅਜੇ ਵੀ ਜਿਗਿਆਸਾ ਹੈ ਕਿ ਅਸੀਂ ਹੋਰ ਕੁਝ ਸਿੱਖੀਏ, ਹੋਰ ਕੁਝ ਸਿੱਖੀਏ। ਅਜੇ ਬਹੁਤ ਸਾਰਾ ਕੰਮ ਹੈ ਜਿਹੜਾ ਕਰਨ ਵਾਲਾ ਪਿਆ ਹੋਇਆ। ਕੋਈ ਹੋਰ ਵੀ ਪੁੱਛਣਾ ਚਾਹ ਰਿਹਾ ਸੀ ਕਿਸੇ ਨੇ ਕਿਸੇ ਪਾਸਿਓਂ ਕੁਝ? ਦਵਿੰਦਰ ਜੀ ਤੁਸੀਂ ਸ਼ਾਇਦ, ਜਾਂ ਸੁਰਜੀਤ? ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਮੈਂ ਇਹ ਤੁਹਾਨੂੰ ਯਾਦ ਕਰਾ ਰਿਹਾ ਕਿ ਆਪਾਂ ਤੁਸੀਂ ਰਿਨ ਪਿੱਤਰਾਂ ਦਾ ਵੀ ਕੀਤਾ ਸੀਗਾ ਇੱਕ ਸੀਰੀਅਲ, ਹਾਂਜੀ ਰਿਨ ਪਿੱਤਰਾਂ ਦਾ, ਹਰਬਖਸ਼ ਲਾਟਾ ਜੀ। ਹਰਨ ਪਿਤਰਾਂ ਦਾ, ਯੈਸ ਯੂ ਆਰ ਦੇयर ਯਾ ਹਰਨ ਪਿਤਰਾਂ ਦਾ। ਹਾਂਜੀ, ਤੇ ਉਦੋਂ ਮੈਂ ਤੁਹਾਡੇ ਅੱਛਾ ਨਾਲ ਅੱਛਾ ਜਦੋਂ ਕੰਮ ਕੀਤਾ ਬਿਲਕੁਲ। ਸੀ ਮੈਨੂੰ ਬੜਾ ਕਰੇਜ਼ ਸੀਗਾ ਕਿ ਮਤਲਬ ਮੈਂ ਤੁਹਾਡੇ ਨਾਲ ਕੰਮ ਕਰ ਰਹੀ ਹਾਂ ਤੇ ਹਾਂ ਤੁਹਾਡੇ ਚੰਨੀ ਨੇ ਕੀਤਾ ਸੀ ਡਾਇਰੈਕਟ ਉਹ ਮੇਰੇ ਖਿਆਲ। ਬੜਾ ਕੁਛ ਸਿੱਖਿਆ ਵੀ ਸੀਗਾ। ਹਾਂਜੀ ਬਿਲਕੁਲ, ਬਹੁਤ ਅੱਛਾ ਲੱਗਿਆ ਮਿਲ ਕੇ ਤੁਹਾਨੂੰ। ਵਧੀਆ ਐਕਸਪੀਰੀਅੰਸ ਸੀਗਾ ਉਹ। ਹਾਂ ਸੁਦੇਸ਼ ਜੀ ਕੁਝ ਪੁੱਛਣਾ ਚਾਹ ਰਹੇ। ਸੁਦੇਸ਼ ਹਾਂਜੀ ਜੀ ਮਾਈਕ ਆਨ ਕਰ ਲਓ। ਸਤਿ ਸ਼੍ਰੀ ਅਕਾਲ ਸੁਨੀਤਾ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਤੁਹਾਡਾ ਅਕੈਡਮਿਕ ਤੌਰ ਤੇ ਔਰ ਪ੍ਰੈਕਟੀਕਲ ਤੌਰ ਤੇ ਬਹੁਤ ਇੱਕ ਵੱਡਾ ਐਕਸਪੀਰੀਅੰਸ ਹੈ, ਬਹੁਤ ਖਜ਼ਾਨਾ ਤੁਹਾਡੀ ਝੋਲੀ 'ਚ ਪਿਆ ਹੈ। ਥੈਂਕ ਔਰ ਯੂ। ਤੁਸੀਂ ਇਹ ਗੱਲ ਵੀ ਹੁਣੇ ਕਹੀ ਵੀ ਹੈ ਕਿ ਇੱਕ ਐਕਟਰ ਦੀ ਜਿਹੜੀ ਗਰੂਮਿੰਗ ਹੈ ਉਹ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਹੋਣੀ ਚਾਹੀਦੀ ਹੈ, ਜਿਹੜੇ ਆਪਣੇ ਇੱਥੇ ਹੈ ਨਹੀਂ। ਜਾਂ ਆਪਣੇ ਜਿੰਨੇ ਵੀ ਹਿੰਦੁਸਤਾਨ ਦੇ ਸੰਸਥਾਨ ਹੈਗੇ ਹੈ ਅਕੈਡਮਿਕ ਤੌਰ ਤੇ ਇਨਕਲੂਡਿੰਗ NSD, ਅਸੀਂ ਇਹ ਸਭ ਲੋਕ ਸੋਚਦੇ ਆ ਕਿ ਇਹ ਸਕੂਲ ਕਾਲਜ ਦੇ ਪੱਧਰ ਤੋਂ ਸ਼ੁਰੂ ਹੋ ਜਾਣੇ ਚਾਹੀਦੇ ਹੈਗੇ ਆ। ਹਾਂਜੀ ਲੇਕਿਨ ਤੁਸੀਂ ਅਸੀਂ ਕਈ ਵਾਰੀ, ਹਾਂਜੀ ਕਈ ਵਾਰੀ ਅਸੀਂ ਅਕੈਡਮਿਕ ਕੌਂਸਲ ਚ ਮੈਡਮ ਬਹਿਲ ਨੂੰ ਪਤਾ ਹੈ ਕਿ ਅਸੀਂ ਲਿਖ ਕੇ ਭੇਜਿਆ ਕਿ ਸਕੂਲ ਕਾਲਜਸ ਦਾ ਇਹ ਸਬਜੈਕਟ ਲਾਗੂ ਕੀਤਾ ਜਾਵੇ, ਕਿਉਂਕਿ ਜਿਹੜੇ ਬੱਚੇ ਇੰਟਰਸਟਡ ਹੈ ਉਹਨਾਂ ਦਾ ਸ਼ੁਰੂ ਤੋਂ ਇੰਟਰਸਟ ਹੁੰਦਾ ਹੈ। ਹਾਂ ਹਾਂ ਹਾਂ, ਮੇਰਾ ਇਹ ਸਿਰਫ ਤੁਹਾਡੇ ਇਹੀ ਵਰਗੀਆਂ ਹੈ। ਸੰਸਥਾਵਾਂ ਦੇ ਲੋਕ ਵੀ ਕਰ ਸਕਦੇ ਨੇ, ਕੇਵਲ ਜੀ ਹੋ, ਤੁਸੀਂ ਹੋ। ਸੋ ਹਾਂ, ਮੇਰਾ ਸਿਰਫ ਇਸ ਕਰਕੇ ਹੈ ਕਿ ਤੁਸੀਂ ਉਸ ਸੰਸਥਾਨ ਦੇ ਵਿੱਚ ਰਹੇ ਹੋ, ਬਹੁਤ ਤੁਹਾਡਾ ਉੱਥੇ ਯੋਗਦਾਨ ਹੈ ਯੂਨੀਵਰਸਿਟੀਆਂ ਦੇ ਵਿੱਚ, ਕਿ ਅਸੀਂ ਉਸ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਉਸ ਅਕੈਡਮਿਕ ਦਾਇਰੇ ਨੂੰ ਸਮਝਦੇ ਹੋਏ ਕਿ ਇਸ ਤਰ੍ਹਾਂ ਕਦੀ ਹੋ ਸਕਦਾ ਹੈ ਕਿ ਜਿੱਦਾਂ ਮਿਊਜ਼ਿਕ ਦੀ ਤੁਸੀਂ ਸਬਜੈਕਟ ਗ੍ਰੈਜੂਏਸ਼ਨ 'ਚ ਹੈ ਕਿ ਥੀਏਟਰ ਦੇ ਵਿੱਚ ਅਗਰ ਕਰਨਾ ਹੈ ਤੇ ਕੀ ਦਿੱਕਤਾਂ ਆਈਆਂ ਤੁਹਾਨੂੰ ਉਸ ਅਕੈਡਮਿਕ ਕੌਂਸਲ ਦੇ ਵਿੱਚ ਜਦੋਂ ਤੁਸੀਂ ਇਹ ਚੀਜ਼ ਗੱਲ ਕਰਦੇ ਹੋ? ਬਹੁਤ ਜ਼ਿਆਦਾ ਆਉਂਦੀਆਂ ਨੇ ਜੀ, ਕਿਉਂਕਿ ਉਹ ਜਿਹੜੇ ਕਾਲਜਸ ਨੇ ਉਹ ਲੈਣਾ ਨਹੀਂ ਚਾਹੁੰਦੇ ਇਹ ਗੱਲ ਨੂੰ। ਔਰ ਜੇ ਸਕੂਲ ਲੈਵਲ ਤੇ ਕਰਨਾ ਪਏਗਾ ਤਾਂ ਸਕੂਲ ਬੋਰਡਸ ਨੂੰ ਕਰਨਾ ਪਏਗਾ, ਔਰ ਸਰਕਾਰ ਪੱਧਰ ਤੇ ਪਰਮਿਸ਼ਨ ਲੈਣ ਤੋਂ ਥੀਏਟਰ ਨੂੰ ਐਜ਼ ਏ ਸੀਰੀਅਸ ਸਬਜੈਕਟ ਨਹੀਂ ਲੈਂਦੇ। ਸਾਡੀ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹ ਜਦ ਵੀ ਅਸੀਂ ਕੋਈ ਐਪਲੀਕੇਸ਼ਨ ਭੇਜਦੇ ਹਾਂ, ਵਾਈਸ ਚਾਂਸਲਰ ਨੂੰ ਲਿਖਦੇ ਹਾਂ ਕਿ ਐਕੈਡਮਿਕ ਕੌਂਸਲ ਤੋਂ ਪਹਿਲਾਂ, ਜਾਂ ਐਕੈਡਮਿਕ ਕੌਂਸਲ ਦੇ ਮੈਂਬਰ ਰਹੇ ਹਾਂ ਅਸੀਂ, ਮੈਂ ਤੇ ਮੈਡਮ ਬਹਿਲ, ਅਸੀਂ ਬੜੀ ਵਾਰ ਉਹਨਾਂ ਨੂੰ ਲਿਖ ਕੇ ਭੇਜਿਆ, ਏਜੰਡੇ ਦੇ ਵਿੱਚ ਹੁੰਦਾ ਹੈ। ਈਵਨ ਵੈਨ ਆਈ ਵਾਸ ਡਾਇਰੈਕਟਰ ਯੂਥ ਵੈਲਫੇਅਰ, ਉਦੋਂ ਮੈਂ ਵੀ ਲਿਖ ਕੇ ਭੇਜਿਆ ਹੈ ਵੀ ਸਕੂਲ ਕਾਲਜ ਦੇ ਹੋ ਤਾਂ ਸਾਡੇ ਕੋਲ ਕੰਪੀਟੀਸ਼ਨ ਲਈ ਬਹੁਤ ਅੱਛੇ ਬੱਚੇ ਆ ਸਕਦੇ ਨੇ, ਲੇਕਿਨ ਉਹ ਪਤਾ ਨਹੀਂ ਕਿਉਂ ਡਰਦੇ ਨੇ ਥੀਏਟਰ ਤੋਂ, ਜਾਂ ਥੀਏਟਰ ਨੂੰ ਉਹ ਬਾਕੀ ਸਬਜੈਕਟਸ ਦੇ ਸਟੈਂਡਰਡ ਦੇ ਵਿੱਚ ਨਹੀਂ ਸਮਝਦੇ। ਐਕਚੁਅਲੀ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ।
ਉਹ ਇੱਕ ਨੇ, ਦੋ ਨਹੀਂ, ਕਈ ਨੇ, ਤਾਂ ਉਹ ਪਤਾ ਨਹੀਂ ਲੱਗਦਾ ਵੀ ਕਿਹੜੇ ਬੰਦੇ ਨੂੰ ਕੀ ਕਿਹਾ ਜਾਵੇ, ਕੌਣ ਹੈ ਬੰਦਾ। ਤਾਂ ਅਸੀਂ DPI ਜਾਂ ਆਪਾਂ ਉਸ ਲੈਵਲ ਤੇ CM ਲੈਵਲ ਤੇ ਇਹ ਚੀਜ਼ਾਂ ਨੂੰ ਪਰਸੂ ਕਰ ਸਕਦੇ ਹਾਂ। ਐਂਡ ਸੰਗੀਤ ਆਰਟ ਅਕੈਡਮੀਆਂ ਵੀ ਇਹੋ ਜਿਹਾ ਅਦਾਰਾ ਹੈ ਕਿ ਹੁਣ ਮੇਰਾ ਫ੍ਰੀ ਹੋ ਜਾਣਗੇ ਤਾਂ ਅਸੀਂ ਤੁਹਾਡੇ ਨਾਲ ਜੁੜ ਕੇ ਕਹਿ ਸਕਦੇ ਹਾਂ ਵੀ ਅਸੀਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਕਰਦੇ ਰਹੇ ਹਾਂ। ਲੇਕਿਨ ਇਹ ਇਕੱਲੇ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਨਹੀਂ ਹੈ, ਪਹਿਲਾਂ ਆਪਾਂ ਸਕੂਲ 'ਚ ਕਰਾਈਏ, ਫਿਰ ਕਾਲਜਿਸ 'ਚ ਕਰਾਈਏ। ਹੁਣ ਸਾਡੀ ਯੂਨੀਵਰਸਿਟੀ ਦੇ 2-3 ਕਾਲਜਾਂ 'ਚ ਹੈਗਾ ਇਹ ਸਬਜੈਕਟ, ਗੁਰੂ ਨਾਨਕ ਯੂਨੀਵਰਸਿਟੀ ਦੇ ਵੀ 2-3 ਕਾਲਜਿਸ ਦੇ ਵਿੱਚ ਹੈਗਾ, ਲੇਕਿਨ ਕਾਲਜ ਲੈਵਲ ਤੇ ਇਟ ਡਸਨਟ ਮੈਟਰ, ਇਟ ਸ਼ੁਡ ਮੈਟਰ ਐਟ ਦ ਸਕੂਲ ਲੈਵਲ। ਇਹ ਮੇਰੇ ਖਿਆਲ ਹੈ ਕਿ ਇਹ ਨਾ ਕਈ ਵਾਰੀ ਸੁਦੇਸ਼ ਜੀ ਗੱਲ ਸਮਝ ਆਉਣ ਦੀ ਗੱਲ ਹੁੰਦੀ ਹੈ ਕਿ ਉੱਥੇ ਕੋਈ ਬੈਠਾ ਇਹੋ ਜਿਹਾ ਬੰਦਾ ਹੋਵੇ, ਚਾਹੇ ਉਹ ਕਾਲਜ ਹੋਣ, ਯੂਨੀਵਰਸਿਟੀਆਂ ਹੋਣ। ਈਵਨ ਦੇਖੋ ਸਾਡੇ ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਯੂਨੀਵਰਸਿਟੀ ਡਿਪਾਰਟਮੈਂਟ ਹੈ, ਪਰ ਅੰਮ੍ਰਿਤਸਰ ਦੀ ਯੂਨੀਵਰਸਿਟੀ ਥੀਏਟਰ ਡਿਪਾਰਟਮੈਂਟ ਨਹੀਂ। ਹਾਲਾਂਕਿ ਸਭ ਤੋਂ ਵੱਧ ਸਟੂਡੈਂਟ, ਸਭ ਤੋਂ ਵੱਧ ਥੀਏਟਰ ਜਿਹੜਾ ਅੰਮ੍ਰਿਤਸਰ 'ਚ ਹੁੰਦਾ ਵਾ, ਔਰ ਅੰਮ੍ਰਿਤਸਰ ਦੇ ਸਟੂਡੈਂਟ ਪਟਿਆਲੇ ਐਡਮਿਸ਼ਨ ਲੈਂਦੇ ਆ, ਚੰਡੀਗੜ੍ਹ ਜਾ ਕੇ ਐਡਮਿਸ਼ਨ ਲੈਂਦੇ ਆ। ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਇਹ ਸਮਝ ਵਾਲੇ ਵਾਈਸ ਚਾਂਸਲਰ ਸਾਹਿਬ ਵੀ ਰਹੇ, ਪਰ ਕਦੀ ਕਿਸੇ ਨੇ ਇਨੀਸ਼ੀਏਟਿਵ ਨਹੀਂ ਲਿਆ, ਉਹਨਾਂ ਨੇ ਕਦੀ ਬਣਾਇਆ ਹੀ ਨਹੀਂ ਕਿ ਥੀਏਟਰ ਡਿਪਾਰਟਮੈਂਟ ਜਿਹੜਾ ਬਣੇ ਇਸ ਯੂਨੀਵਰਸਿਟੀ ਦੇ ਵਿੱਚ, ਤਾਂ ਕਿ ਜਿਹੜੇ ਅੰਮ੍ਰਿਤਸਰ ਜਾਂ ਜਲੰਧਰ ਜਾਂ ਹੋਰ ਲਾਗੇ ਦੇ ਸ਼ਹਿਰਾਂ ਦੇ ਸਟੂਡੈਂਟ ਨੇ ਕਿ ਉਹ ਇਸ ਨੂੰ ਅਪਣਾ ਸਕਣ। ਮੇਰਾ ਖਿਆਲ ਇਹ ਕਿਤੇ ਜਾਂ ਅਸੀਂ ਨੇ ਚੰਗੀ ਤਰ੍ਹਾਂ ਸਮਝਾ ਸਕਦੇ ਪਏ, ਜਾਂ ਉਹ ਕਹਿੰਦੇ ਉਹਨਾਂ ਦੇ ਪਸੰਦ ਦੀ ਗੱਲ ਨਹੀਂ ਹੈ, ਕਿਤੇ ਕੁਝ ਹੈ ਜ਼ਰੂਰ ਇਹਦੇ ਵਿੱਚ। ਹਾਂ ਚਲੋ, ਮੇਰਾ ਇਹ ਹੈ ਕਿ ਹੁਣ ਤੁਸੀਂ ਜਦੋਂ ਰਿਟਾਇਰਮੈਂਟ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ ਇਸੇ ਵਿਸ਼ੇ ਨੂੰ ਲੈ ਕੇ ਕਿ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਇਸ ਨੂੰ ਗੱਲ ਕਰ ਸਕਦੇ ਹਾਂ, ਕੋਈ ਇਸ ਤਰੀਕੇ ਦੇ ਪ੍ਰੋਜੈਕਟ ਬਣਾ ਕੇ ਔਰ ਸਰਕਾਰ ਨਾਲ, ਯੂਨੀਵਰਸਿਟੀਆਂ ਦੇ ਨਾਲ, ਕਾਲਜਿਸ ਦੇ ਵਿੱਚ ਲਿਜਾਣ ਦਾ ਆਪਾਂ ਇੱਕ NGO ਦੇ ਤੌਰ ਤੇ ਸਭ ਮਿਲ ਕੇ ਅਗਰ ਆਪਾਂ ਇਹਦਾ ਬੀੜਾ ਚੱਕੀ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਕੰਮ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਹੋ ਪਾਇਆ ਔਰ ਰੰਗ ਕਰਮੀਆਂ ਲਈ ਨਹੀਂ ਹੋ ਪਾਇਆ। ਸਾਰੇ ਹਿੰਦੁਸਤਾਨ ਦੇ ਰੰਗ ਕਰਮੀਆਂ ਦੀ ਇਹੀ ਇੱਕ ਮੰਗ ਲਗਾਤਾਰ ਚੱਲਦੀ ਆ ਰਹੀ ਹੈ। ਇਹਦੇ ਨਾਲ ਜਿੱਥੇ ਅਕੈਡਮਿਕ ਤੌਰ ਤੇ ਆਪਾਂ ਬੱਚਿਆਂ ਨੂੰ ਥੀਏਟਰ ਦੇ ਬਾਰੇ ਪ੍ਰੇਰਿਤ ਕਰ ਸਕਦੇ ਹਾਂ, ਉਹਦੇ ਬਾਰੇ ਐਜੂਕੇਟ ਕਰ ਸਕਦੇ ਹਾਂ, ਉਹਦੇ ਨਾਲ ਬਹੁਤ ਸਾਰੇ ਜਿਹੜੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਹੋ ਕੇ PhD ਕਰਕੇ ਜਿਹੜੇ ਰੰਗ ਕਰਮੀ ਇੱਧਰ ਉੱਧਰ ਸੋਚਦੇ ਆ ਵੀ ਆਪਾਂ ਕੀ ਕਰੀਏ, ਜਿਨ੍ਹਾਂ ਦੇ ਲਈ ਕੋਈ ਸਰਵਾਈਵ ਕਰਨ ਦਾ ਸਾਨੂੰ ਲੱਗਦਾ ਕੋਈ ਰਸਤਾ ਨਹੀਂ ਲੱਭਦਾ। ਔਰ ਨੈਚੁਰਲੀ ਗੱਲ ਹੈ ਕਿ ਉਹਨਾਂ ਲਈ ਵੀ ਬਹੁਤ ਸਾਰੀਆਂ ਨੌਕਰੀਆਂ, ਜੌਬਸ, ਓਪਰਚੁਨਿਟੀਜ਼ ਇਸ ਐਜੂਕੇਸ਼ਨ ਫੀਲਡ ਦੇ ਵਿੱਚ ਅਸੀਂ ਪੈਦਾ ਕਰ ਸਕਦੇ ਹਾਂ। ਛੋਟੀ ਜਿਹੀ ਕੋਸ਼ਿਸ਼ ਨਹੀਂ, ਜੇ ਅਸੀਂ ਸਕੂਲ ਕਾਲਜ ਚਲਾਉਂਦੇ ਹਾਂ, ਜਿੰਨੇ ਵੀ ਬੱਚੇ ਡਿਪਾਰਟਮੈਂਟ ਚੋਂ ਪਾਸ ਆਊਟ ਹੁੰਦੇ ਨੇ, ਦੇਖੋ ਉਹਨਾਂ ਲਈ ਵੀ ਇੱਕ ਓਪਰਚੁਨਿਟੀ ਹੈ, ਪੜ੍ਹਦੇ ਲਿਖਦੇ ਨੇ, ਉਹਨਾਂ ਲਈ ਬਹੁਤ ਜ਼ਰੂਰੀ ਹੈ ਤਾਂ ਉਹ ਕਾਫੀ ਐਡਜਸਟ ਹੋ ਸਕਦੇ ਨੇ। ਅਦਰਵਾਈਜ਼ ਤਾਂ ਮੈਨੂੰ ਇਹ ਲੱਗਦਾ ਕਿ ਥੀਏਟਰ ਜੁਆਇਨ ਕਰਕੇ ਦੇ ਆਰ ਜੰਪਿੰਗ ਇਨ ਦ ਵੈਲ, ਕਿ ਅੱਗੇ ਕੋਈ ਵੀ ਉਹ ਨਹੀਂ ਹੈ ਅਨਲੈਸ ਯੂ ਆਰ ਟੌਪ, ਤੇ ਮਤਲਬ ਕੋਈ ਕੰਮ ਹੀ ਨਹੀਂ ਕਰ ਸਕਦੇ। ਥੀਏਟਰ ਲਈ ਕੋਈ ਗ੍ਰਾਂਟ ਨਹੀਂ ਦਿੰਦੀ ਗਵਰਨਮੈਂਟ, ਤੇ ਥੀਏਟਰ ਵਾਲੇ ਵਿਚਾਰੇ ਭੁੱਖੇ ਮਰ ਸਟਰਗਲ ਕਰ ਇੱਕ ਮੁਕਾਮ ਤੇ 25-30 ਸਾਲ ਬਾਅਦ ਪਹੁੰਚਦੇ ਨੇ। ਦੇਖੋ ਇਟਸ ਵੈਰੀ ਮਤਲਬ ਟ੍ਰੈਜਿਕ। ਸੋ ਆਪਾਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਸਾਰਾ ਕੁਝ। ਜੇ ਆਪਾਂ 5-7 ਬੰਦੇ ਵੀ ਇਸ ਮੁਕਾਮ ਤੇ ਇਕੱਠੇ ਹੋ ਸਕਦੇ ਹਾਂ ਤਾਂ ਗਵਰਨਮੈਂਟ ਵੀ ਕੈਨ ਗੈਟ ਇਟ ਡਨ ਫਰਮ ਦ ਗਵਰਨਮੈਂਟ। ਬਿਲਕੁਲ ਬਿਲਕੁਲ, ਮੇਰੇ ਖਿਆਲ ਹੈ ਕਿ ਆਪਾਂ ਕਰ ਸਕਦੇ ਹਾਂ, ਇਸ ਚੀਜ਼ ਦੀ ਡਿਮਾਂਡ ਕਰ ਸਕਦੇ ਹਾਂ, ਲਿਖ ਕੇ ਦੇ ਸਕਦੇ ਹਾਂ, ਬਲਕਿ ਮੇਰੇ ਖਿਆਲ ਉਹਨਾਂ ਨੂੰ ਪ੍ਰੋਜੈਕਟ ਬਣਾ ਕੇ ਦੇ ਸਕਦੇ ਹਾਂ ਕਿ ਐਦਾਂ ਹੋ ਸਕਦਾ ਹੈ, ਕਿਉਂਕਿ ਬਾਅਦ ਚ ਉਹਨਾਂ ਨੇ ਵੀ ਸਾਨੂੰ ਕਹਿਣਾ ਅੱਛਾ ਤੁਸੀਂ ਬਣਾ। ਕੇਵਲ ਜੀ ਆਪਾਂ ਪਹਿਲਾਂ ਸਕੂਲਾਂ ਤੋਂ ਸ਼ੁਰੂ ਕਰੀਏ, ਆਪਾਂ ਸਕੂਲਸ ਤੋਂ ਸ਼ੁਰੂ ਕਰੀਏ, ਬਿਕੋਜ਼ ਜੇ ਸਕੂਲਾਂ 'ਚ ਹੋਏਗਾ ਕਾਲਜਿਸ 'ਚ ਆਪਣੇ ਆਪ ਆ ਜਾਏਗਾ। ਬਿਲਕੁਲ ਬਿਲਕੁਲ। ਔਰ ਇਹ ਮੇਰੇ ਖਿਆਲ ਹੈ ਕਿ ਸਾਨੂੰ ਸੁਨੀਤਾ ਜੀ ਤੁਹਾਡਾ ਗੱਲਾਂ ਬਹੁਤ ਸੋਹਣੀਆਂ ਹੋਈਆਂ, ਬੜੀਆਂ ਹੀ ਕਹਿ ਲਓ ਕਿ ਉਹ ਗੱਲਾਂ ਬਹੁਤ ਕੁਝ ਨਹੀਂ ਸੀ ਅਸੀਂ ਜਾਣਦੇ, ਬਹੁਤ ਕੁਝ। ਔਰ ਖਾਸ ਤੌਰ ਤੇ ਜਿਹੜਾ ਪ੍ਰੋਸੈਸ ਆਫ ਐਕਟਿੰਗ, ਪ੍ਰੋਸੈਸ ਆਫ ਥੀਏਟਰ ਔਰ ਡਿਫਰੈਂਟ ਕਾਈਂਡ ਆਫ ਐਕਸਪੀਰੀਅੰਸ ਹੈ, ਉਹਦੇ ਵਿੱਚੋਂ ਕੋਈ ਕਿੱਦਾਂ ਨਿਕਲ ਕੇ ਫਿਰ ਵੀ ਬਚਿਆ ਰਹਿੰਦਾ ਇੰਨੀ ਸੰਘਰਸ਼ ਵਿੱਚੋਂ ਨਿਕਲ ਕੇ ਵੀ, ਹੈ ਨਾ। ਤੇ ਬੀਇੰਗ ਏ ਵਿਮਨ ਤੁਸੀਂ ਇੱਕ ਕੰਮ ਕੀਤਾ ਕਿ ਇੱਕ ਇਸ ਤਰ੍ਹਾਂ ਵੱਖ-ਵੱਖ ਫੀਲਡ ਵਿੱਚ ਜਾ ਕੇ ਕੰਮ ਕੀਤਾ, ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ। ਸੋ ਇਸ ਗੱਲ ਲਈ ਬਹੁਤ ਸ਼ੁਕਰੀਆ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਸੋ ਕੱਲ ਸਾਡੇ ਨਾਲ ਸ਼ਾਮ ਨੂੰ ਜੁੜਨਗੇ ਹਰਦੀਪ ਗਿੱਲ, ਅਨੀਤਾ ਦੇਵਗਨ ਹੋਰੀ 5 ਤੋਂ 6 ਵਜੇ, ਅਸੀਂ ਉਹਨਾਂ ਨਾਲ ਵੀ ਗੱਲਾਂ ਕਰਾਂਗੇ। ਤੇ ਅੱਜ ਤੁਹਾਡੇ ਨਾਲ ਮੈਂ ਜਾਂਦਾ ਜਾਂਦਾ 2 ਕਿਤਾਬਾਂ ਦੀ ਗੱਲ ਕਰਦਾ। ਇਹ 2 ਕਿਤਾਬਾਂ ਅੱਜ ਮੇਰੀਆਂ ਛਪ ਕੇ ਆਈਆਂ ਨੇ।
ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਉਹਨਾਂ ਬਾਰੇ ਮੈਂ ਇੱਕ ਨਾਟਕ ਲਿਖਿਆ ਸੀ। ਵੈਰੀ ਗੁੱਡ, ਵੈਰੀ ਗੁੱਡ। ਟਾਈਟਲ ਵੇਖੋ ਕਿੰਨਾ ਸੋਹਣਾ ਬਣਿਆ। ਸੀਸ ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਵੈਰੀ ਤੇ ਗੁੱਡ। ਇੱਕ ਕਿਉਂਕਿ ਇਹ ਮੈਂ ਪਿਛਲੇ ਸਾਲ ਦੀ ਮੇਰੀ ਸ਼ਬਦੀ ਪਈ ਸੀ, ਬਾਬਾ ਨਾਨਕ ਦਾ 550 ਸਾਲਾ ਸੀ, ਸੋ ਜਿਉਂ ਕਰ ਸੂਰਜ ਨਿਕਲਿਆ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਬਹੁਤ ਮੁਬਾਰਕਾਂ। ਕੰਗ੍ਰੈਚੁਲੇਸ਼ਨਸ। ਥੈਂਕ ਯੂ ਜੀ, ਥੈਂਕ ਯੂ। ਅੱਜ ਹੀ ਆਈ ਹਾਂ ਮੈਂ ਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਸੋ ਕੱਲ ਆਪਾਂ ਫੇਰ ਮਿਲਾਂਗੇ 5 ਤੋਂ 6 ਵਜੇ। ਬਹੁਤ ਸ਼ੁਕਰੀਆ ਸੁਨੀਤਾ ਜੀ, ਸਾਰੇ ਦੋਸਤਾਂ। ਥੈਂਕ ਯੂ, ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ, ਪਤਾ ਹੀ ਨਹੀਂ ਲੱਗਿਆ ਟਾਈਮ ਘੰਟਾ ਹੋ ਗਿਆ। ਵਾਕਈ ਹੀਰਾ ਰੰਧਾਵਾ ਜੀ ਟੋਰਾਂਟੋ ਤੋਂ ਜੁੜੇ ਆ। ਹੀਰਾ ਜੀ ਥੋੜੇ ਦਿਨ ਜਲਦੀ ਉੱਠ ਪਿਆ ਕਰੋ, ਤੇ ਮੈਨੂੰ ਪਤਾ ਤੁਹਾਨੂੰ ਸਵੇਰੇ ਉਧਰ ਉੱਠਣਾ ਪੈਂਦਾ। ਇਸ ਵੇਲੇ ਤੁਹਾਡੇ ਮਹੀ ਅਜੇ 4 4:30 ਹੋਏ ਹੋਣੇ ਉੱਥੇ। ਕੱਲ ਨੂੰ ਛੇਤੀ ਉੱਠਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੈਣ ਲਈ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਚੰਗਾ ਲੱਗਾ ਜਿੰਨੀਆਂ ਵੀ ਗੱਲਾਂ ਸੁਣੀਆਂ, ਸਰਵਨ ਕੀਤੀਆਂ, ਕਮਾਲ। ਤੁਹਾਡਾ ਤੇ ਹਮੇਸ਼ਾ ਹੀ ਦਿਲ 'ਚ ਰਿਕਾਰਡ ਰਿਹਾ ਜੀ। ਤੁਹਾਡੇ ਬਹੁਤ ਦਿਲ 'ਚੋਂ ਨਿੱਕੇ ਹੁੰਦੇ ਉਦੋਂ ਦੇ ਦੇਖਦੇ ਆ ਮੰਚ ਤੇ ਨਾਲ ਫਿਲਮਾਂ ਦੇ ਵਿੱਚ, ਕਮਾਲ ਸ਼ਖਸੀਅਤ ਤੇ ਤੁਸੀਂ। ਧੰਨਵਾਦ ਤੁਹਾਡਾ। ਦੱਸ ਵੀ ਦਿੱਤਾ ਵੀ ਅਸੀਂ ਨਿੱਕੇ ਹੁੰਦੇ ਸੀ, ਤੁਸੀਂ ਵੱਡੇ ਸੀ। ਕੁੜੀਆਂ ਨੂੰ ਏਦਾਂ ਨਹੀਂ ਕਹੀਦਾ ਹੁੰਦਾ। ਅੱਛਾ, ਦੈਟਸ ਫਾਈਨ। ਚਲੋ ਮੈਂ ਲਫ਼ਜ਼ ਵਾਪਸ ਲੈ ਲਈ ਨਾ, ਮੈਂ ਵੱਡਾ ਹੁੰਦਾ ਸੀ ਜਦੋਂ ਤੁਹਾਨੂੰ ਦੇਖਦਾ। ਨਹੀਂ ਝੂਠ ਬੋਲਣ ਦੀ ਲੋੜ ਨਹੀਂ ਹੈ। ਕੁੜੀ ਹੈ ਉਹ ਵੈਰੀ ਨਾਈਸ। ਥੈਂਕ ਯੂ ਮੈਮ। ਬਿਲਕੁਲ ਤੁਹਾਡੇ ਵਾਂਗੂ ਨਵਿੰਦਰਾ ਮੈਮ, ਥੈਂਕ ਯੂ। ਮੈਂ ਬਿਲਕੁਲ ਤੁਹਾਡੇ ਵਾਂਗੂ ਕੁੜੀ ਹੈ, ਉਹ ਵੀ ਅੱਛਾ ਲੱਗਦਾ ਹੈ ਇਹਨਾਂ ਗੱਲਾਂ ਦਾ। ਥੈਂਕ ਯੂ ਕੇਵਲ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਬਾਏ।